ਹੁਣ ਸੁਣੋ ਬੀ ਸੋਸ਼ਲ ਕੰਟੈਂਟ ਐਕਸਕਲੂਸਿਵਲੀ ਔਨ ਸਪੋਟੀਫਾਈ। ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਇਹ ਵੀ ਸਾਡੇ 'ਚ ਇੱਕ ਮਿਥ ਆ ਕਿ ਜੇ ਤੁਸੀਂ ਸੈਕਸ਼ੂਅਲੀ ਐਕਟਿਵ ਹੋ ਤਾਂ ਹੀ ਤੁਹਾਨੂੰ ਗਾਇਨਕੋਲੋਜਿਸਟ ਦੀ ਜ਼ਰੂਰਤ ਹੁੰਦੀ ਆ। ਉਹਨਾਂ ਨੂੰ ਬੜੇ ਸਾਰੇ ਲੋਕਾਂ ਨੇ ਇਹ ਸਲਾਹ ਦਿੱਤੀ ਹੈ ਕਿ ਤੁਹਾਡੇ ਤੋਂ ਹੁਣ ਹਸਬੈਂਡ ਨਹੀਂ ਰਹੇ ਹੈਗੇ ਤਾਂ ਤੁਸੀਂ ਆਪਣੀਆਂ ਓਵਰੀਜ਼ ਵੀ ਰਿਮੂਵ ਕਰਵਾ ਸਕਦੇ ਹੋ। ओवरीज रिमूव कराना ये तो बहुत ही इलॉजिकल गल है क्योंकि जो ओवरीज है उन्होंने तुहाडे वो हार्मोन सिक्रीट करने आ जिहड़ा तुहाडा बुढ़ापा रोकदे आ। 4th ਕਲਾਸ ਦੀਆਂ ਬੱਚੀਆਂ ਨੂੰ ਪੀਰੀਅਡਸ ਸ਼ੁਰੂ ਹੋ ਰਹੇ ਨੇਗੇ, ਇਹ ਕਿਉਂ ਹੋ ਰਿਹਾ? ਮੈਨੂੰ ਐਜੂਕੇਸ਼ਨ ਸਿਸਟਮ ਨਾਲ ਵੀ ਨਾਰਾਜ਼ਗੀ ਹੈ ਜੀ। ਰੀਜ਼ਨ ਕੀ ਹੈ ਕਿ ਉਹ ਚਾਹੁੰਦੇ ਆ ਕਿ ਬੱਚੇ ਨੇ ਨੀਟ ਦਾ ਪੇਪਰ ਦੇਣਾ, ਇਸ ਕਰਕੇ ਜੋ ਸਿਲੇਬਸ ਉਹਦਾ ਆਣਾ ਉਹ 7ਵੀਂ 'ਚ ਪੜਾਇਆ ਜਾਏ। ਕਿਉਂ ਪੜਾਇਆ ਜਾਏ? ज़्यादा डरते इस करके पेरेंट्स के पीरियड्स आ गए हुण इहदी हाइट नहीं वधनी। नहीं, पीरियड्स आने तो बाद भी 3 to 4 इंचेस हो सकता जे तुसी उहनूं एक्टिव रखोगे बच्चे नूं। PCOD ਤੇ ਉਸ ਤੋਂ ਬਾਅਦ PCOS ਬਾਰੇ ਅਸੀਂ ਬਹੁਤ ਜ਼ਿਆਦਾ ਸੁਣ ਰਹੇ ਹਾਂ ਅੱਜ ਕੱਲ੍ਹ, ਹੈ ਨਾ। ਇਹ ਦੋਵੇਂ ਚੀਜ਼ਾਂ ਕੀ ਨੇਗੀਆਂ ਤੇ ਇਹਨਾਂ ਦੇ ਕਾਰਨ ਕੀ ਹੁੰਦੇ ਨੇ? मैं नहीं चाहती कि बच्चे किसी मैडिसिन 'ਚ फसन। पहला अपना लाइफ स्टाइल ठीक करो। ਜੇ ਤੁਸੀਂ, ਮੈਂ ਤਾਂ ਆਪ ਹੀ ਕਹਿ ਰਹੀ ਹਾਂ, ਜੇ ਤੁਸੀਂ ਸਵੇਰੇ 5 ਵਜੇ ਵਾਕ ਤੇ ਨਹੀਂ ਜਾ ਸਕਦੇ ਤਾਂ ਡਾਕਟਰ ਕੋਲ ਨਾ ਜਾਓ। UTI ਤੇ ਫੰਗਲ ਇਨਫੈਕਸ਼ਨ ਬਹੁਤ ਜ਼ਿਆਦਾ ਕਾਮਨ ਆ ਤੇ ਉਹਦੇ ਬਾਰੇ ਵੀ ਮੈਨੂੰ ਦੱਸੋ ਕਿ UTI ਦੇ ਕੀ ਕਾਰਨ ਹੁੰਦੇ ਨੇ ਤੇ ਫੰਗਲ ਇਨਫੈਕਸ਼ਨ ਦੇ ਕੀ ਕਾਰਨ ਨੇ? PCOD ਦੇ ਵਿੱਚ ਇਮੈਚੁਰ ਐਗਸ ਹੁੰਦੇ ਆ, ਉਹ ਜਿਹੜੇ ਆ ਤੁਹਾਨੂੰ ਤੁਹਾਡੇ ਹਾਰਮੋਨਸ ਨਹੀਂ ਬਣਨ ਦਿੰਦੇ। PCOS ਦੇ ਵਿੱਚ ਐਂਡਰੋਜੈਨਿਕ ਇਫੈਕਟ ਹੁੰਦਾ ਜਿਹਦੇ ਵਿੱਚ ਤੁਹਾਡੀ ਬਾਡੀ ਐਗ ਬਣਨ ਹੀ ਨਹੀਂ ਦਿੰਦੀ। ਸਭ ਤੋਂ ਜ਼ਿਆਦਾ ਜ਼ਰੂਰੀ ਪ੍ਰੈਗਨੈਂਸੀ ਦੇ ਲਈ ਕੀ ਹੁੰਦਾ ਹੈ ਕਿ ਇੱਕ ਕਪਲ ਨੂੰ ਕਿਸ ਤਰੀਕੇ ਨਾਲ ਤਿਆਰ ਹੋਣਾ ਚਾਹੀਦਾ? ਮੈਂ ਪ੍ਰੈਗਨੈਂਸੀ ਨੂੰ ਵੀ ਡਿਜ਼ੀਜ਼ ਨਹੀਂ ਕਹਿੰਦੀ, ਮੈਂ ਇਨਫਰਟੀਲਿਟੀ ਨੂੰ ਵੀ ਨਹੀਂ ਕਹਿੰਦੀ ਕਿ ਇੱਕ ਬਹੁਤ ਵੱਡੀ ਡਿਜ਼ੀਜ਼ ਹੈ। ਇੱਕ ਮੈਂਟਲ ਲੈਵਲ ਹੈ ਤੁਹਾਡਾ। ਜੇ ਤੁਸੀਂ ਖੁਸ਼ ਹੋ ਕੇ ਸਾਰਾ ਕੁਝ ਕਰੋਗੇ ਤਾਂ ਸਭ ਪੋਜ਼ਿਟਿਵ। ਜਿੰਨਾ ਮੇਰੇ ਅੱਜ ਤੱਕ ਦਾ ਐਕਸਪੀਰੀਅੰਸ ਹੈ ਨਾ, 80% ਕਪਲਸ 'ਚ ਹੁੰਦਾ ਹੀ ਕੁਝ ਨਹੀਂ। ਤੁਸੀਂ ਹਜੇ ਆਪਸ 'ਚ ਹੀ ਟਾਈਮ ਨਹੀਂ ਦੇ ਪਾ ਰਹੇ, ਬਿਲਕੁਲ ਇੰਟੀਮੇਟ ਨਹੀਂ ਕਰ ਪਾ ਰਹੇ। ਤੁਸੀਂ ਇੰਟੀਮੇਟ ਕਰਨਾ ਚਾਹੁੰਦੇ ਵੀ ਹੋ ਤਾਂ ਇਹ ਸੋਚ ਕੇ ਕਰਨਾ ਚਾਹੁੰਦੇ ਹੋ ਕਿ ਇਹਦੇ ਨਾਲ ਪ੍ਰੈਗਨੈਂਸੀ ਹੋਏਗੀ। ਇਨਜਸਟਿਸ ਤਾਂ ਨਾ ਕਰੋ ਇੱਕ ਦੂਜੇ ਨਾਲ। ਪ੍ਰੈਗਨੈਂਸੀ ਦੇ ਵਿੱਚ ਉਹ ਚਾਹੁੰਦੇ ਨੇ ਕਿ ਬਹੁਤ ਜ਼ਿਆਦਾ ਅਟੈਂਸ਼ਨ ਉਹਨਾਂ ਨੂੰ ਮਿਲੇ। ਨਿੱਕੀ ਨਿੱਕੀ ਚੀਜ਼ ਕਈ ਵਾਰੀ ਉਹਨਾਂ ਨੂੰ ਹੁੰਦਾ ਕਿ ਆ ਮੈਂ ਗੱਲ ਕਹੀ ਹੈ ਤੇ ਇਹ ਚੀਜ਼ ਪੂਰੀ ਹੋਣੀ ਚਾਹੀਦੀ ਹੈ, ਜਾਂ ਪੋਸਟ ਪ੍ਰੈਗਨੈਂਸੀ ਦੇ ਵਿੱਚ ਵੀ ਇਹ ਚੀਜ਼ਾਂ ਹੁੰਦੀਆਂ ਨੇ। ਕੱਲ ਪਰਸੋਂ ਵੀ ਕਿਸੇ ਦੇ ਗੁੜੀਆ ਹੋਈ ਔਰ ਉਹ ਜਦੋਂ ਲੇਡੀ ਬਾਹਰ ਆਈ ਉਹਦੇ ਹਸਬੈਂਡ ਨੇ ਉਹਨੂੰ ਬਹੁਤ ਅੱਛਾ ਹੱਗ ਕੀਤਾ। ਇਹ ਉਹਨੂੰ ਸਾਰੀ ਉਮਰ ਯਾਦ ਰਹੇਗਾ। ਫਿਰ ਮੈਂ ਮੋਟੀ ਹੋ ਜਾਊਂਗੀ ਤਾਂ ਜਾਂ ਮੇਰੀ ਬਾਡੀ ਹੋਰ ਵੀ ਜ਼ਿਆਦਾ ਮੈਂ ਮੈਚਿਓਰ ਦਿਸਣ ਲੱਗ ਜਾਊਂਗੀ ਤਾਂ ਮੇਰੇ ਹਸਬੈਂਡ ਦਾ ਧਿਆਨ ਉਹਨਾਂ ਮੇਰੇ 'ਚ ਨਹੀਂ ਰਹੂਗਾ। ਮੈਂ ਉਹਨਾਂ ਨੂੰ ਇੱਕ ਗੱਲ ਕਹਿੰਦੀ ਸੀ, ਮੈਂ ਕਿਹਾ ਦੇਖੋ ਤੁਸੀਂ ਲੋਕਾਂ ਨੂੰ ਚੇਂਜ ਨਹੀਂ ਕਰ ਸਕਦੇ, ਹੈ ਨਾ, ਪਰ ਤੁਸੀਂ ਇਸ ਚੀਜ਼ ਤੋਂ ਇਹ ਸਿੱਖੋ ਕਿ ਅਸੀਂ ਇਹ ਗੱਲ ਕਦੇ ਕਿਸੇ ਨੂੰ ਨਹੀਂ ਕਹਿਣੀ। ਪੈਸਾ ਵੀ ਹੈਗਾ, ਸਭ ਕੁਝ ਹੈਗਾ, ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦੀ ਹਾਂ, ਪੈਸਾ ਸਭ ਕੁਝ ਨਹੀਂ ਕਰ ਸਕਦਾ। ਸਟ੍ਰੈਸ ਤੁਸੀਂ ਘਟਾ ਸਕਦੇ ਹੋ, ਆਪਣਾ ਲਾਈਫ ਸਟਾਈਲ ਚੇਂਜ ਕਰ ਸਕਦੇ ਹੋ। ਪ੍ਰੈਗਨੈਂਸੀ ਵੱਡਾ ਇਸ਼ੂ ਨਹੀਂ ਹੈ। ਵਰਕਿੰਗ ਜਿਹੜੀਆਂ ਵੂਮੈਨ ਨੇ ਸਾਡੇ ਵਰਗੀਆਂ, ਜਾਂ ਉੱਦਾਂ ਵੀ ਜਿਹੜੇ ਵਰਕਿੰਗ ਨਹੀਂ ਵੀ ਹੈਗੇ, ਤਾਂ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਇੱਕੋ ਹੀ ਬੱਚੇ ਨੂੰ ਸਹੀ ਲਾਈਫ ਸਟਾਈਲ ਦੇ ਸਕਦੇ ਹਾਂ, ਇੱਕੋ ਬੱਚੇ ਦੀ ਅਸੀਂ ਐਜੂਕੇਸ਼ਨ ਅਫੋਰਡ ਕਰਦੇ ਹਾਂ, ਇੱਕੋ ਬੱਚੇ ਦੇ ਲਈ ਅਸੀਂ ਸਾਰਾ ਕੁਝ ਅਫੋਰਡ ਕਰਦੇ ਹਾਂ। ਅਸੀਂ ਕੀ ਖਤਮ ਕਰ ਰਹੇ ਹਾਂ? ਅੱਜ ਤੋਂ 20 ਸਾਲ ਬਾਅਦ ਇੱਕ ਬੱਚੇ ਦਾ ਨਾ ਭੂਆ, ਨਾ ਮਾਸੀ, ਨਾ ਚਾਚਾ, ਨਾ ਤਾਇਆ, ਕੁਝ ਵੀ ਨਹੀਂ ਦੇ ਕੇ ਤੁਸੀਂ ਪੈਸਾ ਦੇ ਕੇ ਜਾਓਗੇ ਬੱਚਿਆਂ ਨੂੰ। ਵੱਡੀ ਉਮਰ ਦੇ ਵਿੱਚ ਜਾ ਕੇ ਮੁੰਡੇ ਦਾ ਵੀ ਜਾਂ ਕੁੜੀ ਦਾ ਵੀ ਵਿਆਹ ਕਰਾਉਣਾ, ਤਾਂ ਮਾਂ-ਬਾਪ ਬਣਨ ਦੇ ਵਿੱਚ ਉਹਦਾ ਕੀ ਨੁਕਸਾਨ ਹੈ ਜਾਂ ਫਾਇਦਾ? ਬੀ ਸੋਸ਼ਲ ਵੇਖ ਰਹੇ ਹੋ ਤੁਸੀਂ, ਮੈਂ ਗੁਰਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ, ਉਮੀਦ ਹੈ ਠੀਕ ਠਾਕ ਹੋਵੋਗੇ। ਅੱਜ ਤੋਂ 1.5-2 ਸਾਲ ਪਹਿਲਾਂ ਅਸੀਂ ਇੱਕ ਗਾਇਨਕੋਲੋਜਿਸਟ ਨੂੰ ਇੰਟਰਵਿਊ ਕੀਤਾ ਸੀ, ਜਿਨ੍ਹਾਂ ਦੇ ਨਾਲ ਅਸੀਂ ਮੈਨਸਟਰਲ ਹਾਈਜੀਨ ਦੇ ਉੱਪਰ ਅਤੇ ਮੈਨੋਪੌਜ਼ ਦੇ ਉੱਪਰ ਗੱਲਬਾਤ ਕੀਤੀ ਸੀ। ਇਸ ਤੋਂ ਪਹਿਲਾਂ ਜੇ ਤੁਹਾਨੂੰ ਯਾਦ ਹੋਵੇ, ਅਸੀਂ ਪ੍ਰੈਗਨੈਂਸੀ ਅਤੇ ਪੋਸਟ ਪ੍ਰੈਗਨੈਂਸੀ ਡਿਪਰੈਸ਼ਨ 'ਤੇ ਵੀ ਇੱਕ ਗਾਇਨਕੋਲੋਜਿਸਟ ਨਾਲ ਗੱਲਬਾਤ ਕੀਤੀ ਸੀ। ਅੱਜ ਦੀ ਇਸ ਇੰਟਰਵਿਊ ਦੇ ਵਿੱਚ ਵੀ ਸਾਡੇ ਨਾਲ ਡਾਕਟਰ ਮਮਤਾ ਸ਼ਰਮਾ ਹੋਣਗੇ, BAMS ਨੇ। ਉਹਨਾਂ ਦੇ ਨਾਲ ਅਸੀਂ ਪ੍ਰੈਗਨੈਂਸੀ, ਪੋਸਟ ਪ੍ਰੈਗਨੈਂਸੀ ਅਤੇ ਉਸ ਤੋਂ ਇਲਾਵਾ ਪ੍ਰੈਗਨੈਂਸੀ ਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਿ ਰੁਕਾਵਟ ਬਣਦੀਆਂ ਨੇ ਬੱਚਾ ਕਨਸੀਵ ਕਰਨ ਦੇ ਲਈ, ਅਤੇ ਅਰਲੀ ਏਜ ਪੀਰੀਅਡਸ ਕੁੜੀਆਂ ਨੂੰ ਸ਼ੁਰੂ ਹੋ ਰਹੇ ਨੇ, ਸਾਡਾ ਲਾਈਫ ਸਟਾਈਲ ਕੀ ਹੋਣਾ ਚਾਹੀਦਾ, ਸਾਰਿਆਂ 'ਤੇ ਅਸੀਂ ਗੱਲਬਾਤ ਕਰਾਂਗੇ। ਅਤੇ ਇਸ ਤੋਂ ਇਲਾਵਾ ਜਿਹੜੀ ਸਾਡੀ ਜਨਰਲ ਡਿਸਕਸ਼ਨ ਰਹਿੰਦੀ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਹਰ ਕਪਲ ਨੂੰ ਕਿੰਨੇ ਬੱਚੇ ਕਰਨੇ ਚਾਹੀਦੇ ਨੇ, ਇਹਦੇ 'ਤੇ ਵੀ ਅਸੀਂ ਜ਼ਰੂਰ ਇੱਕ ਗਾਇਨਕੋਲੋਜਿਸਟ ਦੀ ਰਾਏ ਲਵਾਂਗੇ। ਅਤੇ ਇਸ ਤੋਂ ਇਲਾਵਾ ਇੱਕ ਹੋਰ ਟਰੈਂਡ ਜਿਹੜਾ ਚੱਲ ਰਿਹਾ ਕਿ
ਬਹੁਤ ਹੀ ਛੋਟੀ ਉਮਰ ਦੇ ਵਿੱਚ ਮਾਂ-ਬਾਪ ਬੱਚਿਆਂ ਨੂੰ ਅਲੱਗ ਸਵਾਉਣਾ ਸ਼ੁਰੂ ਕਰ ਦਿੰਦੇ ਨੇ, ਅਲੱਗ ਤੋਂ ਕਮਰੇ ਉਹਨਾਂ ਦੇ ਬਣਾ ਕੇ। ਸੋ ਇੱਕ ਬੱਚੇ ਦਾ ਪੇਰੈਂਟਸ ਦੇ ਨਾਲ, ਗ੍ਰੈਂਡ ਪੇਰੈਂਟਸ ਦੇ ਨਾਲ ਹੋਣਾ, ਉਹਨਾਂ ਦੀ ਮੌਜੂਦਗੀ ਦੇ ਵਿੱਚ ਹੋਣਾ ਜਾਂ ਸੌਣਾ ਕਿੰਨਾ ਜ਼ਿਆਦਾ ਜ਼ਰੂਰੀ ਹੁੰਦਾ, ਇਹ ਵੀ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਡਾਕਟਰ ਮਮਤਾ ਸ਼ਰਮਾ ਹੋਰਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਬੀ ਸੋਸ਼ਲ 'ਤੇ ਤੁਹਾਡਾ ਸਵਾਗਤ ਹੈ। ਥੈਂਕ ਯੂ ਜੀ। ਇੱਕ ਤੇ ਸਾਨੂੰ ਇਹ ਲੱਗਦਾ ਹੁੰਦਾ ਹੈ ਕਿ ਗਾਇਨਕੋਲੋਜਿਸਟ ਕੋਲੇ ਅਸੀਂ ਉਦੋਂ ਹੀ ਜਾਣਾ ਜਦੋਂ ਸਾਡੇ ਬੱਚਾ ਹੋਣ ਵਾਲਾ ਆ ਜਾਂ ਅਸੀਂ ਬੱਚਾ ਪਲਾਨ ਕਰਨਾ ਚਾਹੁੰਦੇ ਹਾਂ ਨਾ। ਤਾਂ ਮੈਨੂੰ ਤੁਸੀਂ ਇਹ ਵੀ ਦੱਸੋ ਕਿ ਗਾਇਨਕੋਲੋਜਿਸਟ ਦੇ ਹੋਰ ਕਿਹੜੇ-ਕਿਹੜੇ ਰੋਲ ਹੁੰਦੇ ਨੇ ਅਤੇ ਕਿਹੜੀਆਂ-ਕਿਹੜੀਆਂ ਸਿਚੁਏਸ਼ਨ ਹੋਰ ਨੇਗੀਆਂ ਜਿਨ੍ਹਾਂ ਦੇ ਵਿੱਚ ਸਾਨੂੰ ਇੱਕ ਗਾਇਨਕੋਲੋਜਿਸਟ ਕੋਲੇ ਜਾਣਾ ਚਾਹੀਦਾ। ਮੈਮ ਸਭ ਤੋਂ ਪਹਿਲਾਂ ਤਾਂ ਜ਼ਰੂਰੀ 3 ਏਜਸ ਹੈ। ਪਹਿਲੀ ਏਜ ਤਾਂ ਜਦੋਂ ਕਿਸੇ ਵੀ ਬੱਚੀ ਦੇ ਪੀਰੀਅਡ ਸਟਾਰਟ ਹੁੰਦੇ, ਉਦੋਂ ਜ਼ਰੂਰੀ ਹੈ। ਉਦੋਂ ਜ਼ਰੂਰੀ ਹੈ। ਰੀਜ਼ਨ ਬੀਇੰਗ ਕਿ ਹੁਣ ਅੱਜ ਦੀ ਡੇਟ ਦੇ ਵਿੱਚ ਪੀਰੀਅਡਸ ਬਹੁਤ ਅਰਲੀ ਸਟਾਰਟ ਹੋਣ ਲੱਗ ਗਏ, ਜਿਹਦੇ ਕਰਕੇ ਪੇਰੈਂਟਸ 'ਚ ਵੀ ਪੈਨਿਕ ਹੁੰਦਾ ਔਰ ਬੱਚਿਆਂ 'ਚ ਵੀ ਪੈਨਿਕ ਹੁੰਦਾ। ਅੱਜ ਤੋਂ 20 ਸਾਲ ਪਹਿਲਾਂ ਜੇ ਤੁਸੀਂ ਦੇਖਦੇ ਸੀ ਤਾਂ ਪੀਰੀਅਡਸ ਜਿਹੜੇ ਸੀਗੇ ਉਹ 16-17 ਸਾਲ ਦੀ ਏਜ ਸਟਾਰਟ ਹੁੰਦੇ ਸੀ। ਹੁਣ ਸਾਡੇ ਕੋਲ ਐਸੇ ਵੀ ਪੇਰੈਂਟਸ ਆ ਰਹੇ ਹਨ ਜਿਨ੍ਹਾਂ ਦੇ ਬੱਚਿਆਂ ਦੇ 8 ਜਾਂ 9 ਜਾਂ 10 ਸਾਲ 'ਤੇ ਪੀਰੀਅਡ ਸਟਾਰਟ ਹੋ ਜਾਂਦੇ। ਤਾਂ ਉਸ ਟਾਈਮ ਉਹ ਥੋੜ੍ਹਾ ਟੈਨਸ਼ਨ 'ਚ ਹੁੰਦੇ ਆ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਕੋਈ ਅਲੱਗ ਚੀਜ਼ ਹੋਈ ਆ, ਉਹ ਬੱਚੇ 'ਤੇ ਵੀ ਥੋੜ੍ਹਾ ਜਿਹਾ ਪ੍ਰੈਸ਼ਰ ਬਣਾਉਂਦੇ ਆ, ਜੋ ਮੈਨੂੰ ਪਸੰਦ ਨਹੀਂ ਹੈ। ਠੀਕ ਹੈ, ਉਹਨਾਂ ਨੂੰ ਉਸ ਟਾਈਮ ਇੱਕ ਗਾਇਨਕੋਲੋਜਿਸਟ ਨਾਲ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਔਰ ਬੱਚਿਆਂ ਨੂੰ ਵੀ ਕਰਵਾਉਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਇੱਕ ਅਵੇਅਰਨੈਸ ਦੇ ਸਕਣ ਕਿ ਪੀਰੀਅਡਸ ਬੇਟਾ ਜੇ ਤੁਹਾਡੇ ਮੰਥਲੀ ਆ ਰਹੇ ਆ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈ, 6 ਮਹੀਨੇ ਨਹੀਂ ਆਉਂਦੇ ਤਾਂ ਵੀ ਕੋਈ ਪ੍ਰੋਬਲਮ ਨਹੀਂ। ਠੀਕ ਹੈ, ਇਹ ਹਾਰਮੋਨਲ ਚੇਂਜਸ ਹੈ, ਇਹਨੇ ਹੌਲੀ ਹੌਲੀ ਠੀਕ ਹੋਣਾ। ਸੈਕਿੰਡ ਟਾਈਮ ਮੈਮ ਜਦੋਂ ਤੁਸੀਂ ਕਨਸੀਵ ਕਰਨਾ ਚਾਹੁੰਦੇ ਹੋ ਉਸ ਤੋਂ ਪਹਿਲਾਂ, ਉਹਦਾ ਰੀਜ਼ਨ ਮੈਂ ਇਹ ਦੱਸ ਰਹੀ ਹਾਂ ਕਿ ਅੱਜ ਕੱਲ੍ਹ ਦੀ ਜਿਹੜੀ ਏਜ ਹੈ ਨਾ ਉਹਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਜਿੱਦਾਂ ਥੈਲੇਸੀਮੀਆ ਹੋ ਗਿਆ ਜਾਂ ਹੋਰ ਉਸ ਦੇ ਪਹਿਲਾਂ ਟੈਸਟ ਹੋਣੇ ਚਾਹੀਦੇ ਆ ਪੇਸ਼ੈਂਟ ਦੇ ਕਨਸੀਵ ਤੋਂ ਪਹਿਲਾਂ। ਕਿ ਇੱਕਦਮ ਜਦੋਂ ਤੁਸੀਂ ਕਨਸੀਵ ਕਰਦੇ ਹੋ ਫਿਰ ਤੁਸੀਂ ਅਲਟਰਾਸਾਊਂਡ ਕਰਵਾਉਂਦੇ ਹੋ, ਫਿਰ ਇੱਕ ਬੜੀ ਟੈਨਸ਼ਨ ਹੁੰਦੀ ਹੈ ਨਾ ਕਿ ਕਿਉਂ ਹੋਇਆ, ਉਸ ਚੀਜ਼ ਨੂੰ ਅਵੋਇਡ ਕਰਨ ਲਈ। ਐਂਡ ਥਰਡ ਜਿਹੜੀ ਏਜ ਮੈਂ ਕਹਿੰਦੀ ਹਾਂ ਉਹ ਹੁੰਦੀ ਹੈ ਆਫਟਰ 40। ਤੁਹਾਨੂੰ ਜ਼ਰੂਰ ਜਾਣਾ ਚਾਹੀਦਾ, ਯੂ ਮਸਟ ਗੋ। ਰੀਜ਼ਨ ਬੀਇੰਗ ਕਿ ਉਸ ਟਾਈਮ 'ਤੇ ਇੱਕ ਅਲਟਰਾਸਾਊਂਡ ਔਰ ਇੱਕ ਮੈਮੋਗ੍ਰਾਫੀ ਪੇਸ਼ੈਂਟ ਦੀ ਹੋਣੀ ਜ਼ਰੂਰੀ ਹੈ ਕਿ ਕੋਈ ਅਰਲੀ ਸਾਈਨਸ ਆਫ ਕੈਂਸਰ ਜਾਂ ਮੀਨੋਪੌਜ਼ ਜਾਂ ਤੁਹਾਡੀ ਕੋਈ ਵੀ ਐਬਨੋਰਮੈਲਿਟੀ ਆ ਰਹੀ ਹੈ ਤਾਂ ਉਹ ਤੁਹਾਨੂੰ ਇੱਕ ਗਾਈਡ ਕਰ ਸਕਣ। ਠੀਕ ਹੈ, ਔਰ ਤੁਹਾਨੂੰ ਇੱਕ ਸਪੈਸ਼ਲ ਡਾਈਟ ਜਾਂ ਜ਼ਰੂਰੀ ਨਹੀਂ ਉਹ ਤੁਹਾਨੂੰ ਮੈਡੀਸਨ ਦੇਣਗੇ, ਜਸਟ ਫॉर ਕੰਸਲਟੇਸ਼ਨ ਤੁਸੀਂ ਜਾਣਾ, ਉਹਨਾਂ ਨਾਲ ਆਪਣੀ ਗੱਲਬਾਤ ਕਰਨੀ ਹੈ, ਕਾਉਂਸਲਿੰਗ ਕਰਨੀ ਹੈ ਕਿ ਇਹ ਚੀਜ਼ ਸ਼ੁਰੂ ਹੋ ਗਈ ਹੈ ਤੇ ਮੈਨੂੰ ਕਿਹੜੀਆਂ ਚੀਜ਼ਾਂ ਦਾ ਪਰਹੇਜ਼ ਕਰਨਾ ਚਾਹੀਦਾ ਔਰ ਮੈਨੂੰ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਡਾਈਟ 'ਚ ਲੈਣੀਆਂ ਚਾਹੀਦੀਆਂ ਤਾਂ ਕਿ ਮੈਨੂੰ ਅੱਗੇ ਪ੍ਰੋਬਲਮ ਨਾ ਆਏ। ਹੁਣ ਅਸੀਂ ਕੀ ਕਰਦੇ ਹਾਂ, ਜ਼ਿਆਦਾਤਰ ਪੇਸ਼ੈਂਟ ਆਉਂਦੇ ਆ ਸਾਡੇ ਕੋਲ, ਜਿੱਦਾਂ ਮੀਨੋਪੌਜ਼ ਦੀ ਗੱਲ ਕਰ ਰਹੀ ਹਾਂ ਮੈਂ ਤੁਹਾਨੂੰ, ਪੇਸ਼ੈਂਟ ਆਉਂਦਾ ਉਸ ਟਾਈਮ ਜਦੋਂ ਉਹਨੂੰ ਹੌਟ ਫਲੈਸ਼ਸ ਸ਼ੁਰੂ ਹੋ ਚੁੱਕੇ ਹੁੰਦੇ, ਜਦੋਂ ਉਹਨੂੰ ਘਬਰਾਹਟ ਸ਼ੁਰੂ ਹੋ ਚੁੱਕੀ ਹੁੰਦੀ ਹੈ ਜਾਂ ਫਿਰ ਜਦੋਂ ਮੇਨਲੀ ਉਹਨੂੰ ਇਹ ਲੱਗਦਾ ਕਿ ਉਹਦਾ ਇਰੀਟੇਸ਼ਨ ਲੈਵਲ ਹੁਣ ਵੱਧ ਗਿਆ, ਘਰ 'ਚ ਥੋੜ੍ਹਾ ਜਿਹਾ ਬੈਲੈਂਸ ਨਹੀਂ ਬਣ ਰਿਹਾ, ਫਿਰ ਉਹ ਜਾਂਦਾ ਡਾਕਟਰ ਕੋਲ। ਤਾਂ ਇਸ ਚੀਜ਼ ਨੂੰ ਜੇ ਤੁਸੀਂ ਟਾਈਮ 'ਤੇ ਜਿੱਦਾਂ 40-42 ਦੀ ਏਜ 'ਤੇ ਆਉਂਦੇ ਹੋ ਤਾਂ ਡਾਕਟਰ ਤੁਹਾਨੂੰ ਇੱਕ ਡਾਈਟ, ਇੱਕ ਕਹਿ ਲਓ ਕਿ ਇੱਕ ਐਕਸਰਸਾਈਜ਼ ਕਹਿ ਲਓ, ਮੈਡੀਟੇਸ਼ਨ ਕਹਿ ਲਓ, ਉਹ ਤੁਹਾਨੂੰ ਇਹ ਗਾਈਡ ਕਰ ਦਿੰਦਾ ਕਿ ਯੂ ਸ਼ੁੱਡ ਇਨਕਰੀਜ਼ ਦੀਜ਼ ਥਿੰਗਸ। ਕੈਲਸ਼ੀਅਮ ਲੈਣਾ ਚਾਹੀਦਾ ਹੈ ਤਾਂ ਕਿ ਜੇ ਤੁਹਾਡਾ ਮੀਨੋਪੌਜ਼ ਅਰਲੀ ਵੀ ਹੁੰਦਾ ਤਾਂ ਤੁਹਾਨੂੰ ਇਹ ਸਿੰਪਟਮਸ ਨਾ ਆਉਣ। ਠੀਕ ਹੈ, ਉਹ ਅਵੇਅਰਨੈਸ ਮੈਂ ਚਾਹੁੰਦੀ ਹਾਂ 3 ਸਟੇਜਸ 'ਤੇ ਐਟਲੀਸਟ, ਕਿਉਂਕਿ ਪਹਿਲਾਂ ਜਿਹੜੀ ਏਜ ਸੀ 16-17 ਸਾਲ, ਉਹ ਬੱਚਾ ਇੰਨਾ ਕੁ ਮੈਚਿਓਰ ਹੁੰਦਾ ਸੀ, ਜੇ ਉਹਦੇ ਪੀਰੀਅਡ ਸਟਾਰਟ ਹੁੰਦੇ ਸੀ ਤਾਂ ਜਾਂ ਮਾਂ ਜਾਂ ਬਾਪ ਜਾਂ ਕੁਝ ਦੱਸਦੇ ਸੀ ਤਾਂ ਉਹਨਾਂ ਨੂੰ ਸਮਝ ਆ ਜਾਂਦੀ ਸੀ, ਬਿਲਕੁਲ ਮਦਰ ਨਾਲ ਗੱਲ ਕਰਕੇ। ਜਿਹੜਾ ਬੱਚਾ ਹੈ ਹੀ 5th-6th 'ਚ ਹੈ ਉਹਦੇ ਲਈ ਤੁਸੀਂ ਵੀ ਡਰੇ ਹੀ ਹੋਵੋਗੇ, ਬਿਲਕੁਲ ਠੀਕ ਹੈ ਨਾ। ਤਾਂ ਉਹ ਡਾਕਟਰ ਤੁਹਾਨੂੰ ਦੱਸ ਸਕਦਾ ਕਿ ਐਸੀ ਕੋਈ ਅਬਨੋਰਮਲ ਗੱਲ ਨਹੀਂ ਹੈ, ਇਹ ਸਾਡਾ ਆਪਣਾ ਹੀ ਥੋੜਾ ਜਿਹਾ ਕਹਿ ਲਓ ਕਿ ਕਲਚਰ ਇਸ ਤਰ੍ਹਾਂ ਦਾ ਹੋ ਗਿਆ, ਅਵੇਅਰਨੈਸ ਥੋੜੀ ਜ਼ਿਆਦਾ ਹੋ ਗਈ, ਇਸ ਕਰਕੇ ਬੱਚੇ ਨਾਲ ਇਹ ਹੋਇਆ ਜੀ ਔਰ ਇਹ ਸ਼ਾਇਦ ਰੁਕ ਵੀ ਜਾਵੇ। ਤੇ ਇਨ 3 ਸਟੇਜਾਂ ਤੇ ਮੈਨੂੰ ਲੱਗਦਾ ਜ਼ਰੂਰ ਜਾਣਾ ਚਾਹੀਦਾ। ਬਿਲਕੁਲ, ਇਹਦੇ ਤੇ ਵੀ ਆਪਾਂ ਜ਼ਰੂਰ ਗੱਲ ਕਰਾਂਗੇ ਕਿ ਬਹੁਤ ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਕਿਉਂ ਪੀਰੀਅਡਸ ਸ਼ੁਰੂ ਹੋ ਰਹੇ ਨੇ ਅਤੇ ਅਰਲੀ ਮੈਨੋਪੌਜ਼ ਕਿਉਂ ਹੋ ਰਿਹਾ। ਪੀਰੀਅਡਸ ਮਤਲਬ ਖਤਮ ਹੋਣ ਦੀ ਜਿਹੜੀ ਉਹ ਟਰਮ ਆ ਉਹ 40s ਦੇ ਵਿੱਚ ਹੀ ਕਿਉਂ ਸ਼ੁਰੂ ਹੋ ਜਾਂਦੀ ਹੈ ਨਾ। ਪਰ ਇਸ ਤੋਂ ਇਲਾਵਾ ਜਿਵੇਂ ਤੁਸੀਂ 3 ਸਟੇਜਸ ਦੱਸੀਆਂ ਨੇਗੀਆਂ, ਸ਼ਾਇਦ ਬਹੁਤ ਸਾਰੇ ਸੁਣਨ ਵਾਲੇ ਦਰਸ਼ਕਾਂ ਨੂੰ ਇਹ ਲੱਗੇ ਕਿ ਸਾਨੂੰ ਸਕਰੀਨ 'ਤੇ ਗੱਲ ਨਹੀਂ ਕਰਨੀ ਚਾਹੀਦੀ, ਪਰ ਮੇਰਾ ਇੱਕ ਨਿੱਜੀ ਤਜਰਬਾ, ਸਾਡੇ ਇੱਕ ਜਾਣਕਾਰ ਨੇਗੇ, ਉਹ ਵਿਡੋ ਨੇਗੇ, ਅਤੇ ਉਹ ਕਹਿੰਦੇ ਕਿ ਮੈਂ ਜਦੋਂ ਗਾਇਨਕੋਲੋਜਿਸਟ ਕੋਲੇ ਜਾਣਾ ਹੁੰਦਾ ਤਾਂ ਮੈਨੂੰ ਬੜੀ ਸ਼ਰਮ ਮਹਿਸੂਸ ਹੁੰਦੀ ਹੈ। ਤਾਂ ਮੈਨੂੰ ਇਹ ਹੁੰਦਾ ਕਿ ਜੇ ਮੇਰੇ ਕਿਸੇ ਜਾਣਕਾਰ ਨੇ ਮੈਨੂੰ ਗਾਇਨਕੋਲੋਜਿਸਟ ਕੋਲੇ ਜਾਂਦੇ ਦੇਖ ਲਿਆ, ਮਤਲਬ ਕਿ ਔਰਤਾਂ ਦੀ ਡਾਕਟਰ ਕੋਲੇ ਜਾਂਦੇ ਦੇਖ ਲਿਆ, ਤਾਂ ਉਹ ਮੇਰੇ ਬਾਰੇ ਕੀ ਸੋਚਣਗੇ, ਕਿਉਂਕਿ ਮੇਰੇ ਤਾਂ ਹਸਬੈਂਡ ਹੈ ਨਹੀਂ। ਇਹ ਵੀ ਸਾਡੇ 'ਚ ਇੱਕ ਮਿਥ ਆ ਕਿ ਜੇ ਤੁਸੀਂ ਸੈਕਸ਼ੁਅਲੀ ਐਕਟਿਵ ਹੋ
ਤਾਂ ਹੀ ਤੁਹਾਨੂੰ ਗਾਇਨਕੋਲੋਜਿਸਟ ਦੀ ਜ਼ਰੂਰਤ ਹੁੰਦੀ ਆ। ਉਹਨਾਂ ਨੂੰ ਬੜੇ ਸਾਰੇ ਲੋਕਾਂ ਨੇ ਇਹ ਸਲਾਹ ਦਿੱਤੀ ਹੈ ਕਿ ਤੁਹਾਡੇ ਤੋਂ ਹੁਣ ਹਸਬੈਂਡ ਨਹੀਂ ਰਹੇ ਹੈਗੇ ਤਾਂ ਤੁਸੀਂ ਆਪਣੀਆਂ ਓਵਰੀਜ਼ ਵੀ ਰਿਮੂਵ ਕਰਵਾ ਸਕਦੇ ਹੋ, ਬੱਚੇਦਾਨੀ ਤੁਸੀਂ ਆਪਣੀ ਕਢਵਾ ਸਕਦੇ ਹੋ, ਕਿਉਂਕਿ ਤੁਹਾਨੂੰ ਤਾਂ ਲਾਈਫ 'ਚ ਹੁਣ ਇਸ ਚੀਜ਼ ਦੀ ਜ਼ਰੂਰਤ ਨਹੀਂ ਆ। ਸੋ ਉਹਦੇ 'ਤੇ ਮੈਂ ਚਾਹੂੰਗੀ ਕਿ ਇਹਦੇ 'ਤੇ ਵੀ ਤੁਸੀਂ ਗੱਲ ਕਰੋ ਕਿ ਸਿਰਫ ਸੈਕਸ਼ੂਅਲੀ ਐਕਟਿਵ ਹੋਣਾ ਹੀ ਤੁਹਾਨੂੰ ਗਾਇਨਕੋਲੋਜਿਸਟ ਦੀ ਜ਼ਰੂਰਤ ਮਹਿਸੂਸ ਕਰਵਾਉਂਦਾ ਵਾ, ਜਾਂ ਕਿਸੇ ਵੀ ਏਜ ਦੀ ਲੇਡੀ ਆ ਜਾਂ ਉਹਨੂੰ ਕਿਸੇ ਵੀ ਤਰ੍ਹਾਂ ਦੀਆਂ ਹੋਰ ਮੈਨੋਪੌਜ਼ ਦੇ ਪੀਰੀਅਡਸ ਤੋਂ ਇਲਾਵਾ ਹੋਰ ਕਿਹੜੀਆਂ ਦਿੱਕਤਾਂ ਆ ਸਕਦੀਆਂ ਨੇ ਜਿਹਦੇ ਲਈ ਉਹ ਗਾਇਨਕੋਲੋਜਿਸਟ ਕੋਲੇ ਜਾ ਸਕਦੀ ਆ। ਦੇਖੋ ਮੈਮ, ਜਿਹੜਾ ਤੁਸੀਂ ਪੁਆਇੰਟ ਮੈਨੂੰ ਕਿਹਾ ਕਿ ਉਹ ਵਿਡੋ ਹੈ, ਚਲੋ ਜੇ ਉਹ ਵਿਡੋ ਨਹੀਂ ਵੀ ਹੈ, ਜੇ ਕਿਸੇ ਨੇ ਮੈਰਿਜ ਨਹੀਂ ਕਰਵਾਈ, ਬਿਲਕੁਲ ਗਾਇਨਕੋਲੋਜਿਸਟ ਕੋਲ ਤਾਂ ਉਹ ਵੀ ਵਿਜ਼ਿਟ ਕਰ ਸਕਦਾ ਨਾ। ਤਾਂ ਮੈਂ ਇਹ ਉਹਦੇ ਵਿੱਚ ਉਹਨਾਂ ਦੇ ਆਪਣੇ ਪਰਸਨਲ ਕਾਜ਼ ਹੋ ਸਕਦੇ ਆ। ਦੂਸਰਾ, ਓਵਰੀਜ਼ ਰਿਮੂਵ ਕਰਾਉਣਾ, ਯਾਰ ਇਹ ਤਾਂ ਬਹੁਤ ਹੀ ਇਲੌਜੀਕਲ ਗੱਲ ਹੈ, ਕਿਉਂਕਿ ਜੋ ਓਵਰੀਜ਼ ਹੈ ਉਹਨਾਂ ਨੇ ਤੁਹਾਡੇ ਉਹ ਹਾਰਮੋਨ ਸਿਕਰੀਟ ਕਰਨੇ ਆ ਜਿਹੜਾ ਤੁਹਾਡਾ ਬੁਢਾਪਾ ਰੋਕਦੇ ਆ, ਤੁਹਾਡੀ ਬਾਡੀ ਨੂੰ ਐਕਟਿਵ ਰੱਖਦੇ ਆ, ਠੀਕ ਹੈ, ਤੁਹਾਡਾ ਮੈਟਾਬੋਲਿਜ਼ਮ ਠੀਕ ਰੱਖਦੇ ਆ। ਤਾਂ ਇਹ ਤਾਂ ਬਿਲਕੁਲ ਹੀ ਗਲਤ ਗੱਲ ਹੈ ਕਿ ਉਹਨਾਂ ਨੂੰ ਇਹ ਚੀਜ਼ਾਂ ਰਿਮੂਵ ਤਾਂ ਵਰਡ ਹੀ ਨਹੀਂ ਯੂਜ਼ ਕਰਨਾ ਚਾਹੀਦਾ। ਉਹਨਾਂ ਦਾ ਬਾਡੀ ਪਾਰਟ ਹੈ, ਉਹਨੂੰ ਮੇਨਟੇਨ ਕਿੱਦਾਂ ਕਰਨਾ ਇਹ ਜ਼ਰੂਰੀ ਆ, ਉਹਨੂੰ ਰਿਮੂਵ ਕਰਵਾਉਣਾ ਬਿਲਕੁਲ ਜ਼ਰੂਰੀ ਨਹੀਂ ਆ। ਔਰ ਇਹਦੇ 'ਚ ਬਿਲਕੁਲ ਵੀ ਚਾਹੇ ਕੋਈ ਮੈਂ ਤੁਹਾਨੂੰ ਇੱਕ ਬੜੀ ਸਿੱਧੀ ਜਿਹੀ ਗੱਲ ਦੱਸਦੀ ਹਾਂ ਜੀ, ਮੇਰੇ ਕੋਲ ਕਈ ਵਾਰ ਐਸੇ ਵੀ ਪੇਸ਼ੈਂਟ ਮਤਲਬ ਮੈਂ ਤਾਂ ਦੇਖੋ ਹਰ ਪੇਸ਼ੈਂਟ ਨੂੰ ਆਪਣਾ ਸਮਝਦੀ ਹਾਂ, ਠੀਕ ਹੈ। ਕਈ ਜਿੱਦਾਂ ਕੋਈ ਡਾਂਸਿੰਗ 'ਚ ਹੈ ਬੱਚੀ ਜਾਂ ਕੋਈ ਦੂਸਰੇ ਵਰਕਰਸ ਹੁੰਦੇ, ਉਹ ਵੀ ਮੇਰੇ ਕੋਲ ਆਉਂਦੇ ਸੀ ਤਾਂ ਮੈਂ ਉਹਨੂੰ ਕਹਿੰਦੀ ਸੀ ਦਿਸ इज़ योर प्रोफेशन, आप मेरे से बात करो, ठीक है। जैसे किसी का कोई भी प्रोफेशन है तो उसमें ਉਹਦੇ 'ਚ ਸਿਰਫ ਇੰਨੀ ਕੁ ਅਵੇਅਰਨੈਸ ਕਿ ਤੁਹਾਨੂੰ ਆਪਣਾ ਹਾਈਜੀਨ ਕਿੱਦਾਂ ਮੇਨਟੇਨ ਰੱਖਣਾ ਹੈ, ਤੁਸੀਂ ਏਜ ਵਾਈਜ਼ ਤੁਹਾਨੂੰ ਕਿਹੜੀ ਡਾਈਟ, ਕਿਹੜਾ ਆਪਣਾ ਲਾਈਫ ਸਟਾਈਲ ਰੱਖਣਾ ਚਾਹੀਦਾ। ਕਿ ਇੱਕ ਤਾਂ ਦੇਖੋ ਜੇ ਤੁਸੀਂ ਵਿਡੋ ਦੀ ਗੱਲ ਹੀ ਕੀਤੀ ਆ, ਉਹਦੀ ਲਾਈਫ 'ਚ ਸਟ੍ਰੈਸ ਵੈਸੇ ਹੀ ਹੋਏਗਾ, ਉਹਦੇ ਹਾਰਮੋਨਸ ਵੈਸੇ ਹੀ ਡਿਸਟਰਬ ਹੋ ਰਹੇ ਆ। ਉਸ ਤੋਂ ਬਾਅਦ ਉਹ ਤੁਸੀਂ ਜਿਹੜੇ ਉਹਨਾਂ ਨੂੰ ਸਲਾਹ ਦੇ ਰਹੇ ਹੋ ਉਹ ਬਿਲਕੁਲ ਗਲਤ ਹੈ। ਉਹਨਾਂ ਨੂੰ ਜ਼ਰੂਰ ਗਾਇਨਕੋਲੋਜਿਸਟ ਨੂੰ ਵਿਜ਼ਿਟ ਕਰਨਾ ਚਾਹੀਦਾ ਜੇ ਉਹਨਾਂ ਨੂੰ ਕੋਈ ਹੈਲਥ ਇਸ਼ੂ ਆਉਂਦਾ ਹੈ ਤਾਂ। ਇਹਦੇ 'ਚ ਕਿਸੇ ਤਰ੍ਹਾਂ ਦੀ ਕੋਈ ਸ਼ਰਮ ਦੀ ਜਾਂ ਕਿਸੇ ਤਰ੍ਹਾਂ ਦੀ ਕੋਈ ਝਿਜਕ ਦੀ ਜ਼ਰੂਰਤ ਨਹੀਂ, ਠੀਕ ਹੈ। ਸਾਡੇ ਲਈ ਸਾਰੇ ਪੇਸ਼ੈਂਟ ਇਕੁਅਲ ਹੈ। ਔਰ ਜਿੱਦਾਂ ਤੁਸੀਂ ਵਿਡੋ ਦੀ ਗੱਲ ਕਰ ਰਹੇ ਹੋ, ਜੇ ਕੋਈ ਬੱਚਾ ਅਨਮੈਰਿਡ ਵੀ ਹੈ ਆਪਣੇ ਫੈਮਿਲੀ ਸਰਕਮਸਟੈਂਸਸ ਕਰਕੇ ਵੀ, ਉਹਨੂੰ ਵੀ ਗਾਇਨਕੋਲੋਜਿਸਟ ਕੋ ਵਿਜ਼ਿਟ ਜ਼ਰੂਰ ਕਰਨਾ ਚਾਹੀਦਾ। ਇਹ ਵੀ ਹੈਗਾ ਕਿ ਕੁਆਰੀ ਕੁੜੀ ਨੂੰ ਡਾਕਟਰ ਦੀ ਕੀ ਲੋੜ, ਇਹ ਵੀ ਸਾਡੇ ਬਹੁਤ ਵੱਡੀ ਮਿੱਥ ਆ। ਉਹੀ ਮੈਂ ਇਹੀ ਮੈਂ ਤੁਹਾਨੂੰ ਦੱਸ ਰਹੀ ਹਾਂ ਨਾ, ਅੱਜ ਕੱਲ੍ਹ ਤਾਂ ਹਾਈਜੀਨ ਲਈ ਹੁਣ ਤੁਸੀਂ ਦੇਖੋ, ਮੈਂ ਤੁਹਾਨੂੰ ਇੱਕ ਬੜੀ ਸਿੱਧੀ ਜਿਹੀ ਗੱਲ ਦੱਸਦੀ ਹਾਂ ਕਿ ਇੱਕ ਕੋਈ ਵੀ ਏਜ ਵਰਕਿੰਗ ਕਲਾਸ ਲੇਡੀਜ਼ ਹੈ, ਠੀਕ ਹੈ, ਉਹਨਾਂ ਨੇ ਇੱਕ ਆਫਿਸ 'ਚ ਕੰਮ ਕਰਨਾ। ਮੈਂ ਹਰ ਪੇਸ਼ੈਂਟ ਨੂੰ ਇਹ ਗੱਲ ਕਹਿੰਦੀ ਹਾਂ ਕਿ ਜਦੋਂ ਤੁਸੀਂ ਕਿਸੇ ਵੀ ਵਾਸ਼ਰੂਮ 'ਚ ਜਿੱਥੇ 10 ਤੋਂ ਜ਼ਿਆਦਾ ਲੋਕ ਜਾ ਰਹੇ ਆ ਉਹਨੂੰ ਪਬਲਿਕ ਵਾਸ਼ਰੂਮ ਕਿਹਾ ਜਾ ਸਕਦਾ, ਠੀਕ ਹੈ। ਤੁਸੀਂ ਉਹ ਵਾਸ਼ਰੂਮ ਯੂਜ਼ ਕਰਦੇ ਹੋ ਤਾਂ ਤੁਹਾਨੂੰ ਪ੍ਰੋਬਲਮ ਹੋ ਸਕਦੀ ਹੈ। ਜੋ ਮੇਰੇ ਕੋਲ ਆਉਣਗੇ ਤਾਂ ਮੈਂ ਇਹਨਾਂ ਨੂੰ ਹਾਈਜੀਨ ਵਾਸ਼ ਬਾਰੇ ਵੀ ਦੱਸੂੰਗੀ, ਠੀਕ ਹੈ, ਉਹਨਾਂ ਨੂੰ ਹਾਈਜੀਨ ਬਾਰੇ ਵੀ ਸਮਝਾਉਂਗੀ। ਮੈਂ ਉਹਨਾਂ ਨੂੰ ਇਹ ਵੀ ਦੱਸੂੰਗੀ ਕਿ ਹਾਊ ਟੂ ਯੂਜ਼ ਦੈਟ ਸੀਟ, ਹੈ ਨਾ। ਤਾਂ ਇਸ ਕਰਕੇ ਇਹ ਨਹੀਂ ਹੈ ਕਿ ਗਾਇਨਕੋਲੋਜਿਸਟ ਦੇ ਕੋਲ ਸਿਰਫ ਮੈਰਿਡ ਬੱਚੇ ਜਾਣਗੇ ਜਾਂ ਜੇ ਪ੍ਰੈਗਨੈਂਸੀ ਨਹੀਂ ਹੋ ਰਹੀ ਫਿਰ ਜਾਣਾ, ਹਾਂ, ਠੀਕ ਹੈ। ਉਹਨਾਂ ਦੇ ਕੋਲ ਜੇ ਤੁਸੀਂ ਪਹਿਲਾਂ ਸਲਾਹ ਲਓਗੇ ਤਾਂ ਸ਼ਾਇਦ ਤੁਹਾਡੀ ਇਹ ਸਟੇਜ ਹੀ ਨਾ ਆਏ ਕਿ ਪ੍ਰੈਗਨੈਂਸੀ ਨਾ ਹੋਵੇ, ਹੈ ਨਾ। ਇਹ ਜਿੱਦਾਂ ਕੋਈ ਬੱਚਾ ਹੈ ਜਿਹਦੇ ਬਿਨਾਂ ਅਨਮੈਰਿਡ ਬੱਚਾ, ਉਹਦਾ weight ਬਹੁਤ ਵੱਧ ਰਿਹਾ, ਉਹਦੇ ਇੱਥੇ ਬਾਲ ਆ ਰਹੇ ਆ, ਜਿਹੜਾ ਅੱਜ ਕੱਲ੍ਹ ਤੁਸੀਂ ਸੁਣਿਆ ਨਾ PCOD ਦੀ ਪ੍ਰੋਬਲਮ ਬਹੁਤ ਵੱਧ ਰਹੀ ਹੈ, ਉਸ ਚੀਜ਼ ਲਈ ਤੁਹਾਨੂੰ ਕੰਸਲਟ ਕਰਨਾ ਬਹੁਤ ਜ਼ਰੂਰੀ ਹੈ ਡਾਕਟਰ, ਠੀਕ ਹੈ। PCOD ਅੱਜ ਦੀ ਡੇਟ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ ਸਾਡੇ ਸਾਰੀ ਸੁਸਾਇਟੀ ਦੇ ਵਿੱਚ। ਉਹਦੇ ਬੇਸਿਕ ਰੀਜ਼ਨ ਜਿਹੜੇ ਸਾਡੀ ਆਪਣੀ ਫੈਮਿਲੀ 'ਚ ਹੀ ਹੈ, ਜਿਸ ਤਰ੍ਹਾਂ ਰਹਿਣ ਸਹਿਣ ਠੀਕ ਨਹੀਂ ਰਿਹਾ, ਠੀਕ ਹੈ, ਖਾਣਾ ਪੀਣਾ ਠੀਕ ਨਹੀਂ ਰਿਹਾ, ਅਸੀਂ ਆਪਣੀਆਂ ਖੁਰਾਕਾਂ ਛੱਡ ਕੇ ਸਾਰੀਆਂ ਬਾਹਰ ਵਾਲੀਆਂ ਖੁਰਾਕਾਂ ਅਡਾਪਟ ਕਰ ਰਹੇ ਹਾਂ। ਉਹ ਸਾਰੇ ਰੀਜ਼ਨ ਦੇ ਕਰਕੇ ਤੁਹਾਨੂੰ ਇੱਕ ਗਾਇਨਕੋਲੋਜਿਸਟ ਨੂੰ ਮਿਲਣਾ ਚਾਹੀਦਾ ਹੈ। ਜਿਵੇਂ ਇੰਟਰਵਿਊ ਤੋਂ ਪਹਿਲਾਂ ਤੁਸੀਂ ਦੱਸ ਰਹੇ ਸੀ ਜਾਂ ਹੁਣੇ ਵੀ ਤੁਸੀਂ ਗੱਲ ਕੀਤੀ ਆ ਕਿ 4th ਕਲਾਸ ਦੀਆਂ ਬੱਚੀਆਂ ਨੂੰ ਪੀਰੀਅਡਸ ਸ਼ੁਰੂ ਹੋ ਰਹੇ ਨੇਗੇ, ਇਹ ਕਿਉਂ ਹੋ ਰਿਹਾ? ਮੈਮ ਦੇਖੋ, ਮੇ ਬੀ ਤੁਸੀਂ ਮੈਨੂੰ ਕਹੋਗੇ ਇੱਕ ਥੋੜੀ ਕੰਜ਼ਰਵੇਟਿਵ ਸੋਚ ਹੈ ਜਾਂ ਕੁਝ ਵੀ ਹੈ, ਲੇਕਿਨ ਮੈਂ ਐਜ਼ ਅ ਮਦਰ, ਐਜ਼ ਅ ਲੇਡੀ ਤੁਹਾਨੂੰ ਇੱਕ ਗੱਲ ਸਮਝਾਉਣਾ ਚਾਹੁੰਦੀ ਹਾਂ ਕਿ ਹਰ ਐਜੂਕੇਸ਼ਨ ਦਾ ਇੱਕ ਏਜ ਹੁੰਦੀ ਹੈ। ਤੁਸੀਂ ਅੱਜ ਕੱਲ੍ਹ ਬਹੁਤ ਕਾਮਨ ਹੋ ਗਿਆ ਨਾ ਕਿ ਹਰ ਬੱਚੇ ਨੂੰ ਸੈਕਸ एजुकेशन देनी चाहिए है, नहीं। मैं कहती हूँ मैं इसके हक में नहीं हूँ। जिहदी जिन्नी एज है उन्होंने उस एज ते ही अवेयरनेस आनी जरूरी है। मैं तुहानूं एक एग्जाम्पल दिंदी हां जी, तुसीं एक टीवी एड बना दिंदे हो जी बच्चों नूं पैड दस्सण लई, तुसीं बच्चों नूं, मैं पिछे एक ऐड देखी, वो मदर अपने बेटे नाल आ रही है, उन्हें दस्सिया कि इस तरह मेरे क्लासमेट ना होया, उहदी मदर ने उन्होंने जाके सारा कुछ दस्सिया। तुसीं मैनूं ये दस्सो, तुसीं ऐड बनाउण लग्गिया ये रिस्पोंसिबल सी कि उहनूं 14 ਤੋਂ 15 साल का बच्चा देखेगा, उन्होंने 6 साल का बच्चा नहीं देख रहा, उन्होंने 5 साल का बच्चा नहीं देख रहा। थोड़ा जिहा तां तुसीं भी देखो ना कि जे सानू ये चीज़ां जिहड़ियां 17 साल ते पता लगियां सी, साडा नुकसान की होया।
ਤੁਸੀਂ ਚਾਹੁੰਦੇ ਹੋ, ਮੈਨੂੰ ਐਜੂਕੇਸ਼ਨ ਸਿਸਟਮ ਨਾਲ ਵੀ ਨਾਰਾਜ਼ਗੀ ਹੈ ਜੀ। ਰੀਜ਼ਨ ਕੀ ਹੈ ਕਿ ਉਹ ਚਾਹੁੰਦੇ ਆ ਕਿ ਬੱਚੇ ਨੇ ਨੀਟ ਦਾ ਪੇਪਰ ਦੇਣਾ, ਇਸ ਕਰਕੇ ਜੋ ਸਿਲੇਬਸ ਉਹਦਾ ਆਉਣਾ ਉਹ 7ਵੀਂ 'ਚ ਪੜ੍ਹਾਇਆ ਜਾਏ। ਕਿਉਂ ਪੜ੍ਹਾਇਆ ਜਾਏ? ਮੈਂ ਤੁਹਾਨੂੰ ਆਪਣਾ ਰੀਅਲ ਇੰਸੀਡੈਂਸ ਦੱਸਦੀ ਹਾਂ। ਮੇਰੀ ਬੇਟੀ ਨੇ ਪਿੱਛੇ ਬਾਇਓ ਦੀ ਆਪਣੀ ਬੁੱਕ ਪੜ੍ਹੀ ਔਰ ਉਹਨੇ ਮੈਨੂੰ ਆ ਕੇ, ਮੈਂ ਆਪਣੇ ਬੱਚਿਆਂ ਨੂੰ ਕਦੇ ਇਸ ਤਰ੍ਹਾਂ ਨਹੀਂ ਰੱਖਿਆ ਕਿ ਮੇਰੇ ਨਾਲ ਗੱਲ ਨਾ ਕਰਨ। ਕਹਿੰਦੀ ਮੰਮਾ ਮੈਂ ਨਾ ਅੱਜ ਪੜ੍ਹਿਆ ਔਰ ਉਹ ਪੜ੍ਹਦੇ ਮੈਨੂੰ ਔਕਵਰਡ ਲੱਗਿਆ। ਮੈਂ ਆਪਣੀ ਫਰੈਂਡ ਨਾਲ ਬੈਠ ਕੇ ਪੜ੍ਹਿਆ, ਉਹਦੇ 'ਚੋਂ ਦੱਸ ਰਹੇ ਸੀ ਕਿ ਬ੍ਰੈਸਟ ਇਨਲਾਰਜਮੈਂਟ ਹੋ ਜਾਂਦੀ ਆ, ਪਿਊਬਿਕ ਹੇਅਰ ਆ ਜਾਂਦੇ ਆ। ਤੁਸੀਂ ਇਹ ਦੇਖੋ ਕਿ ਜਿਹੜੇ ਬੱਚੇ ਨੂੰ 6th 7th 8th ਦੇ ਵਿੱਚ ਇਹ ਸਭ ਕੁਝ ਪੜ੍ਹਾਇਆ ਜਾ ਰਿਹਾ ਹੈ, ਇਸ ਤੋਂ ਇਲਾਵਾ ਬਹੁਤ ਕੁਝ ਹੈ। ਠੀਕ ਹੈ, ਤੁਸੀਂ ਜੇ ਤੁਸੀਂ ਉਹਨਾਂ ਨੂੰ ਉਸ ਚੀਜ਼ ਦੀ ਐਜੂਕੇਸ਼ਨ ਹੀ ਦੇਤੀ, ਅਵੇਅਰਨੈਸ ਦੇ ਦਿੱਤੀ, ਸਭ ਕੁਝ ਦੇ ਦਿੱਤਾ। ਵਿਸਪਰ ਅੱਜ ਕੱਲ੍ਹ ਕਿਹਨੂੰ ਨਹੀਂ ਪਤਾ, ਕਿਹੜੇ ਬੱਚੇ ਨੂੰ ਨਹੀਂ ਪਤਾ। ਬਿਲਕੁਲ ਠੀਕ ਹੈ, ਜਿਹੜੀ ਐਜੂਕੇਸ਼ਨ ਦੀ ਏਜ ਹੈ ਉਹਨੂੰ ਉਹੀ ਰੱਖੋ, ਬਿਲਕੁਲ ਥੋਪੋ ਨਾ। ਤੁਸੀਂ ਕਹਿੰਦੇ ਹੋ ਅਸੀਂ ਬੱਚਿਆਂ ਦੇ ਫਰੈਂਡ ਬਣਨਾ, ਤੁਸੀਂ ਗਾਈਡ ਬਣੋ ਨਾ। ਉਹਨੂੰ ਇੱਕ ਤਰੀਕੇ, ਜੋ ਐਜੂਕੇਸ਼ਨ ਉਹਨੂੰ ਜਿਸ ਏਜ ਤੇ ਦੇਣੀ ਚਾਹੀਦੀ ਹੈ ਤੁਸੀਂ ਉਹਨੂੰ ਉਦੋਂ ਦਿਓ। ਤੁਸੀਂ ਹਰ ਚੀਜ਼ ਉਹਨੂੰ ਦੱਸੋਗੇ, ਹਰ ਡਾਇਗਰਾਮ ਉਹਨਾਂ ਨੂੰ ਦਿਖਾਓਗੇ, ਉਹਨਾਂ ਦੀ ਕਿਉਰਿਓਸਿਟੀ। ਤੁਸੀਂ ਇੱਕ ਗੱਲ ਦੇਖੋ ਜੀ, ਤੁਸੀਂ ਅੱਜ ਦੀ ਡੇਟ 'ਚ ਆਨਲਾਈਨ ਬੱਚੇ ਪੜ੍ਹ ਰਹੇ ਆ, ਤੁਸੀਂ ਗੂਗਲ ਤੇ ਇੱਕ ਚੀਜ਼ ਕਹੋਗੇ ਉਹ 'ਚ 4 ਹੋਰ ਆਉਂਦੀਆਂ। ਇਹ ਹਾਰਮੋਨਲ ਇੰਬੈਲੈਂਸ ਕਰਤੀ ਹੈ। ਜੋ ਤੁਸੀਂ ਦੇਖਦੇ ਹੋ ਉਹ ਤੁਹਾਡੇ ਤੇ ਦਿਮਾਗ ਤੇ ਅਸਰ ਕਰਦਾ। ਠੀਕ ਹੈ, ਉਹੀ ਚੀਜ਼ ਜਿਹੜੀ ਹੈ, ਤੁਸੀਂ ਜਦੋਂ ਪਹਿਲਾਂ 10ਵੀਂ ਜਾਂ 11ਵੀਂ 'ਚ ਪੀਰੀਅਡਸ ਆਉਂਦੇ ਸੀ ਤਾਂ ਸ਼ਾਇਦ ਨਾਲ ਵਾਲੇ ਬੰਦੇ ਨੂੰ ਨਹੀਂ ਪਤਾ ਹੁੰਦਾ ਸੀ। ਹੁਣ ਇਹ ਹੈ ਕਿ ਜੇ ਕਿਸੇ ਦੇ ਘਰ 'ਚ ਵੱਡੇ ਸਿਸਟਰ ਨੂੰ ਵੀ ਪੀਰੀਅਡਸ ਆ ਰਹੇ ਤਾਂ ਛੋਟੇ ਨੂੰ ਉਹਦੇ ਬਾਰੇ ਪਤਾ ਹੈ ਜੀ। ਇਹ ਸਾਡੀ ਜ਼ਿਆਦਾ, ਔਰ ਮੈਨੂੰ ਸਭ ਤੋਂ ਜ਼ਿਆਦਾ ਜਿਸ ਤੋਂ ਮੈਂ ਨਾਰਾਜ਼ ਹਾਂ ਉਹ ਹੈ ਸਾਡੇ ਟੀਵੀ ਸੀਰੀਅਲ। ਸਭ ਕੁਝ ਦਿਖਾਇਆ ਜਾ ਰਿਹਾ ਜੀ ਉਹਦੇ 'ਚ, ਸਭ ਕੁਝ। आप क्यों दिखा रहे हो कि एक कोई गलत रिलेशंस हैं या एक्स्ट्रा मैरिटल अफेयर हैं या इन्हां चीज़ों ਨੂੰ ਤੁਸੀਂ ਕਿਉਂ? ਤੁਸੀਂ ਰਾਤ ਨੂੰ 6-7 ਵਜੇ ਤੋਂ ਬਾਅਦ ਟੀਵੀ ਲਗਾ ਕੇ ਦੇਖ ਲਓ, ਤੁਸੀਂ ਇੱਕ ਪ੍ਰੋਗਰਾਮ ਦੱਸ ਦਿਓ ਕਿ ਜਿਹੜਾ ਬੱਚਾ ਦੇਖ ਸਕਦਾ। ਬਿਲਕੁਲ ਸਹੀ। ਇੱਕ ਪ੍ਰੋਗਰਾਮ। ਮੇਰੇ ਖਿਆਲ 'ਚ ਕੌਣ ਬਣੇਗਾ ਕਰੋੜਪਤੀ ਹੈ। ਸਾਡੇ ਟਾਈਮ 'ਚ ਦੇਖੋ ਸਾਰੇ ਅੱਛੇ ਪ੍ਰੋਗਰਾਮ ਸੀ। ਇੱਕ ਅੱਧੀ ਮੂਵੀ ਆਉਂਦੀ ਸੀ, ਅਸੀਂ ਸਾਰੇ ਮਿਲ ਕੇ ਬੈਠ ਕੇ ਦੇਖ ਲੈਂਦੇ ਸੀ। ਠੀਕ ਹੈ, ਤੁਸੀਂ ਕੋਈ ਇੱਕ ਸੀਰੀਅਲ ਐਸਾ ਦਿਖਾ ਦਿਓ ਜਿਹਦੇ ਵਿੱਚ ਸੱਸ ਨੂੰ ਲੜਾਈ ਜਾਂ ਹਸਬੈਂਡ ਵਾਈਫ ਦਾ ਅਫੇਅਰ ਜਾਂ ਉਹੀ ਚੀਜ਼ਾਂ ਕਿਉਂ ਬੱਚੋਂ को इन्हीं, मतलब ਅਸੀਂ ਬੱਚਿਆਂ ਨੂੰ ਇੰਡਲਜ ਇਹਨਾਂ ਚੀਜ਼ਾਂ 'ਚ ਕਰ ਰਹੇ ਹੈ ਨਾ। ਸੈਕਸ ਐਜੂਕੇਸ਼ਨ ਦੀ ਜ਼ਰੂਰਤ ਹੈ, ਲੇਕਿਨ ਜਿਹੜੀ ਐਜੂਕੇਸ਼ਨ ਦੀ ਪਹਿਲਾਂ ਜ਼ਰੂਰਤ ਹੈ ਉਸੇ ਟਾਈਮ ਠੀਕ ਹੈ। ਜੇ ਤੁਸੀਂ ਕਹੋ ਕਿ ਅਸੀਂ ਸਾਰਾ ਕੁਝ ਅੱਜ ਹੀ ਦੱਸ ਦੇਣਾ, ਤੁਸੀਂ ਆਪਣੇ ਬੱਚੇ ਦਾ ਨੁਕਸਾਨ ਕਰ ਰਹੇ ਹੋ ਔਰ ਹੋ ਰਿਹਾ। ਮੈਂ ਤੁਹਾਨੂੰ ਦੱਸਦੀ ਹਾਂ ਜੀ, ਮੇਰੇ ਕੋਲ ਇੱਕ ਇਨਸੀਡੈਂਟ ਸੀ। ਇੱਕ ਪੇਰੈਂਟਸ ਆਏ ਮੇਰੇ ਕੋਲ, ਉਹਨਾਂ ਦੀ ਬੇਟੀ ਸੀ 5th ਕਲਾਸ 'ਚ, ਉਹਦੇ ਪੀਰੀਅਡ ਸਟਾਰਟ ਹੋ ਗਿਆ। ਉਹ ਇੰਨੇ ਹਾਈਪਰ ਕਿ ਬੱਚਾ ਰੋਣ ਲੱਗ ਗਿਆ। ਇਹਦੇ ਪੀਰੀਅਡਸ ਕਿਉਂ ਆ ਗਏ? ਇਹਨੂੰ ਬੰਦ ਕਰ ਦਿਓ, ਇਹ ਸੰਭਾਲ ਨਹੀਂ ਸਕਦੀ, ਇਹਨੂੰ ਬੰਦ ਕਿੱਦਾਂ ਕੀਤਾ ਜਾ ਸਕਦਾ? ਫਿਰ ਮੈਂ ਉਹਨਾਂ ਨੂੰ ਆਰਾਮ ਨਾਲ ਸਮਝਾਇਆ। ਮੈਂ ਕਿਹਾ ਮੈਨੂੰ ਕੰਸਲਟੇਸ਼ਨ ਨਾ ਦਿਓ। ਫਿਰ ਮੈਂ ਬੱਚੇ ਨੂੰ ਹੱਗ ਕੀਤਾ। ਮੈਂ ਕਿਹਾ ਬੇਟੇ ਤੈਨੂੰ ਕਦੇ ਵੀ ਲੋੜ ਹੋਏ ਮੈਨੂੰ ਫੋਨ ਕਰੀ। ਤੁਸੀਂ ਕਿਉਂ ਇੰਨਾ ਹਾਈਪਰ ਹੋ ਰਹੇ ਹੋ ਜਦ ਕਿ ਤੁਸੀਂ ਉਹਨੂੰ ਕਦੇ ਮਤਲਬ ਤੁਸੀਂ ਆਪਣਾ ਟਾਈਮ ਨਾ ਦੇ ਕੇ ਉਹਨੂੰ ਮੋਬਾਈਲ ਦਿੱਤਾ। ਬਿਲਕੁਲ ਸਹੀ। ਤੁਸੀਂ ਟਾਈਮ ਦਿੰਦੇ ਉਹਨੂੰ, ਠੀਕ ਹੈ, ਤੁਸੀਂ ਮੋਬਾਈਲ ਦਿੰਦੇ ਹੋ, ਉਹ ਸਭ ਕੁਝ ਦੇਖਦੇ ਆ। ਔਰ ਉਸ ਤੋਂ ਵੀ ਵੱਧ ਜਿਹੜਾ ਹੈ ਅਡਲਟ੍ਰੇਸ਼ਨ। ਤੁਹਾਨੂੰ ਨਹੀਂ ਪਤਾ ਤੁਹਾਡਾ ਬੱਚਾ ਜਿਹੜਾ ਫਰੂਟ ਖਾ ਰਿਹਾ, ਜਿਹੜਾ ਸਬਜ਼ੀਆਂ ਖਾ ਰਿਹਾ, ਉਹਦੇ 'ਚ ਕਿੰਨੇ ਪੈਸਟੀਸਾਈਡਸ ਇਨਵੋਲਵ ਹੈ, ਕਿੰਨਾ ਕੁਝ ਇਨਵੋਲਵ ਹੈ। ਉਹ ਹਾਰਮੋਨਲ ਚੇਂਜਸ ਉਹਦੇ ਨਾਲ ਆ ਰਹੇ। ਬੱਚਾ ਐਕਟੀਵਿਟੀ ਕੀ ਕਰ ਰਿਹਾ? ਕੁਝ ਵੀ ਨਹੀਂ। ਨਾ ਤੁਸੀਂ ਸਪੋਰਟਸ 'ਚ ਪਾਉਂਦੇ ਹੋ, ਨਾ ਤੁਸੀਂ ਟਾਈਮ ਦਿੰਦੇ ਹੋ, ਨਾ ਬੱਚਾ ਡਾਂਸ ਕਰ ਰਿਹਾ। ਤੁਸੀਂ ਨਾ ਪੇਂਟਿੰਗ ਨਹੀਂ ਕਰ ਰਹੇ। ਅੱਜ ਕੱਲ੍ਹ ਬੱਚੇ ਕੀ ਕਰ ਰਹੇ ਆ? ਸਿਰਫ ਟੀਵੀ ਦੇਖ ਰਹੇ ਆ, ਮੋਬਾਈਲ ਦੇਖ ਰਹੇ ਆ, ਹਰ ਤਰ੍ਹਾਂ ਦੀ ਗੇਮ ਔਰ ਹਰ ਤਰ੍ਹਾਂ ਦਾ ਕੰਟੈਂਟ ਦੇਖ ਰਹੇ ਆ ਜਿਹੜਾ ਉਹਨਾਂ ਨੂੰ ਨਹੀਂ ਦੇਖਣਾ ਚਾਹੀਦਾ। ਇਹੀ ਬੇਸਿਕ ਰੀਜ਼ਨ ਹੈ। ਠੀਕ ਹੈ, ਉਹਨਾਂ ਚੀਜ਼ਾਂ ਤੋਂ ਮੈਂ ਤੁਹਾਨੂੰ ਇਹੀ ਕਹਿ ਰਹੀ ਕਿ ਇਸ ਚੀਜ਼ ਨੂੰ ਹੁਣ ਅਸੀਂ ਰੋਕ ਤਾਂ ਨਹੀਂ ਸਕਦੇ, ਲੇਕਿਨ ਹਾਂ ਇਹ ਅਵੇਅਰਨੈਸ ਕਰ ਸਕਦੇ ਹਾਂ ਕਿ ਈਜ਼ਲੀ ਹਾਈਪਰ ਨਾ ਹੋ। ਉਹਨਾਂ ਦੇ ਫਟਾਫਟ ਅਲਟਰਾਸਾਊਂਡ ਲਈ ਨਾ ਭੱਜੋ। ਇਹ ਨਾ ਤੁਸੀਂ ਗਾਇਨੋਕੋਲੋਜਿਸਟ ਦੇ ਕੋਲ ਜਾਂਦੇ ਹੋ, ਉਹਨੂੰ ਪ੍ਰੈਸ਼ਰਾਈਜ਼ ਨਾ ਕਰੋ, ਉਹਦੀ ਗੱਲ ਸੁਣੋ। ਬਿਲਕੁਲ, ਕਿ ਉਹ ਤੁਹਾਨੂੰ ਦੱਸ ਰਿਹਾ ਨਾਰਮਲ ਹੈ। ਠੀਕ ਹੈ, ਹਾਂ ਇਹਨੂੰ ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ ਕਿ ਸ਼ਾਇਦ ਮੈਂ ਇਹ ਵੀ ਇਸ ਮਾਧਿਅਮ ਰਾਹੀਂ ਦੱਸਣਾ ਚਾਹੁੰਦੀ ਹਾਂ ਕਿ ਜੇ ਕਿਸੇ ਬੱਚੇ ਦੇ 5, 6 ਜਾਂ 8 ਸਾਲ 'ਤੇ ਪੀਰੀਅਡ ਸਟਾਰਟ ਹੁੰਦੇ, 8 ਤੋਂ ਅੱਜ ਕੱਲ੍ਹ ਹੋ ਰਿਹਾ, ਤਾਂ ਉਹ ਪੀਰੀਅਡ ਸ਼ਾਇਦ ਉਹਦੇ ਰੈਗੂਲਰ ਆਉਣ, ਸ਼ਾਇਦ ਉਹ ਬੰਦ ਹੋ ਜਾਣ ਇੱਕ ਵਾਰ ਆ ਕੇ। 6 ਮਹੀਨੇ ਬਾਅਦ ਵੀ ਆ ਸਕਦੇ, ਮਹੀਨੇ ਬਾਅਦ ਵੀ ਆ ਸਕਦੇ ਆ। ਤਾਂ ਉਸ ਚੀਜ਼ ਨੂੰ ਹਾਈਪਰ ਨਹੀਂ ਕਰਨਾ। ਠੀਕ ਹੈ, ਜਿਸ ਤਰ੍ਹਾਂ ਅਸੀਂ ਨਾਰਮਲੀ ਆਪਾਂ ਕਹਿੰਦੇ ਹਾਂ ਨਾ, ਇੱਕ ਸੀਡ 'ਚੋਂ ਸੀਡਲਿੰਗ ਨਿਕਲਦਾ ਜਾਂ ਇੱਕ ਪੌਦਾ ਬਣਦਾ, ਤਾਂ ਕਦੇ ਥੋੜ੍ਹਾ ਨਿਕਲੇਗਾ, ਕਦੇ ਜ਼ਿਆਦਾ ਨਿਕਲੇਗਾ। ਜਦੋਂ ਅਸੀਂ ਛੋਟੇ ਹੁੰਦੇ ਸੀ ਇੱਕ ਐਡ ਆਉਂਦੀ ਸੀਗੀ ਨਾ,
ਕਿ ਮਾਲੀ ਸਿੰਚੇ ਸੌ ਘੜਾ ਰਿਤੂ ਆਏ ਫਲ ਹੋਤ, ਤਾਂ ਜਿੱਦਾਂ ਉਹਦੀ ਓਵਰੀਜ਼ ਨੇ ਐਕਟੀਵੇਟ ਹੋਣਾ ਉਹਨਾਂ ਨੇ ਉਦੋਂ ਹੀ ਪੀਰੀਅਡਸ ਰੈਗੂਲੇਟ ਕਰਨੇ। ਜਿਸ ਬੱਚੇ ਦੇ 8th ਜਾਂ 9th ਈਅਰ ਤੇ ਪੀਰੀਅਡ ਸਟਾਰਟ ਹੋ ਗਏ, ਮੇਬੀ ਉਹ ਜਾ ਕੇ 14 ਤੇ ਰੈਗੂਲਰ ਹੋਣ। ਤੁਹਾਨੂੰ ਥੋੜਾ ਬੱਚੇ ਨੂੰ ਅਵੇਅਰ ਰੱਖਣਾ ਪੈ ਸਕਦਾ ਕਿ ਸ਼ਾਇਦ ਇਹ 14-15 ਦਿਨ ਵੀ ਚੱਲ ਸਕਦੀ ਹੈ, 2 ਮਹੀਨੇ ਬਾਅਦ ਵੀ ਆ ਸਕਦੇ ਆ। ਇਹ ਤੁਹਾਡਾ ਹਾਰਮੋਨਲ ਇੰਬੈਲੈਂਸ ਹੈ, ਇਹਦੇ ਲਈ ਘਬਰਾਉਣਾ ਨਹੀਂ। ਬੱਚੇ ਨੂੰ ਐਕਟਿਵ ਰੱਖਣਾ, ਉਹਨੂੰ ਫਰੂਟਸ ਜ਼ਿਆਦਾ ਦੇਣੇ ਆ, ਉਹਨੂੰ ਸਪਲੀਮੈਂਟ ਜੇ ਬੱਚੇ ਦਾ ਆਇਰਨ ਘੱਟ ਹੈ, ਨਹੀਂ ਤਾਂ ਮੈਂ ਤਾਂ ਨਹੀਂ ਰਿਕਮੈਂਡ ਕਰਦੀ। ਮੈਂ ਕਹਿੰਦੀ ਹਾਂ ਤੁਹਾਡੇ ਘਰ 'ਚ ਹੀ ਬਹੁਤ ਕੁਛ ਠੀਕ ਹੈ। ਉਹਨੂੰ ਆਪਣਾ ਫਰੂਟਸ ਜਿੰਨਾ ਹੋ ਸਕਿਆ, ਸੇਬ ਹੋ ਗਿਆ, ਅੱਜ ਕੱਲ੍ਹ ਗਾਜਰ ਬਹੁਤ ਅੱਛੀ ਹੈ, ਪਾਲਕ ਬਹੁਤ ਅੱਛੀ ਹੈ, ਬੱਚਿਆਂ ਨੂੰ ਇਹਦੀ ਆਦਤ ਪਾਓ, ਦੁੱਧ ਦੀ ਆਦਤ ਪਾਓ, ਸਾਈਕਲਿੰਗ ਕਰਾਓ। ਔਰ ਇੱਕ ਹੋਰ ਮਿਥ ਕਿ ਪੀਰੀਅਡਸ ਆਉਣ ਤੋਂ ਬਾਅਦ ਹਾਈਟ ਨਹੀਂ ਵੱਧਦੀ, ज़्यादा डरते इस करके पेरेंट्स के पीरियड्स आ गए हुणे दी हाइट नहीं ਵਧਣੀ। नहीं, पीरियड्स आने तो बाद भी 3 to 4 इंचेस हो सकता जे तुसी ਉਹਨੂੰ एक्टिव रखोगे ਬੱਚੇ ਨੂੰ। ठीक है, ਉਹਨੂੰ एटलीस्ट वॉक या रनिंग या साइकलिंग करवाओ, स्विमिंग करवा सकते हो, कोई गेम ज्वाइन करवा सकते हो, लटकन वाली एक्सरसाइज करवा सकते हो, कैल्शियम एडिक्वेट दे सकते हो। ठीक है, वो भी ਤੁਹਾਡੇ ਘਰ 'ਚ ਹੀ ਹੈ कैल्शियम, कोई सप्लीमेंट देने की जरूरत नहीं, ਉਹਨੂੰ 2 टाइम ਦੁੱਧ ਦਿਓ। बिल्कुल ठीक है, पनीर दिओ, कर्ड दिओ, दही दिओ, तुहाडे घर च सब कुछ मौजूद है, कुछ नहीं उन्होंने बाहर देने की जरूरत। इहदे नाल ही बच्चा अच्छा ग्रो भी करेगा, क्योंकि उन्हें ही अगे संभालना। बिल्कुल, उन्हें ही संभालना, चाहे वो कॉलेज जाए, चाहे कोई ऑफिसर बने, चाहे उन्हें अगे फैमिली करनी है। तुसी हजे तो ही उन्होंने डोमीनेट करन लग जाओगे कि गलत हो गया तेरे नाल, कुछ गलत नहीं होया जी। बिल्कुल। तो एक PCOD मैं चाਹੁੰਦੀ ਹਾਂ ਕਿ ਇੱਕ ਬਹੁਤ ਹੀ ਸਰਲ ਭਾਸ਼ਾ ਦੇ ਵਿੱਚ ਤੁਸੀਂ ਉਹਨਾਂ ਨੂੰ, ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸੋ, ਕਿਉਂਕਿ ਆਪਣਾ ਕੰਟੈਂਟ ਹਰ ਤਰ੍ਹਾਂ ਦੀ ਆਡੀਅנס ਦੇਖਦੀ ਹੈ ਹੈ ਨਾ। ਹੋ ਸਕਦਾ ਕਿ ਬਹੁਤ ਪੜ੍ਹਿਆ ਲਿਖਿਆ ਵੀ ਦੇਖੇ, ਹੋ ਸਕਦਾ ਕਿ ਮੇਰੀ ਮਾਂ ਵਰਗਾ ਕੋਈ ਪਿੰਡ 'ਚ ਘੱਟ ਪੜ੍ਹਿਆ ਲਿਖਿਆ ਵੀ ਇਸ ਇੰਟਰਵਿਊ ਨੂੰ ਦੇਖ ਰਿਹਾ ਹੋਵੇ। PCOD ਅਤੇ ਉਸ ਤੋਂ ਬਾਅਦ PCOS ਬਾਰੇ ਅਸੀਂ ਬਹੁਤ ਜ਼ਿਆਦਾ ਸੁਣ ਰਹੇ ਹਾਂ ਅੱਜ ਕੱਲ੍ਹ, ਹੈ ਨਾ। ਇਹ ਦੋਵੇਂ ਚੀਜ਼ਾਂ ਕੀ ਨੇਗੀਆਂ ਅਤੇ ਇਹਨਾਂ ਦੇ ਕਾਰਨ ਕੀ ਹੁੰਦੇ ਨੇ? PCOD और PCOS च बहुत थोड़ा फर्क है। PCOD जी चीज़ है वो ज़्यादा घबराने की चीज़ नहीं है, पर अज की डेट च 10 चों 8 पेशेंट नूं हो रहा, लड़कियां नूं हो रहा। अच्छा। और PCOS जिहड़ा है उहदे लई सानूं थोड़ा मैडिकल वल ध्यान देना पैंदा है। PCOD दा बड़ा सीधी जी भाषा च है कि साडी एक हुंदी है बच्चेदानी, एक हुंदी है अंडेदानी। अच्छा। जिहड़ी अंडेदानी है उहदा काम है अंडे प्रोड्यूस करना, जिहदे नाल बच्चा हुंदा। ਉਹ ਜਨਰਲੀ 2 ਜਾਂ 3 ਅੰਡੇ ਜਿਹੜਾ ਹੈ ਉਹ ਪ੍ਰੋਡਿਊਸ ਕਰਦੇ ਆ। ਇਹਦੇ ਵਿੱਚ ਇਹ ਹੁੰਦਾ ਕਿ ਜਦੋਂ ਸਾਡਾ ਰਹਿਣ ਸਹਿਣ ਠੀਕ ਨਹੀਂ ਹੁੰਦਾ, ਖਾਣ ਪਾਣ ਠੀਕ ਨਹੀਂ ਹੁੰਦਾ, ਬੱਚੇ ਦਾ ਵਜ਼ਨ ਵਧਣਾ ਸ਼ੁਰੂ ਹੋ ਜਾਂਦਾ, ਉਹਦੇ ਨਾਲ ਜਿਹੜੀ ਉਹ ਅੰਡੇਦਾਨੀ ਹੈ ਉਹ ਬਹੁਤ ਸਾਰੇ ਐਗ ਬਣਾਉਣ ਲੱਗ ਜਾਂਦੀ ਹੈ। ਛੋਟੇ ਛੋਟੇ ਇੱਕ ਸਕਸੈਸਫੁਲ ਐਗ ਨਹੀਂ ਬਣਾਉਂਦੀ ਜਾਂ 2 ਸਕਸੈਸਫੁਲ ਨਹੀਂ, ਉਹ ਜਿਹੜੇ ਛੋਟੇ ਆ ਉਹਨਾਂ ਨੂੰ ਆਪਾਂ ਪਰਲ ਨੈਕਲੈਸ ਦੀ ਤਰ੍ਹਾਂ ਇੱਕ ਤੁਸੀਂ ਅਲਟਰਾਸਾਊਂਡ ਵੀ ਦੇਖੋਗੇ, ਉਹ ਛੋਟੇ ਐਗ ਹੁੰਦੇ ਆ। ਉਹ ਛੋਟੇ ਐਗ ਉਸ ਕੋਈ ਕੰਮ ਨਹੀਂ ਕਰਦੇ ਜੋ ਇੱਕ ਫੁੱਲ ਐਗ ਨੇ ਕਰਨਾ ਹੁੰਦਾ, ਜਿਹਦੇ ਕਰਕੇ ਕਿ ਉਹ ਬੱਚੇ ਨੂੰ ਜਦੋਂ ਐਗ ਰਪਚਰ ਹੁੰਦਾ ਉਸ ਤੋਂ 14 ਦਿਨਾਂ ਬਾਅਦ ਪੀਰੀਅਡਸ ਆਉਂਦੇ। ਜਦੋਂ ਛੋਟਾ ਐਗ ਬਣੇਗਾ ਉਹ ਰਪਚਰ ਹੀ ਨਹੀਂ ਹੁੰਦਾ, ਇਸ ਕਰਕੇ ਪੀਰੀਅਡਸ ਆਉਂਦੇ ਹੀ ਨਹੀਂ 2-2 3-3 ਮਹੀਨੇ, ਕਿਉਂਕਿ ਤਾਂ ਐਗ ਹੀ ਨਹੀਂ ਬਣਿਆ ਹੁੰਦਾ। ਤਾਂ PCOD ਜਿਹੜੀ ਮੇਨ ਪ੍ਰੋਬਲਮ ਹੈ ਉਹਦਾ ਸਭ ਤੋਂ ਵੱਡਾ ਰੀਜ਼ਨ ਜਿਹੜਾ ਹੈ ਉਹ ਇੱਕ ਤਾਂ ਤੁਹਾਡਾ ਲਾਈਫ ਸਟਾਈਲ ਇਸ ਕਰਕੇ ਕਿ ਅੱਜ ਦੀ ਡੇਟ 'ਚ ਹਰ ਬੱਚਾ, ਮੇਰੇ ਕੋਲ ਪਿੱਛੇ ਵੀ ਇੱਕ ਬੱਚੀ ਆਈ ਸੀ, ਉਹ ਕਹਿੰਦੀ ਕਿ ਮੈਡੀਸਨ ਦੇ ਦਿਓ। ਮੈਂ ਕਿਹਾ ਪਹਿਲਾਂ ਲਾਈਫ ਸਟਾਈਲ ਠੀਕ ਕਰੋ। ਮੈਂ ਕਿਹਾ ਬੇਟਾ ਜੀ ਉੱਠਦੇ ਕਿੰਨੇ ਵਜੇ? 9:30 ਵਜੇ। ਜੇ ਆਪਾਂ 9:30 ਵਜੇ ਉੱਠੇ ਹਾਂ ਤਾਂ ਤੁਸੀਂ ਇਹ ਦੇਖੋ ਕਿ ਸਾਡੀ ਬਾਡੀ ਨੇ ਕੋਈ ਇੱਕ ਬਣਾਇਆ ਨਾ ਸਰਕਲ ਕਿ ਐਟਲੀਸਟ 5:30 ਨਹੀਂ ਤਾਂ 6 ਇੰਨੇ ਵਜੇ ਤਾਂ ਉੱਠੋ ਬੇਟਾ। ਠੀਕ ਹੈ, ਉਸ ਟਾਈਮ ਤੁਸੀਂ ਵਾਸ਼ਰੂਮ ਜਾਣਾ ਹੈ, ਤੁਸੀਂ ਫਰੈਸ਼ ਹੋਣਾ, ਉਹ ਸਾਰਾ ਜਿਹੜਾ ਗੰਦ ਹੈ ਜਾਂ ਜੋ ਚੀਜ਼ ਹੈ ਉਹ 10 ਵਜੇ ਤੱਕ ਤੁਹਾਡੀ ਬਾਡੀ 'ਚ ਹੈ। ਟੌਕਸਿਨ ਵੀ ਦੇਗੀ, ਸਭ ਕੁਛ ਦੇਗੀ। ਔਰ ਤੁਸੀਂ ਖਾਣਾ ਕਿੰਨੇ ਵਜੇ ਖਾ ਰਹੇ ਹੋ? ਨਾਸ਼ਤਾ ਕਰ ਰਹੇ ਹੋ 10-11 ਵਜੇ। ਫਿਰ ਤੁਸੀਂ ਕਹਿੰਦੇ ਹੋ ਅਸੀਂ ਡਾਈਟਿੰਗ ਕਰ ਰਹੇ ਹਾਂ ਜੀ, ਦੁਪਹਿਰ ਦਾ ਖਾਣਾ ਹੀ ਨਹੀਂ ਖਾਇਆ। ਫਿਰ ਅਸੀਂ ਰਾਤ ਦਾ ਖਾਣਾ ਖਾ ਰਹੇ ਹਾਂ TV ਦੇ ਅੱਗੇ ਬੈਠ ਕੇ, ਵॉक ਕੀ ਹੋਈ? ਕੁਛ ਵੀ ਨਹੀਂ ਹੋਈ। ਔਰ ਰਾਤ ਨੂੰ ਤੁਸੀਂ 2-2 ਵਜੇ ਤੱਕ ਮੋਬਾਈਲ ਦੇਖ ਰਹੇ ਹੋ। ਤਾਂ ਬਾਡੀ ਹੈ, ਬਾਡੀ ਰਿਸਪੌਂਡ ਕਰੇਗੀ। ਬਿਲਕੁਲ, ਹੈ ਨਾ। ਉਹ ਬਾਡੀ ਇਸੇ ਤਰੀਕੇ ਨਾਲ ਤੁਹਾਡੇ ਹਾਰਮੋਨਲ ਇੰਬੈਲੈਂਸ ਹੁੰਦੇ। ਜਦੋਂ ਤੁਹਾਡਾ ਦੇਖੋ ਇਹ ਵਿਸ਼ੀਅਸ ਸਾਈਕਲ ਹੁੰਦਾ, ਜਦੋਂ weight ਵੱਧਦਾ ਤਾਂ PCOD ਹੁੰਦਾ, ਔਰ PCOD ਹੁੰਦੀ ਹੈ ਤਾਂ weight ਹੋਰ ਵੱਧਦਾ। ਅੱਛਾ, ਹਾਂ। ਤਾਂ ਇਸ ਕਰਕੇ ਔਰ ਉਸ ਤੋਂ ਵੀ ਵੱਡਾ ਰੀਜ਼ਨ ਹੈ ਜਿਹੜਾ ਅੱਜ ਕੱਲ੍ਹ ਅਸੀਂ ਜੰਕ ਫੂਡ ਖਾਣ ਲੱਗ ਗਏ। ਜਿੰਨਾ ਤੁਸੀਂ ਮੈਦਾ, ਜਿੱਦਾਂ ਪੀਜ਼ਾ, ਬਰਗਰ, ਨੂਡਲਸ, ਚੌਮਿਨਸ, ਬ੍ਰੈਡ, ਜਿੰਨਾ ਸਾਡੀ ਇਹਨਾਂ ਨੇ ਇਸ ਚੀਜ਼ ਨੂੰ ਲੈ ਲਿਆ ਸਾਡੀ ਰਸੋਈ 'ਚ ਜਗ੍ਹਾ, ਉਹ ਸਭ ਤੋਂ ਜ਼ਿਆਦਾ ਖਰਾਬ।
ਆਪਾਂ ਹੈਲਦੀ ਤਾਂ ਖਾ ਹੀ ਨਹੀਂ ਰਹੇ। ਬਿਲਕੁਲ ਠੀਕ ਹੈ, ਉਹ ਚੀਜ਼ਾਂ ਜਿਹੜੀਆਂ ਆ ਉਹ ਤੁਹਾਡਾ weight gain ਕਰਵਾਉਂਦੀਆਂ, ਔਰ weight gain ਕਰਵਾਉਂਦੀਆਂ ਤਾਂ ਹਾਰਮੋਨਸ ਡਿਸਟਰਬ ਹੁੰਦੇ ਆ, ਹਾਰਮੋਨ ਡਿਸਟਰਬ ਹੁੰਦੇ ਆ ਤਾਂ ਯੂ ਲੀਡ ਟੂ ਦ PCOD। ਫਿਰ ਤੁਸੀਂ ਇੱਕ ਲੰਬੇ ਚੱਕਰ 'ਚ ਫਸ ਜਾਂਦੇ ਹੋ ਕਿ ਜਦੋਂ ਬਾਲ ਆਉਣੇ ਸ਼ੁਰੂ ਹੋ ਜਾਂਦੇ। ਰੀਜ਼ਨ ਕੀ ਹੈ ਕਿ ਜਿਹੜੇ ਓਵਰੀਜ਼ ਹੈ ਇਹਨਾਂ ਨੇ ਤੁਹਾਡੀ ਬਾਡੀ ਦੇ ਵਿੱਚ ਹਾਰਮੋਨ ਸਿਕਰੀਟ ਕਰਨੇ ਹੁੰਦੇ ਆ ਜੋ ਲੇਡੀਜ਼ 'ਚ ਹੋਣੇ ਚਾਹੀਦੇ। ਜਦੋਂ ਨਹੀਂ ਸਿਕਰੀਟ ਹੁੰਦੇ ਤਾਂ ਤੁਹਾਡੀ ਬਾਡੀ 'ਚ ਮੇਲ ਹਾਰਮੋਨ ਵੱਧ ਜਾਂਦੇ। ਓਕੇ, ਟੈਸਟੋਸਟੀਰੋਨ ਵੱਧ ਜਾਂਦਾ। ਜਿਹੜਾ ਟੈਸਟੋਸਟੀਰੋਨ ਜਦੋਂ ਵੱਧਦਾ ਤਾਂ ਉਹਦੇ ਚਿੰਨ ਤੇ ਵਾਲ ਆਣੇ ਸ਼ੁਰੂ ਹੋ ਜਾਂਦੇ ਆ ਜੀ। ਠੀਕ ਹੈ, ਨੈਕ ਕਾਲੀ ਹੋਣੀ ਸ਼ੁਰੂ ਹੋ ਜਾਂਦੀ ਹੈ, ਆਰਮਪਿਟ ਦੇ ਬਲੈਕਨੈਸ ਆਣੀ ਸ਼ੁਰੂ ਹੋ ਜਾਂਦੀ ਹੈ। ਠੀਕ ਹੈ, ਇਹ ਸਾਰੇ ਇੰਡੀਕੇਸ਼ਨ ਹੈ। ਜੇ ਤੁਹਾਡਾ ਬੱਚਾ ਓਬੀਜ਼ ਹੈ ਐਜ਼ ਵੈਲ ਐਜ਼ ਉਹਦੀ ਨੈਕ ਤੇ ਵੀ ਤੁਹਾਨੂੰ ਲੱਗਦਾ ਕਿ ਬਲੈਕਨੈਸ ਜ਼ਿਆਦਾ ਆ ਰਹੀ ਹੈ ਤਾਂ ਉਹ PCOD 'ਚ ਲੀਡ ਕਰ ਰਿਹਾ, ਜਾਂ ਚਿੰਨ ਤੇ ਵਾਲ ਆਣਾ। ਠੀਕ ਹੈ, ਉਹ ਚੀਜ਼ਾਂ ਜਿਹੜੀਆਂ ਉਹ ਟੈਸਟੋਸਟੇਰੋਨ ਲੈਵਲ ਵਧਾਉਂਦੀਆਂ। ਜਦੋਂ ਟੈਸਟੋਸਟੇਰੋਨ ਲੈਵਲ ਵਧੇਗਾ ਉਹਨੇ ਫੀਮੇਲ ਹਾਰਮੋਨ ਜਿੱਦਾਂ ਕਿ ਐਸਟ੍ਰੋਜਨ ਪ੍ਰੋਜੈਸਟਰੋਨ ਨੂੰ ਕੰਮ ਨਹੀਂ ਕਰਨ ਦੇਣਾ। ਇਸ ਕਰਕੇ PCOD ਦੀ ਪ੍ਰੋਬਲਮ ਵੱਧ ਰਹੀ ਹੈ। ਔਰ ਉਹਦੇ ਲਈ ਵੀ ਮੈਂ ਨਹੀਂ ਚਾਹੁੰਦੀ ਕਿ ਬੱਚੇ ਕਿਸੇ ਮੈਡੀਸਨ 'ਚ ਫਸਣ। ਪਹਿਲਾਂ ਆਪਣਾ ਲਾਈਫ ਸਟਾਈਲ ਠੀਕ ਕਰੋ। ਜੇ ਤੁਸੀਂ, ਮੈਂ ਤਾਂ ਆਪ ਹੀ ਕਹਿ ਰਹੀ ਹਾਂ, ਜੇ ਤੁਸੀਂ ਸਵੇਰੇ 5 ਵਜੇ ਵਾਕ ਤੇ ਨਹੀਂ ਜਾ ਸਕਦੇ ਤਾਂ ਡਾਕਟਰ ਕੋਲ ਨਾ ਜਾਓ। ਨਾ ਜਾਓ। ਤੁਸੀਂ ਡਾਕਟਰ ਨੂੰ ਕਹੋਗੇ ਤੁਸੀਂ 3 ਮਹੀਨੇ ਟ੍ਰੀਟਮੈਂਟ ਦਿੱਤਾ, ਅਸੀਂ ਠੀਕ ਨਹੀਂ ਹੋਏ, ਤੁਸੀਂ ਹੋਣਾ ਨਹੀਂ ਨਾ ਠੀਕ। ਕਿਉਂਕਿ ਤੁਸੀਂ ਆਪਣੀ ਬਾਡੀ ਨੂੰ ਕਹਿੰਦੇ ਹੋ ਕਿ ਅਸੀਂ ਤੈਨੂੰ ਬਾਹਰੋਂ ਹਾਰਮੋਨ ਦੇ ਦਾਂਗੇ, ਲੇਕਿਨ ਤੁਸੀਂ ਇੱਕ ਸਿੰਪਲ ਗੱਲ ਸਮਝੋ, ਜੇ ਤੁਸੀਂ ਇੱਥੇ ਇੰਡੀਆ 'ਚ ਰਹਿ ਰਹੇ ਹੋ, ਠੀਕ ਹੈ, ਜੇ ਤੁਸੀਂ ਅਬਰੋਡ ਜਾਂਦੇ ਹੋ ਤੁਹਾਡੀ ਬਾਡੀ ਨੂੰ ਇੱਕਦਮ ਸਰਕਲ ਘੁੰਮ ਜਾਂਦਾ ਨਾ ਜੀ, ਕਿ ਉੱਥੇ ਦਿਨ ਸੀ ਹੁਣ ਰਾਤ ਹੈ, ਬਾਡੀ ਰਿਸਪੌਂਡ ਨਹੀਂ ਕਰਦੀ। ਬਿਲਕੁਲ ਠੀਕ ਹੈ, ਉਹੀ ਬਾਡੀ ਹੈ ਜਿਹਨੇ ਇੱਕ ਅਲਾਰਮ ਲਗਾਇਆ ਹੋਇਆ ਕਿ ਸਵੇਰੇ 6 ਵਜੇ ਇਹ ਕੰਮ ਹੋਣਾ ਚਾਹੀਦਾ, 12 ਵਜੇ ਇਹ ਹੋਣਾ ਚਾਹੀਦਾ। ਤੁਸੀਂ ਕੁਝ ਕਰ ਹੀ ਨਹੀਂ ਰਹੇ। ਸੋਣਾ ਤੁਹਾਨੂੰ 10:30 11 ਵਜੇ ਚਾਹੀਦਾ, 10:30 ਐਟ ਦ ਮੈਕਸਿਮਮ, ਤੁਸੀਂ ਸੋ ਰਹੇ ਹੋ 2 बजे। बिल्कुल। तो आप अपनी बॉडी को उस तरीके का बना रहे हो कि वो गलत हार्मोन सिक्रीट करे और उसकी सज़ा भी भुगत रहे हो। बिल्कुल। ਇੱਥੇ ਤੇ ਕੁੜੀਆਂ ਦੀ ਗੱਲ ਕਰ ਰਹੇ ਹਾਂ ਕਿਉਂਕਿ ਜਿਵੇਂ ਹੁਣ ਅਸੀਂ ਵਰਕਿੰਗ ਕਲਚਰ ਦੇ ਵਿੱਚ ਆ, ਬਹੁਤ ਸਾਰੇ ਬੱਚੇ ਨਾਲ ਕੰਮ ਕਰਦੇ ਨੇਗੇ, ਜਾਂ ਉੱਦਾਂ ਵੀ ਆਪਾਂ ਦੇਖਿਆ ਕਿ ਮੁੰਡੇ ਕੁੜੀ ਦੋਨਾਂ ਦੀ ਲੇਟ ਸੌਣ ਦੀ ਆਦਤ ਆ। ਜਿਵੇਂ ਤੁਸੀਂ ਕਿਹਾ 2-3 ਆਮ ਹੀ ਹੁੰਦਾ ਆ, ਹੈ ਨਾ। ਸੋ ਕੁੜੀਆਂ ਦਾ ਤਾਂ ਆਪਾਂ ਚਲੋ ਗੱਲ ਕਰ ਲਏ ਕਿ ਮੁੰਡਿਆਂ ਨੂੰ ਕੀ ਨੁਕਸਾਨ ਹੈ ਇਸ ਚੀਜ਼ ਦਾ? ਉਹਨਾਂ ਦੇ ਐਕਨੇ ਦੀ ਪ੍ਰੋਬਲਮ ਬਹੁਤ ਆ ਰਹੀ ਹੈ, ਗੁੱਸਾ ਬਹੁਤ ਵੱਧ ਰਿਹਾ, ਐਗਰੈਸਿਵਨੈਸ ਹੈ ਜੀ, ਹਾਈਟ ਦੇ ਵਿੱਚ ਬਹੁਤ ਫਰਕ ਪੈ ਰਿਹਾ। ਇਹ ਚੀਜ਼ਾਂ ਤੁਸੀਂ ਆਮ ਦੇਖੋਗੇ, ਤੁਸੀਂ ਕਹੋਗੇ ਕਿ ਬੱਚਾ ਗੱਲ ਨਹੀਂ ਸੁਣ ਰਿਹਾ, ਹਾਰਮੋਨਲ ਹੈ ਨਾ। ਅੱਜ 2 ਸਟੇਜਸ ਸਾਡੇ ਸੀਨੀਅਰ ਕਹਿੰਦੇ ਹੁੰਦੇ ਸੀ ਕਿ ਇਰੀਟੇਸ਼ਨ ਲੈਵਲ ਬਹੁਤ ਵਧਿਆ ਹੁੰਦਾ। ਇੱਕ ਤਾਂ ਹੁੰਦਾ ਪਿਊਬਰਟੀ, ਜਦੋਂ ਤੁਹਾਡੇ ਇੱਕ ਕਹਿ ਲਓ ਕਿ ਟੀਨ ਏਜ ਆਉਂਦੀ, ਇੱਕ ਮੀਨੋਪੌਜ਼ ਜਦੋਂ ਪੀਰੀਅਡਸ ਬੰਦ ਹੁੰਦੇ ਆ। ਟੀਨ ਏਜ 'ਚ ਗੁੱਸਾ ਜਾਂ ਇਸ ਚੀਜ਼ ਦਾ ਇਹੀ ਰੀਜ਼ਨ ਹੈ ਕਿ ਹਾਰਮੋਨਲ ਇੰਬੈਲੈਂਸ ਹੋਣਾ ਜੀ ਜ਼ਿਆਦਾ। ਤੁਸੀਂ ਦੇਖਿਆ ਹੋਣਾ ਅੱਜ ਕੱਲ੍ਹ ਤਾਂ ਜਿਹੜਾ ਸਭ ਤੋਂ ਵੱਡਾ ਰੀਜ਼ਨ ਹੈ ਕਿ ਹੇਅਰ ਥਿਨ ਹੋਣੇ ਸ਼ੁਰੂ ਹੋ ਗਏ, ਬਾਲ ਝੜਨੇ ਬਹੁਤ ਜ਼ਿਆਦਾ ਸ਼ੁਰੂ ਹੋ ਗਏ। ਬॉयਜ਼ 'ਚ ਵੀ ਇਹ ਪ੍ਰੋਬਲਮ ਆਉਂਦੀ ਹੈ, ਠੀਕ ਹੈ। ਉਹਨਾਂ ਦੇ ਫੇਸ ਬਹੁਤ ਜ਼ਿਆਦਾ ਖਰਾਬ ਹੋਣਾ ਸ਼ੁਰੂ ਹੋ ਗਿਆ। ਇਹ ਚੀਜ਼ਾਂ ਜਿਹੜੀਆਂ ਬॉयਜ਼ ਨੂੰ ਵੀ ਅਫਕੋਰਸ ਕਰਦੀਆਂ। ਐਗਰੈਸਿਵਨੈਸ ਬਹੁਤ ਵੱਧ ਰਹੀ ਹੈ ਜੀ। ਹਾਂ, ਜਲਦੀ ਕਿਸੇ ਦੀ ਗੱਲ ਨਹੀਂ ਸੁਣਨੀ ਕਿਉਂਕਿ ਉਹ ਸਲੀਪ ਪੈਟਰਨ ਹੀ ਇਸ ਤਰ੍ਹਾਂ ਦਾ ਹੋ ਗਿਆ ਉਹਨਾਂ ਦਾ। ਉਹਨਾਂ ਨੂੰ ਗੁੱਸਾ ਵੀ ਇਸ ਕਰਕੇ, ਉਹਨਾਂ ਨੂੰ ਲੱਗਦਾ ਕਿ ਤੁਸੀਂ ਟੋਕ ਰਹੇ ਹੋ। ਹਾਂ, ਇਹ ਚੀਜ਼ ਹੋ ਜਾਂਦੀ। PCOS ਕੀ ਚੀਜ਼ ਹੈ? PCOS ਦੇ ਵਿੱਚ ਮੈਮ ਉਹਦੇ ਵਿੱਚ ਇਹ ਹੁੰਦਾ ਕਿ PCOD ਦੇ ਵਿੱਚ ਇਮੈਚੁਰ ਐਗਸ ਹੁੰਦੇ ਆ, ਉਹ ਜਿਹੜੇ ਆ ਤੁਹਾਨੂੰ ਤੁਹਾਡੇ ਹਾਰਮੋਨਸ ਨਹੀਂ ਬਣਨ ਦਿੰਦੇ। PCOS ਦੇ ਵਿੱਚ ਐਂਡਰੋਜੈਨਿਕ ਇਫੈਕਟ ਹੁੰਦਾ ਜਿਹਦੇ ਵਿੱਚ ਤੁਹਾਡੀ ਬਾਡੀ ਐਗ ਬਣਨ ਹੀ ਨਹੀਂ ਦਿੰਦੀ। ਅੱਛਾ। ਉਹਦੇ ਵਿੱਚ ਤੁਹਾਨੂੰ ਇੱਕ ਮੈਡੀਕਲ ਟ੍ਰੀਟਮੈਂਟ ਦੀ ਜ਼ਰੂਰਤ ਹੁੰਦੀ ਹੈ। ਸਿੰਪਟਮ ਦੋਨਾਂ ਦੇ ਬਰਾਬਰ ਹੀ ਹੁੰਦੇ ਆ ਕਿ ਮੇਨ ਜਿਹੜੇ ਇਹਨਾਂ ਦੇ ਸਿੰਪਟਮ ਹੁੰਦੇ, ਜੇ ਤੁਹਾਡੇ ਬੱਚੇ ਦੇ ਜਿੱਦਾਂ ਹਾਈਟ ਦੇ ਹਿਸਾਬ ਦੇ ਨਾਲ 55 ਤੋਂ ਉੱਤੇ ਜਾ ਰਿਹਾ weight, ਠੀਕ ਹੈ, ਔਰ ਇੱਥੇ ਬਾਲ ਆਣੇ ਸ਼ੁਰੂ ਹੋ ਗਏ, ਚਿੰਨ ਤੇ ਬਾਲ ਆਣੇ ਸ਼ੁਰੂ ਹੋ ਗਏ, ਆਵਾਜ਼ ਥੋੜੀ ਭਾਰੀ ਹੋਣੀ ਸ਼ੁਰੂ ਹੋ ਗਈ, ਠੀਕ ਹੈ, ਇਰੀਟੇਸ਼ਨ ਜ਼ਿਆਦਾ ਹੈ, ਪੀਰੀਅਡਸ ਰੈਗੂਲਰ ਨਹੀਂ ਹੈ, ਜਾਂ ਤਾਂ 2 ਜਾਂ 3 ਮਹੀਨੇ ਬਾਅਦ ਆਉਂਦੇ, ਜੇ ਆਉਂਦੇ ਆ ਤਾਂ ਬਹੁਤ ਹੈਵੀ ਫਲੋ ਦੇ ਨਾਲ ਆਉਂਦੇ ਆ। ਐਕਨੇ ਨਾਰਮਲੀ ਟੀਨੇਜ ਐਕਨੇ ਨਾਰਮਲ ਹੁੰਦੇ ਕਿਉਂਕਿ ਉਦੋਂ ਥੋੜਾ ਜਿਹਾ ਗਲੈਂਡਸ ਦਾ ਹੁੰਦਾ ਨਾ, ਸਬੀਸ਼ੀਅਸ ਗਲੈਂਡ ਦੇ ਸਿਕ੍ਰੀਸ਼ਨਸ ਵੱਧ ਜਾਂਦੇ। ਲੇਕਿਨ ਜੇ ਐਕਨੇ ਮਤਲਬ ਕਾਫੀ ਜ਼ਿਆਦਾ ਤਾਂ ਇਹਦਾ ਮਤਲਬ ਕਿ ਉਹ ਕਿਤੇ ਨਾ ਕਿਤੇ PCOD ਜਾਂ PCOS ਦੇ ਵਿੱਚ ਲੀਡ ਕਰ ਰਿਹਾ ਹੈ। ਅੱਛਾ, ਠੀਕ ਹੈ। ਇਹਦੇ ਲਈ ਹਾਰਮੋਨਲ ਟ੍ਰੀਟਮੈਂਟ ਹੁੰਦਾ, ਲੇਕਿਨ ਮੈਂ ਤੁਹਾਨੂੰ ਐਜ਼ ਅ ਮਦਰ ਕਹਿ ਲਓ, ਐਜ਼ ਅ ਫਰੈਂਡ ਕਹਿ ਲਓ, ਇਹੀ ਸੁਜੈਸਟ ਕਰਦੀ ਹਾਂ ਕਿ ਪਹਿਲਾਂ ਆਪਣਾ ਖਾਣ ਪਾਨ ਸੁਧਾਰੋ, ਆਪਣਾ ਲਾਈਫ ਸਟਾਈਲ ਸੁਧਾਰੋ, ਫਿਰ ਡਾਕਟਰ ਦੇ ਕੋਲ ਜਾਓ ਜੀ। ਸ਼ਾਇਦ ਤੁਹਾਨੂੰ ਹਾਰਮੋਨਸ ਉਹਨਾਂ ਨੂੰ ਦੇਣੇ ਵੀ ਨਾ ਪੈਣ। ਬਿਲਕੁਲ। ਮੈਂ ਤੁਹਾਨੂੰ ਬਹੁਤ ਐਸੇ ਕੇਸਿਸ ਦੱਸ ਸਕਦੀ ਹਾਂ ਕਿਉਂਕਿ ਮੈਂ ਇਨਫਰਟੀਲਿਟੀ 'ਚ ਡੀਲ ਕਰਦੀ ਹਾਂ ਜੀ। ਮੇਰੇ ਬਹੁਤ ਸਾਰੇ ਐਸੇ ਪੇਸ਼ੈਂਟ ਹੈ ਜਿਨ੍ਹਾਂ ਦਾ ਅਸੀਂ ਬਹੁਤ ਜ਼ੋਰ ਲਗਾਇਆ, ਪ੍ਰੈਗਨੈਂਸੀ ਨਹੀਂ ਹੋਈ, ਔਰ ਫਿਰ ਮੈਂ ਉਹਨਾਂ ਨੂੰ ਕਿਹਾ ਇੱਕ ਗੁੱਸੇ 'ਚ ਕੰਮ ਕਰ। ਉਹ ਕਹਿੰਦੇ ਕਿ ਮੈਂ ਕਿਹਾ weight ਘਟਾ ਲੈ। ਉਹਨਾਂ ਨੇ ਜੀ ਮਤਲਬ ਕਹਿ ਲਓ ਨਾ ਕਿ ਮੈਨੂੰ ਹੁਣ ਪ੍ਰੈਗਨੈਂਸੀ ਨਹੀਂ ਹੋ ਰਹੀ, ਇੱਕ ਫਰਸਟ੍ਰੇਸ਼ਨ ਲੈਵਲ ਹੈ ਜੀ, ਵਾਕ ਬੜੀ ਕੀਤੀ, ਡਾਈਟਿੰਗ ਵੀ ਗੁੱਸੇ 'ਚ ਕੀਤੀ, ਉਹਨਾਂ ਦਾ weight ਹੋਇਆ ਜੀ 10 ਕਿਲੋ ਘਟ ਗਿਆ, ਔਰ ਪ੍ਰੈਗਨੈਂਸੀ ਆਪਣੇ ਆਪ ਹੋ ਗਈ। ਬਿਲਕੁਲ। ਕਿਉਂਕਿ ਉਹਦੀ ਓਵਰੀ ਨੇ ਰਿਸਪੌਂਡ ਕੀਤਾ, ਐਗ ਬਣਿਆ। ਤੁਸੀਂ ਕਹਿੰਦੇ ਹੋ ਕਿ ਸਾਰਾ ਕੁਝ ਜ਼ਬਰਦਸਤੀ ਹੋਏ, ਅਸੀਂ ਕੁਝ ਨਹੀਂ ਕਰਨਾ, ਅਸੀਂ ਬੈਠੇ ਹਾਂ।
ਉਹ ਨਹੀਂ ਹੋ ਸਕਦਾ। ਬਿਲਕੁਲ ਹੈ ਨਾ, ਉਹ ਤੁਹਾਨੂੰ ਆਪਣੀ ਬਾਡੀ ਨੂੰ ਉਸ ਤਰੀਕੇ ਨਾਲ ਹੁਣ ਜੇ ਮੈਂ ਕਿਸੇ ਦੀ ਐਗਜ਼ਾਮਪਲ ਨਹੀਂ ਦਿੰਦੀ, ਮੈਂ ਆਪ ਹੀ ਕਹਿ ਰਹੀ ਹਾਂ, ਮੇਰੇ ਦੋਨੋਂ ਬੱਚੇ ਗੇਮ ਕਰਦੇ ਠੀਕ ਹੈ, ਇੱਕ ਬਾਕਸਿੰਗ 'ਚ ਹੈ, ਇੱਕ ਜਿਮਨੈਸਟਿਕ 'ਚ ਹੈ। ਉਹਦਾ ਰੀਜ਼ਨ ਇਹ ਨਹੀਂ ਹੈ, ਉਹਦਾ ਰੀਜ਼ਨ ਸਿਰਫ ਇਹੀ ਹੈ ਕਿ ਉਹਨਾਂ ਨੂੰ ਮੈਂ ਟੀਵੀ ਤੋਂ ਦੂਰ ਰੱਖਾਂ, ਉਹਨਾਂ ਨੂੰ ਜੰਕ ਤੋਂ ਦੂਰ ਰੱਖਾਂ, ਉਹਨਾਂ ਨੂੰ ਇੱਕ ਹੈਲਦੀ ਐਟਮੋਸਫੇਅਰ ਦੇਂ। ਠੀਕ ਹੈ, ਉਹ 2 ਜਾਂ 3 ਘੰਟੇ ਅਗਰ ਗੇਮ ਤੇ ਜਾਂ ਡਾਂਸ 'ਚ ਲਗਾਉਂਦੇ ਆ, ਉਸ ਨਾਲ ਉਹਨਾਂ ਦਾ weight ਵੀ ਨਹੀਂ ਵਧੇਗਾ। ਉਹ ਆਪ ਹੀ, ਤੁਸੀਂ ਪਤਾ ਨਹੀਂ ਸ਼ਾਇਦ ਮੰਨੋਗੇ ਕਿ ਨਹੀਂ, ਅੱਜ ਦੀ ਡੇਟ 'ਚ ਤੁਸੀਂ ਮੇਰੇ ਬੇਟੇ ਨੂੰ ਕਿਸੇ ਜਗ੍ਹਾ ਵੀ ਲੈ ਕੇ ਜਾਓ, ਕੋਲਡ ਡਰਿੰਕ ਨਹੀਂ ਪੀਂਦਾ। ਅੱਛਾ, ਉਹ ਆਪ ਹੀ ਕਹਿ ਦਿੰਦਾ ਜੀ ਮੈਂ ਪੀਤਾ ਨਹੀਂ। ਰੀਜ਼ਨ ਕੀ ਹੈ ਕਿ ਉਹ ਇੱਕ ਗੇਮ 'ਚ ਹੈ, ਉਹਨੂੰ ਪਤਾ ਕਿ ਮੈਂ ਇਹ ਚੀਜ਼ਾਂ ਲੈਣੀਆਂ ਹੀ ਨਹੀਂ। ਬਿਲਕੁਲ, ਹੈ ਨਾ, ਹੈਲਥ ਅਵੇਅਰਨੈਸ ਜ਼ਰੂਰੀ ਹੈ ਜੀ। ਉਸ ਚੀਜ਼ ਨੂੰ ਜੇ ਤੁਸੀਂ ਠੀਕ ਕਰ ਲਓਗੇ, PCOD ਆਪਣੇ ਆਪ, ਕਿਉਂਕਿ PCOD ਤੁਹਾਡੀ ਗਲਤੀਆਂ ਨਾਲ ਹੋਇਆ, ਜੇ ਤੁਸੀਂ ਆਪਣੀਆਂ ਗਲਤੀਆਂ ਠੀਕ ਕਰੋਗੇ ਤਾਂ ਉਹ ਠੀਕ ਵੀ ਹੋਏਗਾ ਜੀ। ਉਸ ਤੋਂ ਬਾਅਦ ਅਸੀਂ ਬੈਠੇ ਹਾਂ ਮੈਡੀਸਨ ਦੇਣ ਲਈ। ਬਿਲਕੁਲ ਠੀਕ ਹੈ ਜੀ। ਤੇ ਇਸ ਤੋਂ ਇਲਾਵਾ UTI ਤੇ ਫੰਗਲ ਇਨਫੈਕਸ਼ਨ ਬਹੁਤ ਜ਼ਿਆਦਾ ਕਾਮਨ ਆ, ਤੇ ਉਹਦੇ ਬਾਰੇ ਵੀ ਮੈਨੂੰ ਦੱਸੋ ਕਿ UTI ਦੇ ਕੀ ਕਾਰਨ ਹੁੰਦੇ ਨੇ ਤੇ ਫੰਗਲ ਇਨਫੈਕਸ਼ਨ ਦੇ ਕੀ ਕਾਰਨ ਨੇਗੇ? UTI ਦਾ ਬੇਸਿਕ ਕਾਰਨ ਜਿਹੜਾ ਹੈਗਾ ਉਹ ਇਹ ਹੈ ਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅੱਜ ਕੱਲ੍ਹ ਸਾਰੇ ਆਫਿਸ 'ਚ ਜਾਂ ਸਕੂਲ 'ਚ ਜਦੋਂ ਜੌਬ ਕਰਦੇ ਹੋ ਤਾਂ ਤੁਸੀਂ ਜਿਹੜਾ ਵਾਸ਼ਰੂਮ ਯੂਜ਼ ਕਰਦੇ ਹੋ, ਮੈਂ ਉਹਨੂੰ ਪਬਲਿਕ ਇਸ ਕਰਕੇ ਕਹਿ ਰਹੀ ਹਾਂ ਕਿ ਮੋਰ ਦੈਨ 10 ਲੋਕਾਂ ਤੋਂ ਜ਼ਿਆਦਾ ਉੱਥੇ ਜਾ ਰਹੇ ਆ ਜੀ, ਉਹਨਾਂ 10 ਚੋਂ ਇੱਕ ਵੀ ਇਨਫੈਕਟਡ ਹੋਇਆ ਤਾਂ ਤੁਹਾਨੂੰ ਅਪਰੋਚ ਹੋਏਗੀ ਉਹ। ਠੀਕ ਹੈ, ਉਹਦਾ ਅਸੀਂ ਇਹ ਤਾਂ ਨਹੀਂ ਕਰ ਸਕਦੇ ਕਿ ਅਸੀਂ ਸਾਰਾ ਸਿਸਟਮ ਚੇਂਜ ਕਰੀਏ, ਤੁਸੀਂ ਇੱਕ ਹਾਈਜੀਨ ਵਾਸ਼ ਜ਼ਰੂਰ ਯੂਜ਼ ਕਰਨਾ। ਠੀਕ ਹੈ, ਉਸ ਤੋਂ ਇਲਾਵਾ ਜੇ ਤੁਸੀਂ ਘਰ 'ਚ ਕੁਝ ਪੁੱਛਦੇ ਹੋ ਤਾਂ ਤੁਹਾਨੂੰ ਐਟਲੀਸਟ ਹਫਤੇ 'ਚ ਇੱਕ ਵਾਰ ਜਿਹੜਾ ਦਹੀਂ ਥੋੜਾ ਖੱਟਾ ਹੁੰਦਾ ਨਾ, ਉਹਦੇ ਨਾਲ ਵਜਾਈਨਾ ਨੂੰ ਵਾਸ਼ ਕਰਨਾ ਚਾਹੀਦਾ। ਠੀਕ ਹੈ, ਉਹ ਬਹੁਤ ਅੱਛਾ ਆਪਕਾ ਜਿਹਨੂੰ ਕਹਿੰਦੇ ਆ ਕਿ ਐਂਟੀ ਬੈਕਟੀਰੀਅਲ ਕੰਮ ਕਰਦਾ। ਠੀਕ ਹੈ, ਨਹੀਂ ਤਾਂ ਹਾਈਜੀਨ ਵਾਸ਼ ਸਾਰਿਆਂ ਦੀ ਅਪਰੋਚ ਹੈਗਾ, ਉਹ ਜ਼ਰੂਰ ਯੂਜ਼ ਕਰੋ। ਬੱਚਿਆਂ ਨੂੰ ਮੈਂ ਇਹ ਕਹਿੰਦੀ ਹਾਂ ਕਿ ਆਪਣੇ ਜਿਹੜੇ ਵੀ ਇਨਰਵੇਅਰ ਹੈ ਉਹਨਾਂ ਨੂੰ ਹਫਤੇ 'ਚ ਇੱਕ ਵਾਰ ਸੈਵਲੋਨ 'ਚ ਡਿਪ ਕਰਕੇ ਅੱਧਾ ਪੌਣਾ ਘੰਟਾ ਰੱਖੋ ਗਰਮ ਪਾਣੀ ਦੇ ਵਿੱਚ, ਫਿਰ ਉਹਨੂੰ ਧੁੱਪ 'ਚ ਸੁਕਾਓ ਤਾਂ ਕਿ ਉਹ ਇਨਫੈਕਸ਼ਨ ਨਾ ਹੋਵੇ। ਇੱਕ ਹੋਰ ਮਿਥ ਹੈ ਮੈਮ, ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿ ਜਿਹੜੇ ਬੱਚਿਆਂ ਦੇ ਇਨਰਵੇਅਰ ਹੁੰਦੇ ਆ ਉਹਨਾਂ 'ਤੇ ਵਾਈਟ ਕਲਰ ਦਾ ਆ ਜਾਂਦਾ ਤੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹ ਇਨਫੈਕਸ਼ਨ ਹੈ। ਨਹੀਂ, ਇਹ ਸਿਰਫ ਇਹ ਦਿਖਾਉਂਦਾ ਹੈ ਕਿ ਤੁਹਾਡਾ ਜਿਹੜਾ ਵਜਾਈਨਾ ਦਾ pH ਹੈ ਉਹ ਹੈਲਦੀ ਹੈ। ਅੱਛਾ, ਠੀਕ ਹੈ, ਉਹ ਐਸਿਡਿਕ ਹੋਣ ਕਰਕੇ ਉਹ ਜਿਹੜਾ ਕਲਰ ਹੈ ਉਹ ਚੇਂਜ ਹੋ ਜਾਂਦਾ, ਤਾਂ ਉਹ ਬਿਲਕੁਲ ਨਾਰਮਲ ਹੈ, ਉਹਦੇ ਲਈ ਕਿਸੇ ਮੈਡੀਸਨ ਦੀ ਜ਼ਰੂਰਤ ਨਹੀਂ। ਸੈਕਿੰਡ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਫੰਗਲ ਇਨਫੈਕਸ਼ਨ ਦੀ, ਫੰਗਲ ਇਨਫੈਕਸ਼ਨ ਜ਼ਿਆਦਾ ਮੋਇਸਚ ਉਹਦੇ ਨਾਲ ਹੁੰਦਾ ਕਿ ਜਦੋਂ ਆਪਾਂ ਕਦੇ ਵਾਸ਼ਰੂਮ ਗਏ ਤਾਂ ਆਪਾਂ ਥੋੜਾ ਜਿਹਾ ਵਾਸ਼ ਕੀਤਾ ਔਰ ਉਹ ਗਿੱਲੇ ਦੇ ਵਿੱਚ ਹੀ ਆਪਾਂ ਕੱਪੜੇ ਪਾ ਲਏ। ਹਾਂ, ਜਿੱਥੇ ਮੋਇਸਚਰ ਜ਼ਿਆਦਾ ਰਹਿੰਦਾ ਹੈ ਉੱਥੇ ਫੰਗਲ ਇਨਫੈਕਸ਼ਨ ਹੋਣ ਦੇ ਚਾਂਸਸ ਜ਼ਿਆਦਾ ਰਹਿੰਦੇ ਆ। ਤੁਸੀਂ ਜਦੋਂ ਵੀ ਵਾਸ਼ਰੂਮ ਜਾਣਾ, ਇੱਕ ਆਪਣਾ ਕਲੀਨ ਕਲੋਥ ਰੱਖੋ, ਉਸ ਏਰੀਆ ਨੂੰ ਟੈਪ ਕਰੋ, ਓਨਲੀ ਦੈਨ ਯੂ ਕਲੀਨ। ਜਾਂ ਫਿਰ ਟਾਇਲਟ ਪੇਪਰ ਅੱਜ ਕੱਲ ਆਮ ਗੱਲ ਹੈ, ਪੇਪਰ ਯੂਜ਼ ਕਰ ਸਕਦੇ ਹੋ ਜੇ ਤੁਸੀਂ ਬਾਹਰ ਹੋ, ਤਾਂ ਉਸ ਏਰੀਆ ਨੂੰ ਡਰਾਈ ਰੱਖਣਾ ਜ਼ਿਆਦਾ ਜ਼ਰੂਰੀ ਹੈ। ਠੀਕ ਹੈ, ਔਰ ਆਪਣੇ ਹਾਈਜੀਨ ਦਾ ਧਿਆਨ ਰੱਖੋ, ਫਿਰ ਐਸੀ ਕੋਈ ਪ੍ਰੋਬਲਮ ਨਹੀਂ ਜੀ। ਇੱਕ ਮੈਂ ਚਾਹੁੰਦੀ ਹਾਂ ਕਿ ਦੇਖੋ, ਇੱਕ PCOD PCOS ਹੋ ਗਿਆ, ਇਹ ਵੀ ਇੱਕ ਰੀਜ਼ਨ ਨੇਗੇ ਕਿ ਤੁਹਾਨੂੰ ਪ੍ਰੈਗਨੈਂਸੀ ਨਹੀਂ ਹੋ ਰਹੀ ਹੈਗੀ, ਹੈ ਨਾ। ਤਾਂ ਇਸ ਤੋਂ ਇਲਾਵਾ ਜਾਂ ਕੋਈ ਬਹੁਤ ਮੈਡੀਕਲ ਕੰਡੀਸ਼ਨ ਚਲੇ ਗਈ ਆ, ਉਹਦੇ ਕਰਕੇ ਤੁਸੀਂ ਬੱਚਾ ਕਨਸੀਵ ਨਹੀਂ ਕਰ ਪਾ ਰਹੇ ਹੈਗੇ, ਪਰ ਜਿਵੇਂ ਤੁਸੀਂ ਗਾਇਨਕੋਲੋਜਿਸਟ ਹੋ, ਤੁਸੀਂ ਮੇਰੇ ਨਾਲ ਸ਼ੇਅਰ ਕਰ ਰਹੇ ਸੀਗੇ ਕਿ ਕਈ ਵਾਰ ਕੋਈ ਦਿੱਕਤ ਨਹੀਂ ਹੁੰਦੀ, ਸਿਰਫ ਕਾਉਂਸਲਿੰਗ ਦੀ ਜ਼ਰੂਰਤ ਹੁੰਦੀ ਹੈ। ਮੈਂ ਚਾਹੂੰਗੀ ਕਿ ਆਪਾਂ ਥੋੜ੍ਹੀ ਜਿਹੀ ਗੱਲ ਇਹਦੇ 'ਤੇ ਵੀ ਕਰੀਏ ਕਿ ਪ੍ਰੈਗਨੈਂਸੀ ਦੇ ਲਈ ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਹੁੰਦਾ ਹੈ ਕਿ ਅੱਛਾ ਨਹੀਂ ਹੋ ਰਿਹਾ ਹੈਗਾ ਤਾਂ ਚਲੋ IVF ਕਰਵਾ ਲਓ, ਇੱਦਾਂ ਕਰਾ ਲਓ, ਕੋਈ ਮੈਡੀਸਨ ਲੈ ਲਓ, ਮੈਡੀਸਨ ਸ਼ੁਰੂ ਕਰ ਲਓ, ਹੈ ਨਾ। ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਪ੍ਰੈਗਨੈਂਸੀ ਦੇ ਲਈ ਕੀ ਹੁੰਦਾ ਹੈ ਕਿ ਇੱਕ ਕਪਲ ਨੂੰ ਕਿਸ ਤਰੀਕੇ ਨਾਲ ਤਿਆਰ ਹੋਣਾ ਚਾਹੀਦਾ? ਦੇਖੋ ਮੈਮ, ਸਭ ਤੋਂ ਪਹਿਲੀ ਗੱਲ ਜੋ ਮੈਂ ਸਾਰੇ ਪੇਸ਼ੈਂਟ ਨੂੰ ਕਹਿੰਦੀ ਹਾਂ, ਪ੍ਰੈਗਨੈਂਸੀ ਇਜ਼ ਅ ਨੈਚੁਰਲ ਪ੍ਰੋਸੀਜਰ। ਠੀਕ ਹੈ, ਤੁਸੀਂ ਤਾਂ ਹਿਊਮਨ ਹੋ, ਤੁਹਾਡੇ ਕੋਲ ਮੈਡੀਕਲ ਏਡ ਹੈ, ਇਹ ਤਾਂ ਬਾਕੀ ਸਾਰੇ ਸਪੀਸ਼ੀਜ਼ ਨੂੰ ਵੀ ਹੋ ਹੀ ਰਹੀ ਹੈ, ਸਿੱਧੀ ਜਿਹੀ ਗੱਲ ਹੈ। ਠੀਕ ਹੈ, ਤਾਂ ਉਸ ਚੀਜ਼ ਲਈ ਤੁਸੀਂ ਸਿਰਫ ਇਸ ਚੀਜ਼ ਦੇਖੋ, ਬੜੀ ਸਿੱਧੀ ਜਿਹੀ ਗੱਲ ਹੈ, ਜਿੰਨਾ ਤੁਸੀਂ ਸਟ੍ਰੈਸ ਲਓਗੇ ਇਹ ਚੀਜ਼ ਲੇਟ ਹੋਏਗੀ। ਜਦੋਂ ਤੁਹਾਡੇ ਕੋਲ ਮੇਰੇ ਕੋਲ ਕੋਈ ਵੀ ਪੇਸ਼ੈਂਟ ਆਉਂਦਾ, ਮੈਂ ਉਹਨੂੰ ਸਭ ਤੋਂ ਪਹਿਲਾਂ ਇਹ ਕਹਿੰਦੀ ਹਾਂ ਕਿ ਤੁਹਾਡਾ ਬੇਸਿਕ ਪ੍ਰੋਬਲਮ ਕੀ ਹੈ, ਕਿ ਤੁਸੀਂ ਡਾਕਟਰ ਕੋਲ ਜਾਂਦੇ ਹੋ, ਡਾਕਟਰ ਪਹਿਲਾਂ ਮੈਡੀਸਨ ਲਿਖਦਾ, ਫਿਰ ਟੈਸਟ ਕਰਵਾਉਂਦਾ, ਫਿਰ ਤੁਹਾਨੂੰ ਡੇਜ਼ ਦੱਸ ਦਿੰਦਾ ਕਿੰਨਾ 'ਚ ਟਰਾਈ ਕਰੋ, ਔਰ ਤੁਸੀਂ ਇੰਟੀਮੇਟ ਵੀ ਇਸ ਕਰਕੇ ਹੋ ਰਹੇ ਹੋ ਕਿ ਇਹਦੇ ਨਾਲ ਬੱਚਾ ਹੋਣਾ, ਸਟ੍ਰੈਸ ਨਾਲ ਹੀ ਹੋ ਰਹੇ ਹੋ, ਹੈ ਨਾ। ਕਿਉਂ? ਇਸ ਚੀਜ਼ ਤੋਂ ਐਟਲੀਸਟ ਤੁਸੀਂ ਨਿਕਲੋ ਤਾਂ ਸਹੀ, ਤੁਹਾਨੂੰ ਕੈਲਕੂਲੇਟਡ ਡੇਜ਼ ਹੀ ਕਿਉਂ ਚਾਹੀਦੇ ਆ? ਬਿਲਕੁਲ, ਹੈ ਨਾ। ਤਾਂ ਤੁਸੀਂ ਉਸ ਚੀਜ਼ ਤੋਂ ਜਦੋਂ ਨਿਕਲੋਗੇ, ਔਰ ਮੇਰੇ ਕੋਲ ਕੱਲ੍ਹ ਇੱਕ ਪੇਸ਼ੈਂਟ ਆਇਆ, ਉਹਨਾਂ ਦੇ ਮਦਰ ਇਨ ਲੋ, ਤੁਸੀਂ ਦੇਖੋ ਮਦਰ ਇਨ ਲੋ ਮੈਨੂੰ ਕਹਿੰਦੇ ਕਿ ਮੇਰਾ ਤਾਂ ਨਾ ਜੀ BP ਵੱਧ ਰਿਹਾ ਸੀ, ਇਹਦੀ ਡੇਟ ਆਉਣ ਵਾਲੀ ਸੀ, ਇਹਨੂੰ 3 ਤਰੀਕ ਦੀ ਡੇਟ ਆਉਣੀ ਸੀ, ਇਹਨੂੰ ਮੈਂ 3 ਵਾਰੀ ਪੁੱਛ ਲਿਆ, ਡੇਟ ਤਾਂ ਨਹੀਂ ਆਈ, ਪੀਰੀਅਡਸ ਤਾਂ ਨਹੀਂ ਆਏ। ਕਿਸ ਚੀਜ਼ ਦਾ ਸਟ੍ਰੈਸ ਹੈ? ਪ੍ਰੋਲੈਕਟਿਨ ਵਧੇਗਾ, ਹਾਰਮੋਨਸ ਵਧਣਗੇ, ਜੇ ਪ੍ਰੈਗਨੈਂਸੀ ਹੋਣੀ ਵੀ ਹੈ ਉਹ ਤਦ ਵੀ ਨਹੀਂ ਹੋਣੀ। ਤੁਸੀਂ ਸਟ੍ਰੈਸ ਆਊਟ ਹੀ ਇੰਨਾ ਕਰ ਦਿੰਦੇ ਹੋ। ਜਦੋਂ ਪੇਸ਼ੈਂਟ ਆਉਂਦਾ, ਮੈਂ ਉਹਨਾਂ ਨੂੰ
ਮੈਂ ਤੁਹਾਨੂੰ ਇੱਕ ਬੜਾ ਸਿੰਪਲ ਐਗਜ਼ਾਮਪਲ ਦਿੰਦੀ ਹਾਂ। ਮੇਰੇ ਕੋਲ ਇੱਕ ਪੇਸ਼ੈਂਟ ਆਇਆ ਸੀ, ਉਹਦੇ ਹਸਬੈਂਡ ਸ਼ਾਇਦ ਬਾਹਰੋਂ ਆਏ ਸੀ ਕਿਤੋਂ, ਉਹਨਾਂ ਦੇ ਕੋਲ 1 ਮੰਥ ਬੱਚਿਆ ਸੀ, ਠੀਕ ਹੈ। ਉਹ ਮੇਰੇ ਕੋਲ ਆ ਕੇ ਕਹਿੰਦੇ ਕਿ ਤੁਸੀਂ ਵੀ ਦੇਖ ਲਓ ਜੀ, ਇਹਦਾ ਇੱਕ ਹੀ ਟਿਊਬ ਹੈ। ਮੈਂ ਬੜੇ ਲੋਕਾਂ ਨੂੰ ਉਹਦੀ ਐਗਜ਼ਾਮਪਲ ਦਿੰਦੀ ਹਾਂ। ਤਾਂ ਉਹ ਕਹਿੰਦਾ ਕਿ ਮੈंने ਕਿਹਾ ਦੇਖੋ ਪਰਮਾਤਮਾ ਨੇ ਸਾਨੂੰ ਬਹੁਤ ਚੀਜ਼ਾਂ ਦੋ ਦਿੱਤੀਆਂ, ਜਿੱਦਾਂ 2 ਅੱਖਾਂ ਜੀ, ਇੱਕ ਬੰਦ ਹੋ ਜਾਏ ਦੂਜੀ ਨਾਲ ਸਾਰਾ ਕੁਝ ਦਿਖ ਰਿਹਾ, ਨੋਸਟਰਲ ਹੋ ਗਿਆ, 2 ਕੰਨ ਹੋ ਗਿਆ, ਇਸ ਤਰ੍ਹਾਂ 2 ਓਵਰੀਜ਼ 2 ਟਿਊਬਸ ਵੀ ਹੈ। ਜੇ ਇੱਕ ਬੰਦ ਵੀ ਹੈ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਨਹੀਂ ਹੋ ਸਕਦਾ, ਜਾਂ 50% ਚਾਂਸ ਰਹਿ ਗਏ। ਇੱਕ ਅੱਖ ਬੰਦ ਕਰਨ ਨਾਲ 50% ਤਾਂ ਨਹੀਂ ਦਿਖਣਾ, ਦਿਖਦਾ ਤਾਂ ਪੂਰਾ ਹੀ ਹੈ ਜੀ, ਠੀਕ ਹੈ। ਉਹ ਚੀਜ਼ ਨੂੰ ਮੈਂ ਉਹਨੂੰ ਸਮਝਾਇਆ, ਮੈਂ ਕਿਹਾ ਬੱਚੇ ਤੂੰ ਇੱਕ ਕੰਮ ਕਰ, ਦੇਖ ਮੈਂ ਤੈਨੂੰ 1 ਮਹੀਨਾ ਤੇਰਾ ਖਰਾਬ ਕਰ ਦਿਆਂ, ਤੂੰ ਕਹਾਂਗੇ ਆਹ ਟੈਸਟ ਕਰਵਾਇਆ, ਹੁਣ ਤੂੰ ਇਹਦੇ 'ਚ ਟਰਾਈ ਕਰ ਲੈ, ਤੂੰ ਫਾਈਲਾਂ ਮੈਨੂੰ ਛੱਡ ਕੇ ਜਾ ਮੇਰੇ ਕੋਲ, ਤੂੰ ਇਹਨੂੰ ਘੱਟ ਤੋਂ ਘੱਟ ਇੰਨਾ ਕਿ ਇੰਜੋਏ ਕਰਵਾ ਜਾ ਕਿ ਤੂੰ 3-4 ਸਾਲ ਨਹੀਂ ਆਣਾ ਵੀ ਇਹਦੇ ਕੋਲ ਵੀ ਕੁਝ ਯਾਦਗਾਰ ਆਵੇ, ਇੰਨੇ ਮਹੀਨੇ ਦੀ ਇੰਜੈਕਸ਼ਨ ਹੀ ਲਗਵਾ ਰਹੀ ਹੈ। ਤਾਂ ਕਹਿੰਦਾ ਦੇਖ ਲਓ। ਮੈਂ ਉਹਨੂੰ ਸਿੰਪਲ ਮੈਡਮ ਆਇਰਨ ਦਿੱਤਾ ਜੀ, ਅੱਛਾ, ਕੁਝ ਨਹੀਂ ਦਿੱਤਾ। ਉਹਦੀ ਮੁੰਡੇ ਦੀ ਫਲਾਈਟ 3 ਤਰੀਕ ਦੀ ਸੀ, 2 ਨੂੰ ਉਹਦਾ ਪੋਜ਼ਿਟਿਵ ਆਇਆ। ਰੀਜ਼ਨ ਬੀਇੰਗ ਕਿ ਜੇ ਤੁਸੀਂ ਸਿਰਫ ਸਟ੍ਰੈਸ ਹੀ ਦੇਈ ਜਾਓਗੇ, ਮੈਂ ਫਾਰਮਰਸ ਨੂੰ ਨਾ ਇੱਕ ਗੱਲ, ਬੜੀ ਮੇਰੇ ਕੋਲ ਕਿਸਾਨ ਵੀਰ ਵੀ ਆਉਂਦੇ ਆ ਨਾ, ਫਾਰਮਰ ਆਉਂਦੇ, ਮੈਂ ਉਹਨਾਂ ਨੂੰ ਇੱਕ ਗੱਲ ਸਮਝਾਉਂਦੀ ਹਾਂ ਕਿ ਤੁਸੀਂ ਕਹਿੰਦੇ ਹੋ ਕਿ ਸਾਨੂੰ ਹੁਣੇ ਹੀ ਚਾਹੀਦਾ। ਹੁਣ ਮੈਂ ਵੀ ਇਹੀ ਕਹਿੰਦੀ ਹਾਂ ਕਿ ਮੇਰੇ ਕੋਲ ਪੈਸਾ ਹੈਗਾ। ਜਿੱਦਾਂ ਮੈਂ ਨਾਰਮਲ ਐਗਜ਼ਾਮਪਲ ਦਿੰਦੀ ਹਾਂ ਕਿ ਜੇ ਤੁਸੀਂ ਕਣਕ ਜਿਹੜੀ ਆ ਅਕਤੂਬਰ 'ਚ ਬੀਜੋਗੇ ਤਾਂ ਤੁਸੀਂ ਅਪ੍ਰੈਲ 'ਚ ਜਾ ਕੇ ਐਕਸਪੈਕਟ ਕਰਦੇ ਹੋ, ਹੈ ਨਾ, ਕਿ ਉਹ ਉਦੋਂ ਤੁਹਾਨੂੰ ਫਰੂਟ ਮਿਲੇਗਾ ਜਾਂ ਉਦੋਂ ਤੁਸੀਂ ਵੱਢਣੀ ਹੈ। ਤਾਂ ਮੈਂ ਤੁਹਾਨੂੰ ਕਹਿੰਦੀ ਹਾਂ ਜੀ ਤੁਸੀਂ ਚੁੱਕੋ ਜੀ ਮੇਰੇ ਕੋਲੋਂ ਪੈਸੇ, ਅਤੇ ਮੈਨੂੰ ਤਾਂ ਦਸੰਬਰ 'ਚ ਹੀ ਚਾਹੀਦੀ ਹੈ ਜਾਂ ਜਨਵਰੀ 'ਚ ਚਾਹੀਦੀ ਹੈ। ਤੁਸੀਂ ਕੀ ਕਰੋਗੇ? ਓਵਰ ਵਾਟਰਿੰਗ, ਜ਼ਿਆਦਾ ਪਾਣੀ ਦੇ ਦਿਓ, ਖਾਦਾਂ ਜ਼ਿਆਦਾ ਦੇ ਦਿਓ, ਕੀ ਕਰੋਗੇ? ਸੀਡ ਖਤਮ ਕਰ ਦੋਗੇ, ਸੀਡ ਗਲ ਜਾਣਾ, ਚੀਜ਼ ਨਹੀਂ ਮਿਲਣੀ। ਹੈਵ ਪੇਸ਼ੈਂਸ, ਹਰ ਚੀਜ਼ ਦਾ ਟਾਈਮ ਹੁੰਦਾ, ਉਹਨੂੰ ਆਰਾਮ ਨਾਲ ਡਾਕਟਰ ਦੀ ਗੱਲ ਸੁਣੋ, ਜਿਹੜੀ ਚੀਜ਼ ਦਾ ਉਹ ਪਰਹੇਜ਼ ਦੱਸ ਰਹੇ ਉਹ ਕਰੋ, ਔਰ ਇਸ ਚੀਜ਼ ਨੂੰ ਇੱਕ ਸਟ੍ਰੈਸ ਲੈਵਲ 'ਤੇ ਨਾ ਲੈ ਕੇ ਜਾਓ। ਬਿਲਕੁਲ, ਜਦੋਂ ਤੁਸੀਂ ਸਟ੍ਰੈਸ ਲੈਵਲ 'ਤੇ ਲੈ ਕੇ ਜਾਂਦੇ ਹੋ ਕਿ ਹਾਈ ਪੀਰੀਅਡਸ ਨਾ ਆ ਜਾਣ, ਹਾਈ ਪਤਾ ਨਹੀਂ ਹੋਏਗਾ ਕਿ ਨਹੀਂ, ਫਿਰ ਉਹ ਕੰਮ ਹੋਣਾ ਹੀ ਨਹੀਂ। ਬਿਲਕੁਲ, ਠੀਕ ਹੈ। ਜ਼ਿਆਦਾ ਕਰ ਕਾਉਂਸਲਿੰਗ ਕੰਮ ਕਰਦੀ ਆ। ਮੇਰੇ ਬਹੁਤ ਸਾਰੇ ਪੇਸ਼ੈਂਟ ਆ ਜਿਹੜੇ ਕਹਿੰਦੇ ਆ ਕਿ ਡਾਕਟਰ ਸਾਹਿਬ ਤੁਹਾਡੀ ਕਾਉਂਸਲਿੰਗ ਜਾਂ ਤੁਹਾਡੇ ਗੱਲਬਾਤ ਕਰਨ ਨਾਲ ਹੀ ਬੇਬੀ ਕਨਸੀਵ ਹੋਇਆ। ਰੀਜ਼ਨ ਕਿ ਜੇ ਤੁਸੀਂ ਉਹਨਾਂ ਨੂੰ ਫਲੋ ਦੱਸੀ ਜਾਓਗੇ ਤਾਂ ਉਹਦੇ 'ਤੇ ਕੰਸਨਟਰੇਟ ਕਰੇਗਾ। ਤੁਹਾਨੂੰ ਉਹਨਾਂ ਨੂੰ ਇੱਕ ਪੋਜ਼ੀਟਿਵ ਅਪਰੋਚ ਦੇਣੀ ਚਾਹੀਦੀ ਹੈ ਕਿ ਇੰਨੀ ਵੱਡੀ ਗੱਲ ਨਹੀਂ ਹੈ ਜਿੰਨੀ ਤੁਸੀਂ ਬਣਾਈ ਹੋਈ ਹੈ, ਠੀਕ ਹੈ। ਹਾਂ ਜ਼ਰੂਰ ਮੈਡੀਸਨ ਜ਼ਰੂਰ ਦੇਣੀ ਹੈ, ਉਹਨਾਂ ਨੂੰ ਉਸ ਤਰੀਕੇ ਨਾਲ ਦੱਸਣਾ ਵੀ ਹੈ, ਲੇਕਿਨ ਨਹੀਂ ਪ੍ਰੈਗਨੈਂਸੀ, ਮੈਂ ਪ੍ਰੈਗਨੈਂਸੀ ਨੂੰ ਵੀ ਡਿਜ਼ੀਜ਼ ਨਹੀਂ ਕਹਿੰਦੀ, ਮੈਂ ਇਨਫਰਟੀਲਿਟੀ ਨੂੰ ਵੀ ਨਹੀਂ ਕਹਿੰਦੀ ਕਿ ਇੱਕ ਬਹੁਤ ਵੱਡੀ ਡਿਜ਼ੀਜ਼ ਹੈ। ਇੱਕ ਮੈਂਟਲ ਲੈਵਲ ਹੈ ਤੁਹਾਡਾ, ਜੇ ਤੁਸੀਂ ਖੁਸ਼ ਹੋ ਕੇ ਸਾਰਾ ਕੁਝ ਕਰੋਗੇ ਤਾਂ ਸਭ ਪੋਜ਼ੀਟਿਵ ਹੁੰਦਾ, ਹੈ ਨਾ। ਇਸ ਚੀਜ਼ ਨੂੰ ਇੱਕ ਪੋਜ਼ੀਟਿਵ ਅਪਰੋਚ ਨਾਲ ਲੈਣਾ ਚਾਹੀਦਾ ਕਿ ਹਾਂ ਇਹ ਪ੍ਰੋਬਲਮ ਹੈ, ਇਹਨੂੰ ਪਰ ਮੈਂ ਤੁਹਾਨੂੰ ਜਿੰਨਾ ਮੇਰੇ ਅੱਜ ਤੱਕ ਦਾ ਐਕਸਪੀਰੀਅੰਸ ਹੈ ਨਾ, 80% ਕਪਲਸ 'ਚ ਹੁੰਦਾ ਹੀ ਕੁਝ ਨਹੀਂ। ਰੀਜ਼ਨ ਕੀ ਹੈ ਕਿ ਹਸਬੈਂਡ ਮੋਬਾਈਲ ਦੇਖ ਰਿਹਾ, ਉਹਦੀ ਕੋਈ ਗੇਮ ਚੱਲ ਰਹੀ ਹੈ, ਉਹਨੂੰ ਸਿਰਫ ਦਿਨ ਦੱਸਣਗੇ ਤਾਂ ਉਹ ਇੰਟੀਮੇਟ ਕਰਨਗੇ ਜੀ, ਇਸ ਤਰ੍ਹਾਂ ਨਹੀਂ ਚੱਲਦਾ। ਬਿਲਕੁਲ, ਹੈ ਨਾ। ਜਸਟ ਹੈਵ ਅ ਕੱਪ ਆਫ ਕਾਫੀ ਟੂਗੈਦਰ। ਅਸੀਂ ਇਹਨਾਂ ਚੀਜ਼ਾਂ ਨੂੰ ਇੰਪੋਰਟੈਂਸ ਨਹੀਂ ਦੇ ਰਹੇ ਹੈਗੇ, ਨਹੀਂ ਦੇ ਰਹੇ ਤਾਂ ਹੀ ਸਫਰ ਕਰ ਰਹੇ। ਬਿਲਕੁਲ, ਹਾਂ। ਤੁਸੀਂ ਸਿੰਪਲ ਉਸ ਚੀਜ਼ ਨੂੰ ਆਪਣੀ ਫੈਮਿਲੀ 'ਚੋਂ, ਮੈਂ ਜ਼ਿਆਦਾਤਰ ਪੇਸ਼ੈਂਟ ਨੂੰ ਇਹ ਕਹਿੰਦੀ ਹਾਂ ਕਿ ਉਹ ਕਹਿੰਦੇ ਜੀ ਸਾਨੂੰ ਨਾ ਰਿਸ਼ਤੇਦਾਰ ਬੜਾ ਪੁੱਛਦੇ ਆ, ਅਸੀਂ ਕਿਸੇ ਫੰਕਸ਼ਨ 'ਤੇ ਜਾਂਦੇ ਹਾਂ ਤਾਂ ਅਸੀਂ ਇਹ ਬੜਾ ਸਟ੍ਰੈਸ ਹੁੰਦੇ ਆ। ਮੈਂ ਕਹਿੰਦੀ ਹਾਂ ਉਹਦਾ ਆਨਸਰ ਵੀ ਤਾਂ ਇਹੀ ਹੈ ਨਾ, ਜੇ ਤੁਹਾਨੂੰ ਪ੍ਰੈਗਨੈਂਸੀ ਹੋਏਗੀ। ਔਰ ਸਭ ਤੋਂ ਵੱਡੀ ਗੱਲ ਹੈ ਕਿ ਕੋਈ ਬੋਲ ਤੁਹਾਡੇ ਤੱਕ ਤਦ ਤੱਕ ਅਪਰੋਚ ਨਹੀਂ ਕਰ ਸਕਦੀ ਜਦ ਤੱਕ ਤੁਸੀਂ ਬੋਲ ਅਸੈਪਟ ਨਹੀਂ ਕਰਦੇ। ਬਿਲਕੁਲ, ਜੇ ਉਹ ਤੁਹਾਨੂੰ ਕੁਝ ਕਹਿ ਰਹੇ ਆ ਤਾਂ ਤੁਸੀਂ ਅਸੈਪਟ ਕਰ ਲਿਆ ਤਾਂ ਤੁਸੀਂ ਮੂਰਖ ਹੋ। ਉਹ ਤਾਂ ਕਹਿ ਕੇ ਚਲੇ ਗਏ, ਤੁਸੀਂ ਕਿਉਂ ਟੈਨਸ਼ਨ ਲੈ ਰਹੇ ਹੋ, ਹੈ ਨਾ। ਔਰ ਬੇਸਿਕਲੀ ਕੋਈ ਪ੍ਰੋਬਲਮ ਨਹੀਂ ਹੁੰਦੀ, ਤੁਸੀਂ ਸਿਰਫ ਆਪਣੇ ਇੱਕ ਬੇਸਿਕ ਹਾਰਮੋਨਸ ਟੈਸਟ ਕਰਵਾਓ, ਡਾਕਟਰ ਦੇ ਕੋਲ ਜਾਓ, ਔਰ ਤਰੀਕੇ ਨਾਲ ਜੇ ਤੁਸੀਂ ਟ੍ਰੀਟਮੈਂਟ ਕਰਵਾਓ। ਮੇਰੇ ਜ਼ਿਆਦਾਤਰ ਪੇਸ਼ੈਂਟ ਨੂੰ 2 ਜਾਂ 3 ਮਹੀਨੇ 'ਚ ਮੈਨੂੰ ਰਿਜ਼ਲਟ ਮਿਲ ਜਾਂਦਾ। ਉਹਦਾ ਰੀਜ਼ਨ ਵੀ ਇਹੀ ਹੁੰਦਾ ਕਿ ਅਸੀਂ ਬਹੁਤ ਜ਼ਿਆਦਾ ਸਟ੍ਰੈਸ 'ਚ ਨਹੀਂ ਲੈ ਕੇ ਜਾਂਦੀ, ਇੱਕ ਨਾਰਮਲ ਵੇ ਨਾਲ ਦੱਸ ਦਿੰਦੇ ਆ। ਔਰ ਉਸ ਚੀਜ਼ ਨੂੰ ਜੇ ਤੁਸੀਂ ਇੰਜੋਏ ਕਰਕੇ ਕਰੋਗੇ ਤਾਂ ਤੁਹਾਨੂੰ ਕੋਈ ਰਿਜ਼ਲਟ ਹੈ, ਜੇ ਨਹੀਂ ਇੰਜੋਏ ਕਰੋਗੇ ਤਾਂ ਫਿਰ। ਬਿਲਕੁਲ, ਇਹਨੂੰ ਤੁਸੀਂ ਥੋੜ੍ਹਾ ਜਿਹਾ ਐਲੈਬੋਰੇਟ ਕਰ ਸਕਦੇ ਹੋ, ਕਿਉਂਕਿ ਅੱਜ ਦੇ ਟਾਈਮ ਦਾ ਬਹੁਤ ਮੇਜਰ ਇਸ਼ੂ ਆ ਕਿ ਅਸੀਂ ਦਵਾਈਆਂ ਤਾਂ ਖਾ ਸਕਦੇ ਹਾਂ ਪਰ ਹਸਬੈਂਡ ਵਾਈਫ ਇੱਕ ਦੂਜੇ ਨੂੰ ਟਾਈਮ ਨਹੀਂ ਦੇ ਸਕਦੇ। ਜਿਵੇਂ ਆਪਾਂ ਕਿਹਾ ਚਲੋ ਕਿ ਸਰੀਰਕ ਤੌਰ 'ਤੇ ਇੱਕ ਦੂਜੇ ਲਈ ਖਿੱਚ ਮਹਿਸੂਸ ਕਰਨਾ, ਇਹ ਵੀ ਇੱਕ ਕੁਦਰਤੀ ਗੱਲ ਆ, ਹੈ ਨਾ, ਕਿਉਂਕਿ ਤੁਸੀਂ ਅੱਗੇ ਪਰਿਵਾਰ ਤੋਰਨਾ ਹੁੰਦਾ ਤਾਂ ਤੁਹਾਡੇ ਲਈ ਬਹੁਤ ਜ਼ਰੂਰੀ ਆ, ਕਿਉਂਕਿ ਬੱਚਾ ਉਹਨਾਂ ਚੀਜ਼ਾਂ ਦੇ ਨਾਲ ਹੀ ਹੋਣਾ, ਹੈ ਨਾ। ਤਾਂ ਇਹਨੂੰ ਤੁਸੀਂ ਥੋੜ੍ਹਾ ਜਿਹਾ ਐਲੈਬੋਰੇਟ ਕਰ ਸਕਦੇ ਹੋ ਕਿ ਇੱਕ ਹਸਬੈਂਡ ਵਾਈਫ ਦਾ ਮਾਹੌਲ ਕਿਵੇਂ ਦਾ ਹੋਣਾ ਚਾਹੀਦਾ। ਹੁਣ ਮੈਂ ਤੁਹਾਨੂੰ ਇੱਕ ਬੜੀ ਸਿੰਪਲ ਗੱਲ ਦੱਸਦੀ ਹਾਂ, ਜਿੰਨਾ ਸਕਸੈਸ ਰੇਟ ਮੇਰਾ ਪ੍ਰੈਗਨੈਂਸੀ ਦਾ ਕੋਵਿਡ ਟਾਈਮ 'ਤੇ ਰਿਹਾ, ਸ਼ਾਇਦ ਕਦੇ ਵੀ ਨਹੀਂ ਹੋਇਆ। ਰੀਜ਼ਨ ਕੀ ਸੀ? ਕਿਸੇ ਦੇ ਕੋਲ ਜੌਬ ਨਹੀਂ ਸੀ, ਕਿਸੇ ਕੋਲ ਕੰਮ ਨਹੀਂ ਸੀ, ਕਿਸੇ ਨੂੰ ਆਫਿਸ ਦਾ ਸਟ੍ਰੈਸ ਨਹੀਂ ਸੀ, ਘਰ ਸੀ,
ਇੱਕ ਅੱਛਾ ਮਾਹੌਲ ਸੀ, ਅੱਛਾ ਖਾਣਾ ਪੀਣਾ ਸੀ, ਉਹਦੇ ਚ ਪ੍ਰੈਗਨੈਂਸੀ ਇੰਨੇ ਅੱਛੇ ਰਿਜ਼ਲਟ ਆਏ ਨਾ। ਰੀਜ਼ਨ ਪ੍ਰੋਬਲਮ ਕੀ ਹੈ ਕਿ ਤੁਸੀਂ ਸਾਰਾ ਦਿਨ ਤੁਸੀਂ ਕਿਸੇ ਵੀ ਆਫਿਸ 'ਚ ਜਾਂਦੇ ਹੋ, ਕਿਤੇ ਵੀ ਜਾਂਦੇ ਹੋ, ਉੱਥੇ ਕੁਛ ਨਾ ਕੁਛ ਥੋੜੀ ਬਹੁਤੀ ਗੜਬੜ ਹੁੰਦੀ ਹੈ। ਤੁਸੀਂ ਘਰ ਆਉਂਦੇ ਹੋ ਸਟ੍ਰੈਸਡ ਹੁੰਦੇ ਹੋ, ਠੀਕ ਹੈ। ਜੋ ਤੁਹਾਡਾ ਪਾਰਟਨਰ ਆ ਉਹ ਵੀ ਤੁਹਾਡੇ ਤੋਂ ਕੁਛ, ਔਰ ਵੈਸੇ ਵੀ ਮੈਂ ਦੇਖਿਆ ਕਿ ਫੀਮੇਲ ਵੀ ਤੁਹਾਡੇ ਵਰਕਿੰਗ ਹੀ ਹੈ। ਮੈਂ ਤਾਂ ਐਸੇ ਪੇਸ਼ੈਂਟ ਦੇਖੇ ਆ ਜੀ ਜਿਹੜੇ ਇਸ ਚੀਜ਼ ਨੂੰ ਵੀ ਲੈਂਦੇ ਆ ਜੀ ਕਿ ਇਹ ਡੇਜ਼ ਵੀ ਨਾ ਸਾਨੂੰ ਦੱਸੋ, ਇਸ ਡੇਜ਼ 'ਚ ਮੇਰੀ ਮੀਟਿੰਗ ਹੈ। ਬਿਲਕੁਲ। ਤੁਹਾਡੇ ਕੋਲ ਜੀ ਇੱਕ ਦੂਜੇ ਲਈ ਟਾਈਮ ਨਹੀਂ ਹੈ ਤਾਂ ਪਰਮਾਤਮਾ ਤੁਹਾਨੂੰ ਉਹ ਚੀਜ਼ ਕਿਉਂ ਦੇ ਜਿਹਦੇ ਲਈ ਇੰਨੀ ਰਿਸਪੌਂਸਿਬਿਲਿਟੀ ਚਾਹੀਦੀ ਹੈ। ਬਿਲਕੁਲ ਸਹੀ ਗੱਲ ਹੈ ਨਾ। ਤੁਸੀਂ ਹਜੇ ਆਪਸ 'ਚ ਹੀ ਟਾਈਮ ਨਹੀਂ ਦੇ ਪਾ ਰਹੇ, ਬਿਲਕੁਲ ਇੰਟੀਮੇਟ ਨਹੀਂ ਕਰ ਪਾ ਰਹੇ। ਤੁਸੀਂ ਇੰਟੀਮੇਟ ਕਰਨਾ ਚਾਹੁੰਦੇ ਵੀ ਹੋ ਤਾਂ ਇਹ ਸੋਚ ਕੇ ਕਰਨਾ ਚਾਹੁੰਦੇ ਹੋ ਕਿ ਇਹਦੇ ਨਾਲ ਪ੍ਰੈਗਨੈਂਸੀ ਹੋਏਗੀ। ਇਨਜਸਟਿਸ ਤਾਂ ਨਾ ਕਰੋ ਇੱਕ ਦੂਜੇ ਨਾਲ, ਬਿਲਕੁਲ, ਹੈ ਨਾ। ਐਟਲੀਸਟ ਇੰਜੋਏ ਤਾਂ ਕਰੋ ਉਸ ਚੀਜ਼ ਨੂੰ ਜੋ ਪਰਮਾਤਮਾ ਨੇ ਤੁਹਾਨੂੰ ਦਿੱਤੀ ਹੈ। ਪ੍ਰੈਗਨੈਂਸੀ ਤਾਂ ਆਪਣੇ ਆਪ ਹੀ ਹੋ ਜਾਏਗੀ। ਬਿਲਕੁਲ। ਤੁਸੀਂ ਮੈਮ ਅੱਜ ਤੋਂ 20-25 ਸਾਲ ਪਹਿਲਾਂ ਜਦੋਂ ਅਲਟਰਾਸਾਊਂਡ ਨਹੀਂ ਹੁੰਦੇ ਸੀ, ਪ੍ਰੈਗਨੈਂਸੀ ਉਦੋਂ ਵੀ ਹੋ ਜਾਂਦੀ ਸੀ। ਹੁਣ ਤਾਂ ਜਿੰਨਾ ਤੁਹਾਡੇ ਸਾਧਨ ਵੱਧ ਰਹੇ ਆ, ਤੁਹਾਡੀ ਟੈਨਸ਼ਨ ਵੱਧ ਰਹੀ। ਅੱਛਾ, ਮੈਂ ਤੁਹਾਨੂੰ ਇੱਕ ਹੋਰ ਬਹੁਤ ਵੱਡਾ ਐਗਜ਼ਾਮਪਲ ਦਿੰਦੀ ਹਾਂ। ਮੇਰੇ ਕੋਲ ਇੱਕ ਲੇਡੀ ਆਉਂਦੀ ਸੀ, ਉਹਦੇ 14 ਸਾਲ ਤੋਂ ਬੇਬੀ ਨਹੀਂ ਹੋਇਆ ਸੀ, 14 ਸਾਲ ਤੋਂ। ਔਰ ਉਹ ਮੇਰੇ ਕੋਲ ਜਿਸ ਦਿਨ ਪਹਿਲੇ, ਤਾਂ ਮੇਰੀ ਸਿਸਟਰ ਇਨ ਲਾਅ ਨੇ ਉਹਨੂੰ ਭੇਜਿਆ ਸੀ। ਉਹ ਮੇਰੇ ਕੋਲ ਜਿਸ ਦਿਨ ਆਈ ਨਾ, ਉਹ ਰੋਣ ਲੱਗ ਗਈ ਕਿ ਮੈਡਮ ਮੈਨੂੰ ਨਾ ਸਭ ਨੇ ਮਨਾ ਕਰਤਾ, ਮੇਰੇ ਹਸਬੈਂਡ ਨਾ ਸ਼ਾਇਦ ਚਲੋ ਕੁਝ ਹੋਰ ਪਲਾਨ ਕਰ ਰਹੇ ਆ। ਮੈਂ ਕਿਹਾ ਬੇਟੇ ਤੂੰ ਟੈਨਸ਼ਨ ਨਾ ਲੈ। ਅਤੇ ਮੈਂ ਉਹਨੂੰ ਜਿੱਦਾਂ ਨੋਰਮਲ ਅਸੀਂ ਵੀ ਓਵੂਲੇਸ਼ਨ ਸਟੱਡੀ ਕਰਵਾਉਂਦੇ ਹਾਂ, ਤਾਂ ਮੈਂ ਉਹਦੀ ਓਵੂਲੇਸ਼ਨ ਸਟੱਡੀ ਕਰਾਈ। ਮੈਂ ਉਹਦੀ ਉਹ ਸਟੱਡੀ ਸੰਭਾਲ ਕੇ ਰੱਖੀ ਬਹੁਤ ਸਾਰੇ ਪੇਸ਼ੈਂਟ ਲਈ। ਉਹਦੇ ਵਿੱਚ ਆਇਆ ਸੀ ਕਿ ਮਲਟੀਪਲ ਸਮੋਲ ਫੋਲੀਕਲ, ਯਾਨੀ ਕਿ ਐਗ ਨਹੀਂ ਪ੍ਰੋਪਰ ਬਣਿਆ, ਛੋਟੇ ਛੋਟੇ ਐਗ ਬਣੇ ਹੋਏ। ਮੈਂ ਉਹਨੂੰ ਨਹੀਂ ਦੱਸਿਆ ਕਿਉਂਕਿ ਉਹ ਅਨਪੜ੍ਹ ਸੀ। ਜੋ ਪੜ੍ਹਿਆ ਲਿਖਿਆ ਹੁੰਦਾ ਤਾਂ ਸ਼ਾਇਦ ਮੈਨੂੰ ਔਖਾ ਹੋ ਜਾਂਦਾ ਜੀ, ਠੀਕ ਹੈ। ਉਹਨੇ ਗੂਗਲ ਕਰਨਾ ਸੀ ਤਾਂ ਉਹਨਾਂ ਨੇ, ਮੈਂ ਕਿਹਾ ਬੇਟੇ ਪਰਮਾਤਮਾ ਦੇ ਘਰ ਦਾ ਕੁਛ ਨਹੀਂ ਪਤਾ ਹੁੰਦਾ, ਇਹ 10 ਦਿਨ ਟਰਾਈ ਕਰਿਓ ਕਿ ਹਜੇ ਸ਼ਾਇਦ ਸਮੋਲ ਫੋਲੀਕਲ ਹੈ, ਐਗ ਬਣ ਸਕਦਾ। ਮੈਂ ਤੈਨੂੰ ਮੈਡੀਸਨ ਦਿੱਤੀ ਹੈ, ਐਗ ਬਣ ਸਕਦਾ। ਉਸਨੇ ਉਸੇ ਮਹੀਨੇ ਕਨਸੀਵ ਕੀਤਾ ਜੀ। ਵਾਓ। ਠੀਕ ਹੈ। ਤਾਂ ਤੁਸੀਂ ਕਿੰਨਾ ਕੁ ਰਿਪੋਰਟਾਂ ਤੇ ਬਿਲੀਵ ਕਰ ਸਕਦੇ ਹੋ। ਔਰ ਸਭ ਤੋਂ ਵੱਡੀ ਗੱਲ ਹੈ, ਗੂਗਲ ਨਾ ਕਰੋ। ਤੁਹਾਨੂੰ ਜੇ ਮੈਂ ਦੇਖ ਰਹੀ ਹਾਂ, ਤੁਹਾਡਾ ਮੈਂ ਹਰ ਪੇਸ਼ੈਂਟ ਨੂੰ ਕਹਿੰਦੀ ਤੁਹਾਡਾ ਗੂਗਲ ਮੈਂ, ਕਿਉਂਕਿ ਜੇ ਮੈਂ ਕੋਈ ਵੀ ਚੀਜ਼, ਜੇ ਮੈਂ ਤੁਸੀਂ ਕਹੋ ਕਿ ਮੈਂ ਘਰ ਬਣਾ ਲੂੰਗੀ ਗੂਗਲ ਦੇਖ ਕੇ, ਮੈਂ ਨਹੀਂ ਬਣਾ ਸਕਦੀ। ਬਿਲਕੁਲ ਸਹੀ, ਠੀਕ ਹੈ। ਮੈਂ ਇੰਜੀਨੀਅਰਿੰਗ ਨਹੀਂ ਕਰ ਸਕਦੀ, ਮੈਂ ਕੋਈ ਵੀ ਪ੍ਰੋਫੈਸ਼ਨ ਨਹੀਂ ਕਰ ਸਕਦੀ। ਈਵਨ ਮੈਂ ਇੱਕ ਕਾਰਪੈਂਟਰ ਦਾ ਕੰਮ ਵੀ ਨਹੀਂ ਕਰ ਸਕਦੀ ਗੂਗਲ ਦੇਖ। ਤੁਸੀਂ ਡਾਕਟਰ ਬਣ ਰਹੇ ਹੋ। ਹਰ ਪੇਸ਼ੈਂਟ ਦੇ ਪਿੱਛੇ ਮੇਰਾ ਕੋਈ 20 ਸਾਲ ਦਾ ਐਕਸਪੀਰੀਅੰਸ ਹੋਏਗਾ ਜੀ। ਬਿਲਕੁਲ, ਹੈ ਨਾ। ਤੁਹਾਡੀ ਸ਼ਕਲ ਕਿਸੇ ਨਾਲ ਨਹੀਂ ਮਿਲਦੀ, ਤੁਹਾਡੇ ਪੀਰੀਅਡਸ ਦੀ ਹਿਸਟਰੀ ਕਿਸੇ ਨਾਲ ਨਹੀਂ ਮਿਲਦੀ, ਤੁਹਾਡਾ ਰੰਗ ਕਿਸੇ ਨਾਲ ਨਹੀਂ ਮਿਲ ਰਿਹਾ, ਫਿਰ ਤੁਹਾਡਾ ਟਰੀਟਮੈਂਟ ਕਿਸੇ ਨਾਲ ਕਿੱਦਾਂ ਮਿਲ ਸਕਦਾ। ਐਗਜ਼ੈਕਟਲੀ, ਠੀਕ ਹੈ। ਤਾਂ ਉਸ ਚੀਜ਼ ਨੂੰ ਮੈਂ ਹਮੇਸ਼ਾ ਪੇਸ਼ੈਂਟ ਨੂੰ ਕਹਿੰਦੀ ਹਾਂ ਕਿ ਸਟ੍ਰੈਸ ਲੈਵਲ ਆਪਣਾ ਘਟਾਓ। ਜੇ ਤੁਸੀਂ ਸਟ੍ਰੈਸ ਲੈਵਲ ਘਟਾਓਗੇ, ਪ੍ਰੈਗਨੈਂਸੀ ਵੱਡਾ ਇਸ਼ੂ ਨਹੀਂ ਹੈ। ਬਿਲਕੁਲ, ਠੀਕ ਹੈ। ਤੁਸੀਂ ਇੱਕ ਨੋਰਮਲ ਮੈਡੀਸਨ ਦੇ ਨਾਲ ਵੀ ਕਨਸੀਵ, ਮੈਂ ਤਾਂ ਨੋਰਮਲ ਦੇਖਿਆ ਮੈਮ ਕਿ ਜੇ ਤੁਸੀਂ ਇੱਕ ਸਿੰਪਲ ਇੱਕ ਓਵੂਲੇਸ਼ਨ ਲਈ ਦੇ ਦਿੱਤਾ, ਉਹਨਾਂ ਨੂੰ ਕਿਹਾ ਕਿ ਤੁਸੀਂ ਟਰਾਈ ਕਰੋ। ਪੇਸ਼ੈਂਟ ਹੁਣ ਵੀ ਮੇਰੇ ਕੋਲ ਪਿਛਲੇ ਮਹੀਨੇ ਵੀ ਇੱਕ ਪੇਸ਼ੈਂਟ ਆਇਆ, 9 ਸਾਲ ਬਾਅਦ ਉਹਨੂੰ ਹੋਇਆ। ਉਹਨੇ ਸਿਰਫ ਮੇਰੇ ਤੋਂ 15 ਦਿਨ ਮੈਡੀਸਨ ਲਈ ਹੈ ਜੀ, 15 ਦਿਨ। ਉਹਨੂੰ ਸਿਰਫ ਇੱਕ ਗੱਲ ਕਹਿ ਰਹੀ ਹਾਂ ਕਿ ਬੇਟਾ ਫਾਈਲ ਇੱਥੇ ਹੀ ਰੱਖ ਜਾ, ਇਹ ਟੈਨਸ਼ਨ ਨਹੀਂ ਹੈ। ਕਿਉਂਕਿ ਘਰ ਜਾ ਕੇ ਇਹੀ ਦੇਖੋਗੇ, ਕੁਛ ਨਾ ਕੁਛ ਸਰਚ ਕਰੋਗੇ, ਤੁਸੀਂ ਪ੍ਰੋਲੈਕਟਿਨ ਲੈਵਲ ਸਰਚ ਕਰ ਰਹੇ ਹੋ, ਸਾਰਾ ਕੁਝ, ਕੀ ਪਤਾ ਉਸ ਟਾਈਮ ਤੁਹਾਡਾ ਲੈਵਲ ਠੀਕ ਹੋਵੇ। ਬਿਲਕੁਲ, ਹੈ ਨਾ। ਤੁਸੀਂ ਆਪਣੇ ਆਪ ਨੂੰ ਬਿਮਾਰ ਅੱਧਾ ਗੂਗਲ ਤੋਂ ਕਰ ਰਹੇ ਹੋ, ਨਹੀਂ ਕਰੋ। ਬਿਲਕੁਲ। ਇੱਕ ਜਦੋਂ ਆਪਣੀ ਪ੍ਰੈਗਨੈਂਸੀ ਹੁੰਦੀ ਹੈ, ਬਹੁਤ ਸਾਰੀਆਂ ਲੇਡੀਜ਼ ਨੇਗੀਆਂ ਅਟੈਂਸ਼ਨ ਸੀਕਰ ਹੋ ਜਾਂਦੀਆਂ ਨੇ। ਮੈਨੂੰ ਨਹੀਂ ਪਤਾ ਕਿ ਉਹਦਾ ਰੀਜ਼ਨ ਕੀ ਹੁੰਦਾ। ਮੈਂ ਚਾਹੂੰਗੀ ਤੁਹਾਡੇ ਤੋਂ ਜਾਣਨਾ ਕਿ ਇਹ ਨੋਰਮਲ ਹੈ ਜਾਂ ਅਬਨੋਰਮਲ ਹੈ, ਕਿ ਪ੍ਰੈਗਨੈਂਸੀ ਦੇ ਵਿੱਚ ਉਹ ਚਾਹੁੰਦੇ ਨੇ ਕਿ ਬਹੁਤ ਜ਼ਿਆਦਾ ਅਟੈਂਸ਼ਨ ਉਹਨਾਂ ਨੂੰ ਮਿਲੇ। ਨਿੱਕੀ ਨਿੱਕੀ ਚੀਜ਼ ਕਈ ਵਾਰੀ ਉਹਨਾਂ ਨੂੰ ਹੁੰਦਾ ਕਿ ਮੈਂ ਗੱਲ ਕਹੀ ਹੈ ਅਤੇ ਇਹ ਚੀਜ਼ ਪੂਰੀ ਹੋਣੀ ਚਾਹੀਦੀ ਹੈ। ਜਾਂ ਪੋਸਟ ਪ੍ਰੈਗਨੈਂਸੀ ਦੇ ਵਿੱਚ ਵੀ ਇਹ ਚੀਜ਼ਾਂ ਹੁੰਦੀਆਂ ਨੇ ਕਿ ਜਦੋਂ ਤੁਹਾਡੀ ਡਿਲੀਵਰੀ ਹੋ ਗਈ ਅਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਲੇਡੀਜ਼ ਨੇ ਜਿਹੜੀਆਂ ਅਟੈਂਸ਼ਨ ਸੀਕਰ ਹੋ ਜਾਂਦੀਆਂ ਨੇ। ਤਾਂ ਇਹਦਾ ਕੀ ਰੀਜ਼ਨ ਆ, ਇਹ ਸਹੀ ਹੈ ਜਾਂ ਨਹੀਂ? ਨਹੀਂ ਮੈਮ, ਦੇਖੋ ਅਟੈਂਸ਼ਨ ਸੀਕਰ ਹੋਣਾ, ਮੈਨੂੰ ਲੱਗਦਾ ਕਿ ਜੇ ਕੋਈ ਤੁਹਾਡੀ ਫੈਮਿਲੀ 'ਚ ਇੰਨਾ ਬਹੁਤ ਪਿਆਰੀ ਜੀ ਚੀਜ਼ ਲੈ ਕੇ ਆ ਰਿਹਾ, ਜੋ ਥੋੜ੍ਹੀ ਜਿਹੀ ਅਟੈਂਸ਼ਨ ਮੰਗ ਵੀ ਰਿਹਾ, ਤਾਂ ਮਾੜਾ ਤਾਂ ਕੁਛ ਨਹੀਂ। ਮੈਂ ਆਪਣੇ ਹਸਪੀਟਲ 'ਚ ਦੇਖਦੀ ਸੀ ਜੀ, ਮੈਂ ਜਲੰਧਰ ਕੰਮ ਕੀਤਾ। ਉੱਥੇ ਜਦੋਂ ਡਿਲੀਵਰੀ ਹੁੰਦੀ ਸੀ ਨਾ, ਤਾਂ ਹਸਬੈਂਡ ਕਈ ਵਾਰ ਬੁੱਕੇ ਲੈ ਕੇ ਆ ਰਹੇ ਆ ਜਾਂ ਕੋਈ ਚੀਜ਼ ਲੈ ਕੇ ਆ ਰਹੇ, ਤਾਂ ਕੋਈ ਬੁਰਾ ਤਾਂ ਨਹੀਂ ਹੈ ਨਾ ਜੀ। ਉਹ ਤੁਹਾਡੇ ਦੇਖੋ, ਉਹਨੇ 3 ਮਹੀਨੇ ਵੋਮਿਟਿੰਗ ਕਰਨੀ ਹੈ, ਕੁਛ ਨਹੀਂ ਖਾਣਾ, ਕਿਹਦੇ ਲਈ ਕਰ ਰਹੀ ਹੈ? ਟਾਈਮ ਹੀ ਮੰਗ ਰਹੀ ਹੈ, ਜ਼ਿਆਦਾ ਕੁਛ ਤਾਂ ਨਹੀਂ ਮੰਗ ਰਹੀ। ਮੈਂ ਬਹੁਤ ਛੋਟਾ ਐਗਜ਼ਾਮਪਲ, ਮੈਂ ਤੁਹਾਨੂੰ ਕਹਿ ਰਹੀ ਨਾ, ਮੈਨੂੰ ਛੋਟੀਆਂ ਚੀਜ਼ਾਂ ਜ਼ਿਆਦਾ ਅਟੈਚ ਕਰਦੀਆਂ। ਕੱਲ੍ਹ ਪਰਸੋਂ ਵੀ ਕਿਸੇ ਦੇ ਗੁੜੀਆ ਹੋਈ, ਔਰ ਉਹ ਜਦੋਂ ਲੇਡੀ ਬਾਹਰ ਆਈ, ਉਹਦੇ ਹਸਬੈਂਡ ਨੇ ਉਹਨੂੰ ਬਹੁਤ ਅੱਛਾ ਹੱਗ ਕੀਤਾ। ਇਹ ਉਹਨੂੰ ਸਾਰੀ ਉਮਰ ਯਾਦ ਰਹੇਗਾ। ਬਿਲਕੁਲ,
ਮਤਲਬ ਮੈਨੂੰ ਲੱਗਿਆ ਕਿ ਇੱਕ ਬੜਾ ਅੱਛਾ ਵੈਲਕਮ ਸੀ ਕਿ ਉਹਨੇ ਬਹੁਤ ਪਿਆਰ ਨਾਲ ਆਪਣੀ ਵਾਈਫ ਨੂੰ ਅਟੈਂਡ ਕੀਤਾ। ਇਸ ਤੋਂ ਇਲਾਵਾ ਕਿ ਉਹ ਫੋਨ 'ਚ ਬਿਜ਼ੀ ਹੈ, ਇਹ ਹੋ ਗਿਆ ਜੀ, ਇਹ ਹੋ ਗਿਆ ਜੀ। ਮੈਨੂੰ ਲੱਗਦਾ ਕਿ ਜਿਹਨੇ ਲੇਬਰ ਪੇਨ ਲਈ ਹੈ ਜਾਂ 8-9 ਘੰਟੇ ਪੇਨਸ ਲਈਆਂ, ਉਹਨੇ ਤੁਹਾਡੀ ਫੈਮਿਲੀ ਲਈ ਲਈਆਂ ਨਾ ਜੀ, ਹੈ ਨਾ। ਉਹ ਚੀਜ਼ ਲਈ ਜੇ ਉਹ ਥੋੜਾ ਜਿਹਾ ਅਟੈਂਸ਼ਨ ਮੰਗਦੇ ਆ, ਮੇ ਬੀ ਹਾਰਮੋਨਲ ਹੋ ਸਕਦਾ, ਲੇਕਿਨ ਜੇ ਉਹ ਥੋੜੀ ਜਿਹੀ ਅਟੈਂਸ਼ਨ ਮੰਗਦੇ ਆ ਦੇਣ 'ਚ ਬੁਰਾਈ ਵੀ ਕੋਈ ਨਹੀਂ ਜੀ। ਠੀਕ ਹੈ। ਦੇਖੋ ਮੈਂ ਤਾਂ ਇਹੀ ਗੱਲ ਕਹਿ ਰਹੀ ਹਾਂ ਕਿ ਹਿਊਮੈਨਿਟੀ ਔਰ ਇਮੋਸ਼ਨਸ ਜ਼ਿੰਦਾ ਰੱਖੋ। ਜੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਸਿਰਫ ਮੋਬਾਈਲ ਹੀ ਦੇਖਣਾ ਹੈ ਜਾਂ ਅਸੀਂ ਦੁਨੀਆ ਨੂੰ ਖੁਸ਼ ਕਰਨਾ ਹੈ, ਜਿਹੜਾ ਬੰਦਾ ਤੁਹਾਡੇ ਲਈ ਇੰਨੇ ਸੈਕਰੀਫਾਈਸ ਕਰ ਰਿਹਾ ਉਹਨੂੰ ਥੋੜਾ ਜਿਹਾ ਜੇ ਆਪਾਂ ਅਲੱਗ ਫੀਲ ਕਰਵਾ ਦਈਏ ਤਾਂ ਬਲੌਗ ਬਣਾਉਣਾ ਤਾਂ ਹੋਣਾ ਨਹੀਂ ਜੀ ਮੈਮ, ਹੈ ਨਾ। ਜਿੱਦਾਂ ਆਪਾਂ ਕਹੀਏ ਕਿ ਕੋਈ ਦਿਖਾ ਰਿਹਾ ਤਾਂ ਸਾਨੂੰ ਖੁਸ਼ੀ ਹੋ ਰਹੀ ਹੈ, ਸਾਨੂੰ ਆਪ ਕਰਕੇ ਅੱਛਾ ਲੱਗੂਗਾ। ਬਿਲਕੁਲ, ਮੈਨੂੰ ਤਾਂ ਇਹੀ ਲੱਗਦਾ ਕਿ ਜਦੋਂ ਕੋਈ ਮੇਰੇ ਕੋਲ ਤਾਂ ਕੋਈ ਮਤਲਬ ਵੈਸੇ ਵੀ ਕੋਈ ਆ ਜਾਏ ਨਾ ਤਾਂ ਮੈਂ ਹਮੇਸ਼ਾ ਇਹ ਕਹਿੰਦੀ ਹਾਂ ਕਿ ਮੋਸਟ ਈਵਨ ਮੈਂ ਇਹ ਕਹਿੰਦੀ ਹਾਂ ਕਿ ਜਦੋਂ ਕਿਸੇ ਨੂੰ ਪ੍ਰੈਗਨੈਂਸੀ ਹੁੰਦੀ ਹੈ ਨਾ, ਬੱਚਾ ਬਹੁਤ ਛੋਟਾ ਹੁੰਦਾ, ਮੇ ਵੀ ਉਹਦੀ ਹਾਰਟ ਬੀਟ ਆਈ ਹੈ ਕਿ ਨਹੀਂ, ਉਹਨੂੰ ਇਹ ਕਹੋ ਵੈਲਕਮ ਟੂ ਦਿਸ ਵਰਲਡ। ਕਹਿਣਾ ਚਾਹੀਦਾ। ਆਪਣੀ ਪ੍ਰੈਗਨੈਂਸੀ 'ਚ ਇੱਕ ਪੋਜ਼ੀਟਿਵ ਅਪਰੋਚ ਆਪਣੇ ਬੱਚਿਆਂ ਨੂੰ ਦੇਣੀ ਚਾਹੀਦੀ ਹੈ। ਲੋਕ ਕੀ ਕਹਿੰਦੇ ਆ ਕਿ ਸ਼ਾਇਦ ਬੱਚਾ ਬਾਹਰ ਆ ਕੇ ਸੁਣਦਾ, ਪਰ ਮੈਂ ਕਹਿੰਦੀ ਉਹ ਅੰਦਰ ਵੀ ਬਹੁਤ ਕੁਝ ਸੁਣ ਰਿਹਾ ਤੇ ਦੇਖ ਰਿਹਾ। ਬਿਲਕੁਲ ਠੀਕ ਹੈ। ਤਾਂ ਮੇਰੇ ਹਿਸਾਬ ਨਾਲ ਪੋਜ਼ੀਟਿਵ ਔਰ ਇਹ ਚੀਜ਼ ਅੱਛੀ ਹੈ। ਜੇ ਫਾਦਰ ਅਟੈਂਸ਼ਨ ਦੇ ਰਿਹਾ ਜਾਂ ਉਹਨੂੰ ਉਹ ਕੇਅਰ ਮਿਲ ਰਹੀ ਹੈ, ਉਹ ਬੱਚੇ ਤੱਕ ਵੀ ਜਾ ਰਹੀ ਹੈ ਔਰ ਉਹ ਪੇਸ਼ੈਂਟ ਉਹਨੂੰ ਦੇਖੋ। ਮੈਂ ਤੁਹਾਨੂੰ ਇੱਕ ਗੱਲ ਕਹਿ ਰਹੀ ਹਾਂ ਕਿ ਜੇ ਉਹ ਤੁਹਾਡਾ ਬੈਡ ਬਿਹੇਵੀਅਰ ਸਾਰੀ ਉਮਰ ਯਾਦ ਰੱਖੇਗੀ ਤਾਂ ਤੁਹਾਡਾ ਅੱਛਾ ਬਿਹੇਵੀਅਰ ਵੀ ਸਾਰੀ ਉਮਰ ਯਾਦ ਰੱਖੇਗੀ। ਬਿਲਕੁਲ, ਹੈ ਨਾ। ਜਦੋਂ ਜਿੱਦਾਂ ਨੋਰਮਲ ਹੈ ਜੀ, ਜੇ ਹਸਬੈਂਡ ਨੂੰ ਬੁਖਾਰ ਹੋਵੇ ਤਾਂ ਵਾਈਫ ਘੁੰਮਦੀ ਹੈ ਨਾ ਪਿੱਛੇ, ਹੈ ਨਾ। ਤਾਂ ਮੈਨੂੰ ਲੱਗਦਾ ਇਸ ਟਾਈਮ ਜੇ ਆਪਾਂ ਥੋੜਾ ਜਿਹਾ ਕਰ ਲਈਏ ਤਾਂ ਠੀਕ ਹੈ, ਕਰਨਾ ਚਾਹੀਦਾ। ਬਿਲਕੁਲ, ਹਾਂਜੀ। ਥੋੜੇ ਮਹੀਨੇ ਪਹਿਲਾਂ ਇਨਫਰਟਿਲਿਟੀ ਦੇ ਉੱਪਰ ਵੀ ਅਸੀਂ ਇੱਕ ਪੂਰਾ ਇੰਟਰਵਿਊ ਕੀਤਾ ਸੀਗਾ, ਜਿਹਦੇ ਵਿੱਚ ਸਾਡੇ ਗੈਸਟ ਨੇ ਦੱਸਿਆ ਕਿ ਉਹ ਲੇਡੀਜ਼ ਨੂੰ ਫੈਮਿਲੀ ਜਾਂ ਤੁਹਾਡਾ ਲਾਈਫ ਪਾਰਟਨਰ ਜਾਂ ਰਿਲੇਟਿਵ ਮਤਲਬ ਕਿਸੇ ਬਾਬੇ ਕੋਲੇ ਲੈ ਗਏ, ਕਿਸੇ ਉਹ ਫਲਾਣੇ ਡਾਕਟਰ ਕੋਲੇ ਚਲ ਜਾਓ, ਉੱਥੋਂ ਹੱਥ ਵਾਲਾ ਕਰਾ ਲਓ। ਉਹ ਕਹਿੰਦੇ ਇੱਕ ਲੇਡੀ ਨੂੰ ਇੰਨਾ ਫਰਸਟ੍ਰੇਟ ਕਰ ਦਿੰਦੇ ਨੇ ਕਿ ਉਹਦੇ ਅੰਦਰ ਬੱਚਾ ਕਰਨ ਦੀ ਜਾਂ ਬੱਚਾ ਹੋਣ ਦੀ ਜਿਹੜੀ ਇੱਛਾ ਹੀ ਮਰ ਜਾਂਦੀ ਆ। ਉਹਨੂੰ ਲੱਗਦਾ ਕਿ ਇੱਕ ਬੱਚੇ ਦੇ ਲਈ ਮੈਨੂੰ ਇੰਨਾ ਜ਼ਿਆਦਾ ਟੌਰਚਰ ਸਹਿਣਾ ਪੈ ਰਿਹਾ। ਮੈਮ ਮੈਂ ਤੁਹਾਨੂੰ ਐਸੇ ਕਪਲ ਨਾਲ ਮਿਲਾ ਸਕਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਗੱਲ ਕਹੀ ਕਿ ਜਦੋਂ ਬੇਬੀ ਹੋ ਗਿਆ, ਉਹਨਾਂ ਦੇ ਦੋਨਾਂ ਦੇ ਬੇਟੇ ਹੋਏ ਸੀ ਔਰ ਇੱਕ ਦੇ ਸ਼ਾਇਦ 17 ਸਾਲ ਬਾਅਦ ਹੋਇਆ, ਇੱਕ ਦੇ ਫੈਬਰਾਇਡ ਸੀ ਕਾਫੀ। ਉਹਨਾਂ ਨੂੰ 3 ਮਹੀਨੇ ਕਹਿੰਦੇ ਜਦੋਂ ਬੱਚਾ ਸਾਡੇ ਕੋਲ ਖੇਲ ਰਿਹਾ ਹੁੰਦਾ ਨਾ, ਸਾਨੂੰ ਯਕੀਨ ਹੀ ਨਹੀਂ ਆਉਂਦਾ ਸਾਡੇ ਬੱਚਾ ਹੋ ਗਿਆ। ਅਸੀਂ ਲੋਕਾਂ ਤੋਂ ਇੰਨੀਆਂ ਗੱਲਾਂ ਸੁਣ ਲਈਆਂ ਸੀ। ਮੈਂ ਉਹਨਾਂ ਨੂੰ ਇੱਕ ਗੱਲ ਕਹਿੰਦੀ ਸੀ, ਮੈਂ ਕਿਹਾ ਦੇਖੋ ਤੁਸੀਂ ਲੋਕਾਂ ਨੂੰ ਚੇਂਜ ਨਹੀਂ ਕਰ ਸਕਦੇ, ਹੈ ਨਾ, ਪਰ ਤੁਸੀਂ ਇਸ ਚੀਜ਼ ਤੋਂ ਇਹ ਸਿੱਖੋ ਕਿ ਅਸੀਂ ਇਹ ਗੱਲ ਕਦੇ ਕਿਸੇ ਨੂੰ ਨਹੀਂ ਕਹਿਣੀ। ਬਿਲਕੁਲ ਸਹੀ। ਕਿਉਂਕਿ ਇਹ ਪਰਮਾਤਮਾ ਦੀ ਦਿੱਤੀ ਹੋਈ ਚੀਜ਼ ਹੈ। ਇੱਕ ਡਾਕਟਰ ਦਾ ਤਾਂ ਤੁਹਾਡਾ ਹਾਰਡ ਵਰਕ ਹੈ ਨਾ, ਤੁਹਾਡੀ ਮਿਊਚੁਅਲ ਅੰਡਰਸਟੈਂਡਿੰਗ ਹੈ, ਤੁਹਾਡੇ ਬੇਬੀ ਹੋ ਗਿਆ। ਤੁਸੀਂ ਕੀ ਕਰ ਸਕਦੇ ਹੋ? ਕਿਉਂਕਿ ਸਾਡੀ ਸੁਸਾਇਟੀ 'ਚ ਤੁਸੀਂ ਕਿਸੇ ਵਿਆਹ 'ਤੇ ਚਲੇ ਜਾਓ, ਤੁਸੀਂ ਕਿਸੇ ਪਾਰਟੀ 'ਤੇ ਚਲੇ ਜਾਓ, ਬੇਬੀ ਨਹੀਂ ਹੋਇਆ, ਕਿੰਨੇ ਸਾਲ ਹੋ ਗਏ ਵਿਆਹ ਨੂੰ, ਕਿਉਂ? ਅਸੀਂ ਓਵਰ ਸਟ੍ਰੈਸ ਕਰ ਦਿੰਦੇ ਹਾਂ ਬੰਦੇ ਨੂੰ। ਬਿਲਕੁਲ ਕਰਦੇ ਹਾਂ ਜੀ। ਮੈਂ ਤੁਹਾਨੂੰ ਦੱਸਿਆ ਨਾ, ਤੁਸੀਂ ਪੀਰੀਅਡਸ ਆਉਣ ਤੋਂ 10 ਦਿਨ ਪਹਿਲਾਂ ਕੁਐਰੀ ਬੈਠ ਜਾਂਦੀ ਹੈ ਜੀ, ਪੀਰੀਅਡਸ ਤਾਂ ਨਹੀਂ ਆ ਗਏ, ਦਰਦ ਤਾਂ ਨਹੀਂ ਹੋ ਰਿਹਾ, ਪੀਰੀਅਡਸ ਆ ਤਾਂ ਨਹੀਂ ਜਾਣਗੇ। ਨਹੀਂ, ਇਹ ਗਲਤ ਹੈ ਨਾ, ਇਹ ਗਲਤ ਹੈ। ਉਹਨਾਂ ਨੂੰ ਵੀ ਇੱਕ ਸਪੇਸ ਦਿਓ, ਇੱਕ ਨਾਰਮਲ ਉਹਦੇ ਨਾਲ ਰੱਖੋ। ਪ੍ਰੈਗਨੈਂਸੀ ਮੈਮ ਇਹ ਪੰਜਾਬ ਹੈ ਜੀ ਜਿੱਥੇ ਪਹਿਲਾਂ 6-6 7-7 ਬੱਚੇ ਵੀ ਪਲ ਜਾਂਦੇ ਸੀ। ਅੱਜ ਉਹੀ ਪੰਜਾਬ ਹੈ ਜਿਹੜਾ ਇੱਕ ਬੱਚੇ ਲਈ ਕਿੱਥੇ ਕਿੱਥੇ ਜਾ ਰਿਹਾ। ਬਿਲਕੁਲ, ਹੈ ਨਾ। ਤੁਸੀਂ ਆਪ ਸੋਚ ਕੇ ਦੇਖੋ, ਕੁਝ ਵੀ ਨਹੀਂ ਹੈ, ਪੈਸਾ ਵੀ ਹੈਗਾ, ਸਭ ਕੁਝ ਹੈਗਾ, ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦੀ ਹਾਂ, ਪੈਸਾ ਸਭ ਕੁਝ ਨਹੀਂ ਕਰ ਸਕਦਾ। ਸਟ੍ਰੈਸ ਤੁਸੀਂ ਘਟਾ ਸਕਦੇ ਹੋ, ਆਪਣਾ ਲਾਈਫ ਸਟਾਈਲ ਚੇਂਜ ਕਰ ਸਕਦੇ ਹੋ। ਪ੍ਰੈਗਨੈਂਸੀ ਵੱਡਾ ਇਸ਼ੂ ਨਹੀਂ ਹੈ। ਬਿਲਕੁਲ ਸਹੀ। ਤੁਸੀਂ ਆਪਣੇ ਆਪ ਨੂੰ ਜੇ ਤੁਸੀਂ ਕਹੋਗੇ ਕਿ ਤੁਸੀਂ, ਮੈਂ ਬਹੁਤ ਕਪਲਸ ਨੂੰ ਦੇਖਿਆ ਜੀ, ਇਹਨੇ ਬਾਹਰ ਜਾਣਾ, ਇਹਨੂੰ ਪ੍ਰੈਗਨੈਂਸੀ ਨਹੀਂ ਹੋਣੀ ਚਾਹੀਦੀ, ਅਸੀਂ ਅਜੇ 1 ਸਾਲ ਪਲਾਨ ਨਹੀਂ ਕਰਨਾ, ਇਹਨੇ ਬਾਹਰ ਜਾਣਾ। ਮੈਨੂੰ ਇਹ ਚੀਜ਼ਾਂ ਥੋੜ੍ਹੀਆਂ ਠੀਕ ਨਹੀਂ ਲੱਗਦੀਆਂ। ਕਿਉਂਕਿ ਮੈਨੂੰ ਇਹ ਲੱਗਦਾ ਕਿ ਜਿੱਦਾਂ ਮੈਂ ਜੌਬ ਕੀਤੀ ਹੈ ਜੀ, ਦੋਨੋਂ ਪ੍ਰੈਗਨੈਂਸੀ 'ਚ ਮੈਂ ਬੱਸਿਸ 'ਚ ਵੀ ਸਫ਼ਰ ਕੀਤਾ, ਮੈਨੂੰ ਕਦੇ ਪ੍ਰੋਬਲਮ ਨਹੀਂ ਆਈ। ਤੁਸੀਂ ਲੇਬਰ ਕਲਾਸ ਦੇਖੀ ਹੈ, ਕਿੱਥੇ ਤੱਕ ਚੜ੍ਹ ਜਾਂਦੇ। ਬਿਲਕੁਲ, ਹੈ ਨਾ। ਆਈ ਹੈ ਕਦੇ ਕਦੇ ਪ੍ਰੋਬਲਮ? ਨਹੀਂ ਆਉਂਦੀ। ਹਾਂ, ਜਿੱਥੇ ਮੈਡੀਕਲ ਇਸ਼ੂ ਹੈ ਉੱਥੇ ਤੁਹਾਨੂੰ ਬੈੱਡ ਰੈਸਟ ਕਰਨਾ ਚਾਹੀਦਾ, ਮੈਂ ਇਹ ਗੱਲ ਕਹਿ ਰਹੀ ਹਾਂ। ਲੇਕਿਨ ਜੇ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਪਲੈਨਿੰਗ, ਸਾਰਾ ਕੁਝ ਪਲੈਨਿੰਗ ਨਾਲ ਨਹੀਂ ਚੱਲਦਾ ਹੁੰਦਾ ਕਿ ਅਸੀਂ ਹਰ ਚੀਜ਼ ਹੀ ਪਲਾਨ ਕਰਕੇ ਕਰਨੀ। ਔਰ ਉਸ ਤੋਂ ਬਾਅਦ ਇੱਕ ਹੋਰ ਜਿਹੜਾ ਨਵਾਂ ਇਸ਼ੂ ਆ ਗਿਆ ਕਿ ਮਤਲਬ ਕਿ ਇੱਕ ਬੇਬੀ ਕਰਨਾ, ਉਹ ਵੀ ਸਟ੍ਰੈਸ ਕਰ ਰਿਹਾ। ਇਹਦੇ 'ਤੇ ਵੀ ਮੈਂ ਜ਼ਰੂਰ ਗੱਲ ਕਰਨਾ ਚਾਹੁੰਦੀ ਹਾਂ ਕਿ ਅੱਜ ਕੱਲ੍ਹ ਸਾਡਾ ਮਾਈਂਡਸੈਟ ਇਹ ਹੋ ਗਿਆ, ਖਾਸ ਤੌਰ 'ਤੇ ਵਰਕਿੰਗ ਜਿਹੜੀਆਂ ਵੂਮੈਨ ਨੇ ਸਾਡੇ ਵਰਗੀਆਂ, ਜਾਂ ਉੱਦਾਂ ਵੀ ਜਿਹੜੇ ਵਰਕਿੰਗ ਨਹੀਂ ਵੀ ਹੈਗੇ, ਤਾਂ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਇੱਕੋ ਹੀ ਬੱਚੇ ਨੂੰ ਸਹੀ ਲਾਈਫ ਸਟਾਈਲ ਦੇ ਸਕਦੇ ਹਾਂ, ਇੱਕੋ ਬੱਚੇ ਦੀ ਅਸੀਂ ਐਜੂਕੇਸ਼ਨ ਅਫੋਰਡ ਕਰਦੇ ਹਾਂ, ਇੱਕੋ ਬੱਚੇ ਦੇ ਲਈ ਅਸੀਂ ਸਾਰਾ ਕੁਝ ਅਫੋਰਡ ਕਰਦੇ ਹਾਂ। ਇੱਕ ਤਾਂ ਵਰਕਿੰਗ ਨੂੰ ਤਾਂ ਇਹ ਹੋ ਜਾਂਦਾ ਕਿ ਅਸੀਂ ਟਾਈਮ ਨਹੀਂ ਪ੍ਰੋਪਰ ਦੇ ਪਾਵਾਂਗੇ। ਵਰਕਿੰਗ ਕਹਿ ਰਹੇ ਹੋ, ਮੈਂ ਤਾਂ ਨਾਰਮਲ ਵੀ ਲਾਈਫ 'ਚ ਹੀ ਦੇਖ ਲਿਆ ਕਿ ਜਿਨ੍ਹਾਂ ਦੇ ਪਹਿਲਾਂ ਮੇਲ ਹੋ ਜਾਂਦਾ, ਬੇਟਾ ਹੋ ਜਾਂਦਾ, ਉਹ ਕਹਿੰਦੇ ਕਿ ਜੀ ਸ਼ਾਇਦ ਜ਼ਮੀਨ ਨਾਲ ਸੈਕਿੰਡ ਨੂੰ ਆਪਾਂ ਨੂੰ ਕਰਨੀ ਪੈ ਜਾਏ, ਇੱਕੋ ਹੀ ਬਹੁਤ ਹੈ ਨਾ। ਨਹੀਂ,
ਤੁਸੀਂ ਦੇਖੋ ਮੈਂ ਇੱਕ ਮੈਂ ਤੁਹਾਨੂੰ ਉਹੀ ਗੱਲ ਕਹਿ ਰਹੀ ਹਾਂ, ਡਾਕਟਰ ਤੋਂ ਪਹਿਲਾਂ ਮੈਂ ਇੱਕ ਮਦਰ, ਇੱਕ ਸਿਸਟਰ। ਮੈਂ ਇਹ ਨਹੀਂ ਕਹਿੰਦੀ ਕਿ ਜ਼ਰੂਰੀ ਤੁਹਾਡਾ ਅਗਲਾ ਬ੍ਰਦਰ ਆਏਗਾ ਜਾਂ ਤੁਹਾਡੀ ਸਿਸਟਰ ਆਏਗੀ, ਭੈਣ ਭਰਾ ਕੋਈ ਵੀ ਆਏ ਤੁਹਾਡੇ ਨਾਲ ਖੜੇ ਹੋਣ ਵਾਲਾ ਤਾਂ ਕੋਈ ਹੋਊਗਾ, ਹੈ ਨਾ। ਤੁਸੀਂ ਆਪਣੇ 20 ਸਾਲ ਤੇ ਤੁਸੀਂ ਅੱਜ ਕੱਲ੍ਹ ਨਾ ਸਭ ਤੋਂ ਵੱਡਾ ਟ੍ਰੈਂਡ ਚੱਲ ਰਿਹਾ, ਅਸੀਂ ਫਰੈਂਡ ਬਣ ਰਹੇ ਹਾਂ। ਤੁਸੀਂ ਪਹਿਲਾਂ ਮਾਂ-ਬਾਪ ਤੋਂ ਬਣ ਜਾਓ, ਹੈ ਨਾ। ਅਸੀਂ ਫਰੈਂਡ ਕਿਉਂ ਬਣ ਰਹੇ ਹਾਂ? ਉਹਦਾ ਫਰੈਂਡ ਤਾਂ ਆ ਲੈਣ ਦਿਓ, ਉਹਦਾ ਫਰੈਂਡ ਉਹਦਾ ਭੈਣ ਭਰਾ ਹੋਏਗਾ। ਦੇਖੋ ਅੱਜ ਦੀ ਡੇਟ 'ਚ ਮੈਨੂੰ ਸਭ ਤੋਂ, ਜੇ ਕਦੇ ਸਟ੍ਰੈਸ ਹੁੰਦਾ, ਮੈਂ ਸਭ ਤੋਂ ਪਹਿਲਾਂ ਕਾਲ ਆਪਣੀ ਸਿਸਟਰ ਨੂੰ ਕਰਦੀ। ਮੇਰਾ ਸਭ ਤੋਂ ਵੱਡਾ ਦੋਸਤ ਉਹ ਹੈ, ਠੀਕ ਹੈ। ਉਹੀ ਚੀਜ਼ ਮੈਂ ਆਪਣੇ ਬੱਚਿਆਂ ਤੋਂ ਵੀ ਕਹਿੰਦੀ ਹਾਂ ਕਿ ਜਿਹੜੀ ਚੀਜ਼ ਮੇਰੇ ਬੇਟੇ ਨੇ ਮੇਰੇ ਨਾਲ ਨਹੀਂ ਕਰਨੀ, ਉਹ ਆਪਣੀ ਸਿਸਟਰ ਨਾਲ ਕਰੇਗਾ। ਜਿਹੜੀ ਮੇਰੀ ਸਿਸਟਰ ਨਾਲ ਨਹੀਂ ਮੇਰੀ ਬੇਟੀ ਨੇ ਮੇਰੇ ਨਾਲ ਨਹੀਂ ਕਰਨੀ, ਉਹ ਆਪਣੇ ਭਈਆ ਨੂੰ ਦੱਸੇਗੀ। ਅਸੀਂ ਕੀ ਖਤਮ ਕਰ ਰਹੇ ਹਾਂ? ਅੱਜ ਤੋਂ 20 ਸਾਲ ਬਾਅਦ ਇੱਕ ਬੱਚੇ ਦਾ ਨਾ ਭੂਆ, ਨਾ ਮਾਸੀ, ਨਾ ਚਾਚਾ, ਨਾ ਤਾਇਆ, ਕੁਝ ਵੀ ਨਹੀਂ ਦੇ ਕੇ ਤੁਸੀਂ ਪੈਸਾ ਦੇ ਕੇ ਜਾਓਗੇ ਬੱਚਿਆਂ ਨੂੰ। ਕੋਈ ਰਿਲੇਸ਼ਨ ਤਾਂ ਖੜਾ ਹੋਏ। ਬੱਚਾ ਜਦੋਂ ਕਾਲਜ ਜਾਂਦਾ ਹੈ ਜੀ, ਜਿਸ ਦਿਨ ਉਹ ਘਰ ਪਹਿਲੇ ਦਿਨ ਵਾਪਸ ਆਉਂਦਾ, ਉਹਦੇ ਨਾਲ ਕੀ ਹੋਇਆ ਉਹ ਮਾਂ-ਬਾਪ ਨੂੰ ਨਹੀਂ ਦੱਸਦਾ, ठीक है। अगर उसने अपना लाइफ पार्टनर कभी लाइफ में चूज़ करना, वो अपने माँ बाप को नहीं बताएगा, वो उसको भेजेगा। छोटियां छोटियां चीज़ां क्यों खो रहे हो? सिर्फ इस करके कि मेरे को टाइम नहीं है ना। देखो मैं ये नहीं कहती सारे रिलेशन इंपॉर्टेंट होंगे, चाचा मासी ताया, लेकिन अपना सगा भैन भरा अपना ही होंदा है। कल नूं उन्हें जदों तुहाडे नाल खड़े होना, उन्हें ही खड़े होना। मैं बहुत बार देखा मैम कि तुसी अपने लाइफ पार्टनर नाल गल नहीं कर सकते जिहड़ी तुसी अपने भैन भरा नाल कर सकते। बिल्कुल सही। कई बार आपां नूं उन्हां तों भी झिझक आ जाती है ना। आपां इन्ने साल उन्हां नाल आपां पहला फोन घुमाते, आपां दूर भी होई आ तां आपां पहला फोन करांदे, यार ये प्रॉब्लम आ गई है ना। फिर वो सानूं कोई सोल्यूशन दसदा, आपां ये भी खो रहे हैं। ये चीज़ नहीं करनी चाहिए। मैनूं लगदा कि एटलीस्ट 2 ਤਾਂ ਹੋਣੇ ਚਾਹੀਦੇ। ਮੈਂ ਤੁਸੀਂ ਮੈਨੂੰ ਲੱਗਦਾ ਤੁਸੀਂ ਪਿੱਛੇ ਇੰਟਰਵਿਊ ਵੀ ਕੀਤੀ ਸੀ, ਮੈਨੂੰ ਉਹਨਾਂ ਦਾ ਨਾਮ ਸ਼ਾਇਦ ਮੈਂ ਗਲਤ ਨਾ ਬੋਲਾਂ, ਗਿੱਪੀ ਗਰੇਵਾਲ ਸਰ ਨਾਲ ਉਹਨਾਂ ਨੇ ਕਿਹਾ ਸੀਗਾ ਹੈ ਨਾ ਕਿ ਤੁਸੀਂ ਉਹਨਾਂ ਨੂੰ ਇੱਕ ਕੁਐਸਚਨ ਪੁੱਛਿਆ ਸੀ ਕਿ 3 ਬੱਚੇ ਆ ਉਹਨਾਂ ਦੇ, ਤਾਂ ਉਹਨਾਂ ਨੇ ਕਿਹਾ ਸੀ ਮੈਂ ਤਾਂ ਚਾਹੁੰਦਾ ਕਿ ਜ਼ਿਆਦਾ ਹੋਣੇ ਚਾਹੀਦੇ, ਹੈ ਨਾ। ਚਲੋ ਐਟਲੀਸਟ 2 ਤਾਂ ਤੁਸੀਂ, ਮੈਨੂੰ ਲੱਗਦਾ ਦੇਖੋ ਬੱਚੇ ਜਿਹੜੇ ਹੁੰਦੇ ਆ ਨਾ, ਮੈਂ ਜੋ ਮੰਨਦੀ ਹਾਂ ਇਹ ਪਰਮਾਤਮਾ ਨੇ ਤੁਹਾਨੂੰ ਹੀਰੇ ਦਿੱਤੇ ਆ ਜੀ ਤਰਾਸ਼ਣ ਲਈ। ਜੇ ਤੁਸੀਂ ਇਹ ਵੀ ਨਹੀਂ ਕਰ ਸਕਦੇ ਤਾਂ ਕੀ ਕਰ ਸਕਦੇ? ਜੇ ਮੈਂ ਦੁਨੀਆ ਲਈ ਟਾਈਮ ਕੱਢ ਸਕਦੀ ਹਾਂ, ਠੀਕ ਹੈ ਜੀ, ਜੇ ਮੈਂ ਆਪਣੇ ਇੱਕ ਕੀ ਕਹਿੰਦੇ ਆ ਸਰਕਲ ਬਣਾਉਣ ਲਈ, ਕਿੱਟੀ ਪਾਰਟੀ ਲਈ ਟਾਈਮ ਕੱਢ ਸਕਦੀ, ਮੈਂ ਇੱਕ ਬੱਚਾ ਨਹੀਂ ਗਰੋ ਕਰ ਸਕਦੀ, ਕੀ ਗੱਲ ਕਰ ਰਹੇ ਹੋ? ਬਿਲਕੁਲ ਸਹੀ। 2 ਬੱਚੇ ਤਾਂ ਜ਼ਰੂਰੀ ਹੈ ਜੀ, ਚਾਹੇ ਭੈਣ ਹੈ ਚਾਹੇ ਭਰਾ ਹੈ, ਤੁਹਾਡੇ ਬੱਚੇ ਦੇ ਨਾਲ ਖੜਾ ਹੋਣ ਲਈ ਬੱਚਾ ਹੋਣਾ ਜ਼ਰੂਰੀ ਹੈ। ਉਹ ਆਪਣੇ ਦੁੱਖ ਸੁੱਖ ਸਾਂਝੇ ਕਿਹਦੇ ਨਾਲ ਕਰੇਗਾ? ਕੋਈ ਮੈਡੀਕਲ ਇਸ਼ੂ ਆ ਜਾਏ, ਪਰਮਾਤਮਾ ਨਾ ਕਰੇ, ਕੋਈ ਮੈਡੀਕਲ ਇਸ਼ੂ ਆ ਜਾਏ, ਉਹਦੇ ਕੋਲ ਪਿੱਛੇ ਕੋਈ ਖੜਾ ਤਾਂ ਹੋਏ ਜੀ, है ना। जरूरी नहीं है कि सब दी एज बड़ी अच्छी लिखी हुई है ना, तो ਉਹਦੇ ਨਾਲ ਉਹ ਖੜਾ ਹੋਏਗਾ। ਜੇ ਜ਼ਮੀਨ ਵੰਡੇਗਾ ਤਾਂ ਦੁੱਖ ਵੀ ਵੰਡੇਗਾ, ਹੈ ਨਾ। ਤੁਸੀਂ ਇਸ ਚੀਜ਼ ਨੂੰ ਕਿਉਂ ਲੈ ਕੇ ਚੱਲ ਰਹੇ ਹੋ? ਔਰ ਸਭ ਤੋਂ ਵੱਡੀ ਗੱਲ ਹੈ, ਸਿੰਗਲ ਬੱਚਾ ਇਨਸਿਕਿਉਰ ਹੁੰਦਾ, ਉਹਨੂੰ ਲੱਗਦਾ ਸਾਰਾ ਕੁਝ ਮੇਰਾ ਜੀ, ਉਹਨੂੰ ਸ਼ੇਅਰਿੰਗ ਨਹੀਂ ਆਉਂਦੀ, ਨਹੀਂ ਆਉਂਦੀ ਉਹਨੂੰ ਐਂ ਲੱਗਦਾ ਕਿ ਜਿਹੜੇ ਮੰਮੀ ਪਾਪਾ ਸਿਰਫ ਮੇਰੇ ਆ, ਹੈ ਨਾ। ਜਦੋਂ ਸੈਕਿੰਡ ਬੇਬੀ ਆਉਂਦਾ, ਉਹ ਆਪਣੇ ਨੂੰ ਪਹਿਲਾਂ ਉਹਨੂੰ ਦਿੰਦਾ। ਹੁਣ ਮੈਂ ਆਪਣੇ ਬੱਚਿਆਂ ਦੀ ਐਗਜ਼ਾਮਪਲ ਦਿੰਦੀ ਹਾਂ, ਤੁਸੀਂ ਉਹਨਾਂ ਨੂੰ ਉਹ ਜਿੰਨਾ ਮਰਜ਼ੀ ਆਪਸ 'ਚ ਲੜ ਲੈਣ, ਬਹਿਸ ਕਰ ਲੈਣ, ਲੇਕਿਨ ਜਦੋਂ ਵੀ ਹੁੰਦਾ ਨਾ, ਪਹਿਲੇ ਭਈਆ ਕੋ ਦੇ ਦਿਓ। ਇਹ ਬਿਲਕੁਲ ਗੱਲ ਸਹੀ ਹੈ, ਹੈ ਨਾ। ਪਹਿਲਾਂ ਦੀਦੀ ਨੂੰ ਦੇ ਦਿਓ। ਮੇਰੀ ਸਿਸਟਰ ਹੈ ਜਾਂ ਮੈਂ ਆ, ਤਾਂ ਅਸੀਂ ਪਾਪਾ ਨੂੰ ਪਹਿਲਾਂ ਇਹ ਕਹਿੰਦੇ, ਪਹਿਲਾਂ ਉਹਨੂੰ ਦੇ ਦਿਓ, ਹੈ ਨਾ। ਮੈਂ ਅੱਜ ਜੋ ਵੀ ਆਪਣੀ ਸਿਸਟਰ ਕਰਕੇ ਆ, ਉਹਨੇ ਮੇਰਾ ਇੰਨਾ ਸਾਥ ਦਿੱਤਾ ਕਿ ਮੈਂ ਨਹੀਂ ਕਹਿੰਦੀ ਕਿ ਜੇ ਮੇਰਾ ਬ੍ਰਦਰ ਹੁੰਦਾ ਤਾਂ ਮੇਰਾ ਸਾਥ ਦਿੰਦਾ, ਮੇਰੀ ਸਿਸਟਰ ਨੇ ਮੇਰਾ ਇੰਨਾ ਸਾਥ ਦਿੱਤਾ ਜੀ, ਮੈਂ ਨਹੀਂ ਮੰਨ ਸਕਦੀ। ਤਾਂ ਜ਼ਰੂਰੀ ਨਹੀਂ ਸੀ ਕਿ ਜੇ ਮੇਰਾ ਭਰਾ ਹੁੰਦਾ ਤਾਂ ਉਹਨੇ ਮੇਰੇ ਨਾਲ ਖੜੇ ਹੋਣਾ, ਉਹਨੇ ਵੀ ਮੇਰਾ ਬਹੁਤ ਸਾਥ ਦਿੱਤਾ। ਬਿਲਕੁਲ ਮੇਰੇ ਜਿਹੜਾ ਔਖਾ ਟਾਈਮ ਹੈ, ਤਾਂ ਇਸ ਕਰਕੇ ਮੈਂ ਇਹ ਕਹਿੰਦੀ ਹਾਂ ਕਿ 2 ਬੱਚੇ ਜ਼ਰੂਰੀ ਹੈ ਜੀ। ਇਹ ਪਾਲਿਸੀ ਗਲਤ ਹੈ ਕਿ ਇੱਕ ਬੱਚਾ, ਤੁਸੀਂ ਫੋਰਨ ਦੇ ਤਰੀਕਿਆਂ ਨਾਲ ਨਾ ਚੱਲੋ। ਬਿਲਕੁਲ। ਇੱਕ ਕੁਐਸਚਨ ਮੇਰਾ ਹੋ ਰਿਹਾ ਕਿ ਦੂਜਾ ਬੱਚਾ ਕਰਨ ਲੱਗਿਆ ਕਈ ਵਾਰ ਲੇਡੀਜ਼ ਇਸ ਕਰਕੇ ਵੀ ਕਤਰਾਉਂਦੀਆਂ ਨੇਗੀਆਂ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜਦੋਂ ਪਹਿਲੇ ਬੱਚੇ ਤੋਂ ਬਾਅਦ ਉਹਨਾਂ ਦੀ ਬਾਡੀ ਦਾ ਸਾਈਜ਼ ਪਹਿਲਾਂ ਵਰਗਾ ਨਹੀਂ ਰਿਹਾ, ਉਹਨਾਂ ਦੀ ਫਿਜ਼ਿਕ ਉੱਦਾਂ ਦੀ ਨਹੀਂ ਰਹੀ ਹੈਗੀ, ਥੋੜ੍ਹਾ ਜਿਹਾ ਉਹਨਾਂ ਦਾ ਵੇਟ ਗੇਨ ਹੋ ਗਿਆ, ਕਿ ਉਹਨਾਂ ਦਾ ਜਿਹੜਾ ਪਾਰਟਨਰ ਆ ਉਹਨਾਂ ਦਾ ਇੰਟਰਸਟ ਘੱਟ ਗਿਆ, ਜਾਂ ਉਹਨਾਂ ਦੀ ਅਟੈਂਸ਼ਨ ਉਹਨਾਂ ਵੱਲ ਆਉਣੀ ਘੱਟ ਹੋ ਗਈ ਆ, ਤਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਬੱਚੇ ਤੋਂ ਬਾਅਦ ਮੇਰਾ ਆਪਣੇ ਹਸਬੈਂਡ ਦੇ ਨਾਲ ਬਹੁਤ ਜ਼ਿਆਦਾ ਡਿਸਟੈਂਸ ਹੋ ਗਿਆ, ਕਿਉਂਕਿ ਮੈਂ ਸਰੀਰਕ ਤੌਰ 'ਤੇ ਹੁਣ ਪਹਿਲਾਂ ਜਿੰਨੀ ਸੋਹਣੀ ਜਾਂ ਪਹਿਲਾਂ ਵਰਗੀ ਨਹੀਂ ਦਿਸਦੀ, ਹੈ ਨਾ। ਸੋ ਇਹ ਵੀ ਇੱਕ ਬਹੁਤ ਵੱਡਾ ਕਾਮਨ ਰੀਜ਼ਨ ਆ, ਜਿਹੜਾ ਕਿ ਆਮ ਅਸੀਂ ਜਦੋਂ ਕਿਸੇ ਨਾਲ ਗੱਲ ਕਰਦੇ ਹਾਂ ਸਾਹਮਣੇ ਆਉਂਦਾ ਹੈ ਨਾ, ਕਿ ਨਹੀਂ ਫਿਰ ਮੇਰਾ ਵੇਟ ਗੇਨ ਹੋਊਗਾ, ਤਾਂ ਫਿਰ ਮੈਂ ਮੋਟੀ ਹੋ ਜਾਊਂਗੀ, ਤਾਂ ਜਾਂ ਮੇਰੀ ਬਾਡੀ ਹੋਰ ਵੀ ਜ਼ਿਆਦਾ ਮੈਂ ਮੈਚਿਓਰ ਦਿਸਣ ਲੱਗ ਜਾਊਂਗੀ, ਤਾਂ
ਮੇਰੇ ਹਸਬੈਂਡ ਦਾ ਧਿਆਨ ਉਹਨਾਂ ਮੇਰੇ 'ਚ ਨਹੀਂ ਰਹੂਗਾ ਹੈ ਨਾ। ਇਹਦੇ 'ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਕਿਉਂਕਿ ਮਤਲਬ ਇਹ ਤਾਂ ਬਹੁਤ ਹੀ ਕਾਮਨ ਜੀ ਗੱਲ ਹੈ ਕਿ ਪ੍ਰੈਗਨੈਂਸੀ ਤੋਂ ਬਾਅਦ ਤੁਹਾਡੀ ਬੋਡੀ ਸ਼ੇਪ ਕੁਆਰਿਆਂ ਵਰਗੀ ਜਾਂ ਫਿਰ ਉੱਦਾਂ ਦੀ ਨਹੀਂ ਰਹਿੰਦੀ ਹੈਗੀ, ਨਹੀਂ ਰਹਿੰਦੀ। ਮੈਮ ਦੇਖੋ, ਮੈਂ ਇੱਕ ਗੱਲ ਇਹੀ ਸਿੰਪਲ ਕਹਿ ਰਹੀ ਹਾਂ ਕਿ ਜਿਸ ਚੀਜ਼ ਨੂੰ ਤੁਸੀਂ ਠੀਕ ਕਰ ਸਕਦੇ ਹੋ ਉਹਨੂੰ ਤੁਸੀਂ ਯੋਗਾ ਨਾਲ ਠੀਕ ਕਰ ਸਕਦੇ ਹੋ, ਤੁਸੀਂ ਮੈਡੀਟੇਸ਼ਨ ਨਾਲ ਠੀਕ ਕਰ ਸਕਦੇ ਹੋ। ਸਾਰੀਆਂ ਮਤਲਬ ਉਹਦੇ ਲਈ ਬਹੁਤ ਚੀਜ਼ਾਂ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਬੋਡੀ ਸ਼ੇਮਿੰਗ ਤੋਂ ਬਚਿਆ ਜਾ ਸਕਦਾ। ਠੀਕ ਹੈ, ਆਪਣਾ ਰੂਟੀਨ ਪ੍ਰੋਬਲਮ ਮੈਂ ਤੁਹਾਨੂੰ ਦੱਸਦੀ ਹਾਂ। ਨਾਰਮਲੀ ਪ੍ਰੋਬਲਮ ਆਉਂਦੀ ਕਿੱਥੇ ਹੈ? ਸਾਡੇ ਪ੍ਰੋਬਲਮ ਹੈ ਖਾਣ ਪੀਣ 'ਚ। ਸਾਡੇ ਪੇਸ਼ੈਂਟ ਕੀ ਕਰਦੇ ਆ ਕਿ ਡਿਲੀਵਰੀ ਤੋਂ ਬਾਅਦ ਪੰਜੀਰੀ ਖਾਣੀ, ਪੰਜੀਰੀ ਦੇ ਨਾਲ ਪਰੌਂਠੇ ਵੀ ਖਾਣੇ। ਜੇ ਮੈਂ ਗਲਤ ਕਹਿ ਰਹੀ ਹਾਂ ਤਾਂ ਦੱਸੋ। ਮੈਂ ਹਮੇਸ਼ਾ ਇੱਕ ਪੇਸ਼ੈਂਟ ਨੂੰ ਕਹਿੰਦੀ ਹਾਂ, ਜੇ ਤੁਸੀਂ ਪੰਜੀਰੀ ਖਾ ਰਹੇ ਹੋ ਤਾਂ ਪਰੌਂਠਾ ਅਵੋਇਡ ਕਰੋ ਨਾ। ਤੁਸੀਂ weight gain ਤਾਂ ਆਪ ਹੀ ਕਰ ਰਹੇ ਹੋ। ਬਿਲਕੁਲ, ਤੁਸੀਂ 40 ਡੇਜ਼ ਤੋਂ ਬਾਅਦ ਐਕਟਿਵ ਹੋ ਜਾਓ। ਠੀਕ ਹੈ, ਉਸ ਚੀਜ਼ ਲਈ ਤੁਸੀਂ ਇਸ ਚੀਜ਼ ਲਈ ਤੁਸੀਂ ਇਹ ਕਹੋ ਹਾਂ ਠੀਕ ਹੈ ਕਿ ਇਸ ਚੀਜ਼ ਨੂੰ ਆਪਾਂ ਸਾਈਕੋਲੋਜੀਕਲੀ ਲੈਂਦੇ ਤਾਂ ਹੈ, ਲੇਕਿਨ ਇਸ ਚੀਜ਼ ਲਈ ਆਪਾਂ ਫੈਮਿਲੀ ਨਾਲ ਪਲਾਨ ਕਰੀਏ, ਇਹ ਗਲਤ ਹੈ। ਕਿਉਂਕਿ ਜੋ ਚੀਜ਼ ਮੇਰੇ ਹੱਥ 'ਚ ਹੈ ਔਰ ਮੇਰੀ ਬੋਡੀ ਐਬਨੋਰਮਲ ਤਾਂ ਨਹੀਂ ਹੈ, ਮੇਰੇ ਕੋਲ ਵੀ 2 ਬੇਬੀ ਹੈ, ਤਾਂ ਤੁਸੀਂ ਉਹ ਤੁਹਾਡੇ ਹੱਥ 'ਚ ਹੈ। ਤੁਸੀਂ ਆਪਣੇ ਆਪ ਨੂੰ ਮੇਨਟੇਨ ਕਰ ਸਕਦੇ ਹੋ, ਲੇਕਿਨ ਇਸ ਚੀਜ਼ ਲਈ ਕਿ ਮੈਂ ਆਪਣਾ ਧਿਆਨ ਵੀ ਨਹੀਂ ਰੱਖਣਾ ਔਰ ਮੈਂ ਸੈਕਿੰਡ ਬੇਬੀ ਵੀ ਨਾ ਕਰਾਂ, ਦਿਸ ਇਜ਼ ਰੋਂਗ ਜੀ, ਹੈ ਨਾ। ਮੇਨਟੇਨ ਕਰਨਾ ਤੁਹਾਡੇ ਹੱਥ 'ਚ ਹੈ, ਐਸਾ ਕੁਛ ਨਹੀਂ। ਹਾਂ, ਇਹ ਮੈਂ ਕਹਿੰਦੀ ਹਾਂ ਕਿ ਤੁਹਾਡੀ ਅਨਮੈਰਿਡ ਵਾਲੀ ਬੋਡੀ ਨਹੀਂ ਆਉਂਦੀ, ਕਈਆਂ ਦੀ 1-2% ਹੁੰਦੇ ਜਿਨ੍ਹਾਂ ਦਾ ਫਿਜ਼ੀਕ ਹੀ ਐਸਾ ਹੁੰਦਾ, ਲੇਕਿਨ ਹਾਂ ਇੱਕ ਗ੍ਰੇਸਫੁਲ ਬੋਡੀ ਤੁਸੀਂ ਰੱਖ ਸਕਦੇ ਹੋ। ਬਿਲਕੁਲ, ਹਾਂ, ਗ੍ਰੇਸਫੁਲ ਹੋਣਾ ਇੱਕ ਮਦਰਹੁੱਡ ਵੀ ਪ੍ਰੈਜ਼ੈਂਟ ਕਰਦਾ, ਇੱਕ ਵਾਈਫ ਹੋਣਾ ਵੀ ਪ੍ਰੈਜ਼ੈਂਟ ਕਰਦਾ। ਤਾਂ ਮੈਨੂੰ ਲੱਗਦਾ ਤੁਸੀਂ ਗ੍ਰੇਸਫੁਲ ਰਹਿ ਸਕਦੇ ਹੋ, ਐਸੀ ਕੋਈ ਗੱਲ ਨਹੀਂ ਹੈ। ਇਸ ਕਰਕੇ ਤੁਸੀਂ ਸੈਕਿੰਡ ਬੇਬੀ ਨਾਲ ਪਲਾਨ ਕਰੋ, ਮੈਂ ਨਹੀਂ ਮੰਨਦੀ ਜੀ। ਤੇ ਇੱਕ ਚੀਜ਼ ਆ ਜਿਹੜੀ ਕਿ ਇਹਦੇ ਨਾਲ ਹੀ ਜੁੜਿਆ ਹੋਇਆ ਸਵਾਲ ਆ ਕਿ ਬਹੁਤ ਸਾਰੇ ਲੋਕਾਂ ਨੂੰ ਹੋ ਗਿਆ ਕਿ ਬੀਇੰਗ ਅ ਗਾਇਨੋਕੋਲੋਜਿਸਟ, ਮੈਂ ਚਾਹੁੰਦੀ ਹਾਂ ਕਿ ਤੁਸੀਂ ਇਸ ਚੀਜ਼ ਦਾ ਜਵਾਬ ਦਿਓ ਕਿ ਬਹੁਤ ਸਾਰੇ ਹੁਣ ਅਸੀਂ ਜਿਵੇਂ ਤੁਸੀਂ ਕਿਹਾ ਕਿ ਫੋਰਨ ਦੀਆਂ ਚੀਜ਼ਾਂ ਨੂੰ ਅਸੀਂ ਫੋਲੋ ਕਰਦੇ ਹਾਂ, ਹੈ ਨਾ, ਤਾਂ ਉੱਥੇ ਹੈਗਾ ਕਿ ਜੰਮਦੇ ਬੱਚੇ ਦਾ ਕਮਰਾ ਅਲੱਗ, ਹੈ ਨਾ। ਤਾਂ ਇੱਥੇ ਆਪਣੇ ਇਹ ਸੀਗਾ ਕਿ ਬਹੁਤ ਵੱਡੀ ਉਮਰ ਤੱਕ ਅਸੀਂ ਮਤਲਬ ਵਿਆਹ ਹੋਣ ਤੱਕ ਮੈਂ ਆਪਣੀ ਮਦਰ ਨਾਲ ਸੌਂਦੀ ਰਹੀ ਹਾਂ, ਹੈ ਨਾ। ਤਾਂ ਸਾਡੀ ਟ੍ਰੈਡੀਸ਼ਨ ਆ ਕਿ ਅਸੀਂ ਜਾਂ ਤਾਂ ਆਪਣੇ ਮਾਂ-ਬਾਪ ਨਾਲ ਜਾਂ ਫਿਰ ਆਪਣੇ ਦਾਦਾ ਦਾਦੀ ਨਾਲ ਸੌਂਦੇ ਹਾਂ, ਹੈ ਨਾ, ਬੱਚੇ ਬਹੁਤ ਵੱਡੀ ਉਮਰ ਤੱਕ। ਪਰ ਅੱਜ ਦੇ ਟਾਈਮ ਦੇ ਵਿੱਚ ਇਹ ਆ ਗਿਆ ਕਿ ਨਹੀਂ, ਫੋਰਨ ਦੇ ਵਿੱਚ ਬੱਚੇ ਨੂੰ ਅਲੱਗ ਸਵਾਉਂਦੇ ਨੇ ਤਾਂ ਹਸਬੈਂਡ ਵਾਈਫ ਦਾ ਰਿਲੇਸ਼ਨ ਥੋੜ੍ਹਾ ਸਮੂਥ ਰਹਿੰਦਾ। ਇਸ ਕਰਕੇ ਸਾਨੂੰ ਵੀ ਪੰਜਾਬੀ ਲੋਕਾਂ ਨੂੰ, ਇੰਡੀਅਨ ਲੋਕਾਂ ਨੂੰ ਇਹ ਦੇਖਣਾ ਚਾਹੀਦਾ ਕਿ ਅਸੀਂ ਬੱਚੇ ਨੂੰ ਅਲੱਗ ਕਮਰੇ ਦੇ ਵਿੱਚ ਸਵਾਈਏ। ਇਹ ਤੁਹਾਨੂੰ ਕਿੰਨਾ ਕੁ ਸਹੀ ਲੱਗਦਾ ਹੈ? ਮੈਨੂੰ ਨਹੀਂ ਸਹੀ ਲੱਗਦਾ, ਮੈਨੂੰ ਨਹੀਂ ਸਹੀ ਲੱਗਦਾ। ਮੈਨੂੰ ਲੱਗਦਾ ਕਿ ਇੱਕ ਬੱਚੇ ਦੀ ਇੱਕ ਪਰਟੀਕੂਲਰ, ਹਾਂ ਤੁਸੀਂ ਇਹ ਕਹਿ ਸਕਦੇ ਹੋ 16, 17 ਜਾਂ 14 ਸਾਲ ਤੋਂ ਬਾਅਦ ਤੁਸੀਂ ਇੱਕ ਸੈਪਰੇਟ ਰੂਮ, ਜਦੋਂ ਇੱਕ ਬੱਚੇ ਨੇ ਕਾਲਜ ਜਾਣਾ, ਉਹਨੂੰ ਆਪਣੀ ਪ੍ਰਾਈਵੇਸੀ ਚਾਹੀਦੀ ਵੀ ਹੁੰਦੀ ਹੈ, ਦੇਣੀ ਵੀ ਚਾਹੀਦੀ ਹੈ। ਲੇਕਿਨ ਉਸ ਤੋਂ ਪਹਿਲਾਂ ਉਹਨੂੰ ਜਾਂ ਤਾਂ ਆਪਣੇ ਮਾਂ-ਬਾਪ ਜਾਂ ਆਪਣੇ ਦਾਦਾ ਦਾਦੀ ਜਾਂ ਵੱਡੇ ਜੋ ਵੀ ਜਾਂ ਨਾਨਾ ਨਾਨੀ ਨਾਲ ਰਹਿ ਰਿਹਾ, ਤਾਂ ਉਹਨਾਂ ਨੂੰ ਉਹਨਾਂ ਦਾ ਸਾਥ ਜ਼ਰੂਰੀ ਹੈ। ਦੇਖੋ ਮੈਮ, ਬੱਚਾ ਸਾਥ ਮੰਗਦਾ, ਤੁਸੀਂ ਨਹੀਂ ਦਿਓਗੇ ਮੋਬਾਈਲ ਦੇ ਦੇਗਾ, ਸਿੱਧੀ ਗੱਲ ਹੈ। ਉਹਦੇ ਕੋਲ ਅੱਜ ਦੀ ਡੇਟ 'ਚ ਉਹਨੂੰ ਜ਼ਰੂਰਤ ਨਹੀਂ ਹੈ, ਤੁਹਾਨੂੰ ਉਹਦੀ ਸਿਕਿਉਰਿਟੀ ਦੀ ਜ਼ਰੂਰਤ ਹੈ। ਤੁਸੀਂ ਉਹਨੂੰ ਟਾਈਮ ਨਹੀਂ ਦਿਓਗੇ, ਉਹ ਟਾਈਮ ਉਹਨੂੰ ਮੋਬਾਈਲ ਦੇ ਰਿਹਾ ਔਰ ਮੋਬਾਈਲ ਉਹਨੂੰ ਉਹ ਦਿਖਾ ਰਿਹਾ ਜੋ ਤੁਸੀਂ ਨਹੀਂ ਦਿਖਾਣਾ ਚਾਹੁੰਦੇ ਔਰ ਜੋ ਉਹਨੂੰ ਦੇਖਣਾ ਚਾਹੀਦਾ ਜੀ। ਜੇ ਉਹ ਰਾਤ ਨੂੰ ਆਪਣੇ ਦਾਦਾ ਦਾਦੀ ਜਾਂ ਤੁਹਾਡੇ ਕੋਲ ਸੌਂਦਾ ਜਾਂ ਬੈਠਦਾ, ਜਿੱਦਾਂ ਅਸੀਂ ਵੀ ਰਾਤ ਨੂੰ ਬੈਠਦੇ ਹਾਂ, ਤਾਂ ਕੋਈ ਨਾ ਕੋਈ ਗੱਲ ਸੁਣੇਗਾ ਪੁਰਾਣੀ, ਠੀਕ ਹੈ, ਕੋਈ ਧਾਰਮਿਕ ਚੀਜ਼ ਸੁਣੇਗਾ ਜਾਂ ਕੋਈ ਕਿਸੇ ਪੁਰਾਣੀ ਕੋਈ ਗੱਲ ਸੁਣੇਗਾ। ਫਿਰ ਉਹ ਇੱਕ ਸਿਕਿਉਰਿਟੀ 'ਚ ਸੌਂਦਾ ਕਿ ਇੱਧਰ ਮੰਮਾ ਪਏ ਆ, ਹੈ ਨਾ, ਇੱਧਰ ਮਤਲਬ ਦਾਦੀ ਮੰਮਾ ਪਏ ਆ ਜਾਂ ਬੜੀ ਮੰਮਾ, ਮੇਰੇ ਬੱਚੇ ਬੜੀ ਮੰਮਾ ਨਾਲ ਸੌਂਦੇ ਆ। ਤਾਂ ਮੈਨੂੰ ਲੱਗਦਾ ਕਿ ਇਹ ਚੀਜ਼ ਸਾਨੂੰ ਬਹੁਤ ਧਿਆਨ ਰੱਖਣੀ ਚਾਹੀਦੀ ਹੈ ਕਿ ਤੁਸੀਂ ਦੇਖੋ ਕੀ ਹੁੰਦਾ ਕਿ ਬੱਚਾ ਕਈ ਵਾਰ, ਮੈਂ ਤਾਂ ਇਸ ਚੀਜ਼ ਦੇ ਵੀ ਹੱਕ 'ਚ ਨਹੀਂ ਆ ਕਿ ਤੁਸੀਂ ਏਜ ਤੋਂ ਪਹਿਲਾਂ ਬੱਚਿਆਂ ਨੂੰ ਹੋਸਟਲ ਭੇਜ ਦਿੰਦੇ ਹੋ, ਨਹੀਂ ਨਹੀਂ। ਉਹ ਤੁਸੀਂ ਜਦੋਂ ਉਹਨੂੰ ਇਕੱਲਾ ਰਹਿਣਾ ਸਿਖਾਓਗੇ ਨਾ, ਉਹ ਤੁਹਾਡੀ ਅਟੈਚਮੈਂਟ ਤੁਹਾਡੀ ਉਹਦੇ ਨਾਲ ਹੋ ਹੀ ਨਹੀਂ ਸਕਦੀ। ਬਿਲਕੁਲ, ਮੈਂ ਸਮਾਨਾ ਤੱਕ ਜੌਬ ਕੀਤੀ ਹੈ ਪਰ ਮੈਂ ਆਪਣੇ ਬੱਚਿਆਂ ਨੂੰ ਅੱਜ ਤੱਕ ਨਹੀਂ ਛੱਡਿਆ। ਮੈਂ ਜੌਬ ਛੱਡਤੀ ਪਰ ਮੈਂ ਬੱਚੇ ਨਹੀਂ ਛੱਡੇ, ਔਰ ਮੈਨੂੰ ਕਮੀ ਕਿਸੇ ਚੀਜ਼ ਦੀ ਨਹੀਂ, ਅੱਜ ਤੱਕ ਨਹੀਂ ਹੋਈ। ਠੀਕ ਹੈ, ਮੇਰੇ ਕੋਲ ਬਹੁਤ ਐਸੇ ਪਲੇਸਿਸ ਤੇ ਜਿੱਥੇ ਮੈਂ ਜਾਂਦੀ ਸੀ ਤੇ ਮੈਨੂੰ ਬਹੁਤ ਅੱਛਾ ਅਮਾਊਂਟ ਮਿਲਦਾ ਸੀ, ਪਰ ਮੈਂ ਆ ਕੇ ਦੇਖਿਆ ਕਿ ਮੇਰੇ ਬੇਟੇ ਨੇ ਸ਼ਾਮ ਨੂੰ 6 ਵਜੇ ਰੋਟੀ ਨਹੀਂ ਖਾਈ ਹੋਈ। 2 ਮੇਰੇ ਮਦਰ ਇਨ ਲਾ ਬਹੁਤ ਜ਼ਿਆਦਾ ਅੱਛੇ ਆ, ਲੇਕਿਨ ਉਹਨੂੰ ਇੱਕ ਹੋ ਗਿਆ ਨਾ ਕਿ ਇੱਕ ਮੰਮਾ ਆਣਗੇ ਤਾਂ ਅਸੀਂ ਇੱਦਾਂ ਕਰਾਂਗੇ। ਤਾਂ ਮੈਂ ਉਸੇ ਦਿਨ ਡਿਸੀਜਨ ਨਹੀਂ ਲਿਆ, ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ, ਮੈਂ ਛੱਡਤਾ, ਮੈਨੂੰ ਕੋਈ ਕਮੀ ਨਹੀਂ ਹੈ। ਤਾਂ ਉਹ ਚੀਜ਼ਾਂ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਜੇ ਤੁਸੀਂ ਆਪਣੇ ਬੱਚੇ ਨੂੰ ਇਕੱਲਾ ਛੱਡ ਰਹੇ ਹੋ ਨਾ, ਉਹਦੇ ਕੋਲ ਅੱਜ ਦੀ ਡੇਟ 'ਚ ਤੁਹਾਡਾ ਆਪਸ਼ਨ ਹੈਗਾ, ਉਹ ਆਪਸ਼ਨ ਹੈਗਾ ਟੀਵੀ ਜਾਂ ਮੋਬਾਈਲ। ਔਰ ਉਹਨੂੰ ਜਿੱਥੇ ਉਹ ਲੈ ਕੇ ਜਾ ਰਿਹਾ ਉੱਥੇ ਤੁਸੀਂ ਆਪ ਹੀ ਨਹੀਂ ਚਾਹੁੰਦੇ ਹੋ ਜਾਏ ਜੀ। ਉਹਨੂੰ ਟਾਈਮ ਦਿਓ, ਨਹੀਂ ਇਕੱਲੇ ਨਹੀਂ ਸੁਣਾਉਣਾ ਚਾਹੀਦਾ, ਬੱਚੇ ਨੂੰ ਇਕੱਲੇ ਨਹੀਂ ਸੁਣਾਉਣਾ। ਬਿਲਕੁਲ। ਤੇ ਇੱਕ ਜਿਹੜਾ ਸਭ ਤੋਂ ਜ਼ਰੂਰੀ ਹੈ ਕਿ ਅੱਗੇ ਵਿਆਹ ਦੀ ਉਮਰ ਹੁੰਦੀ ਸੀਗੀ 22-23 ਸਾਲ, 24 ਸਾਲ, 25 ਸਾਲ, ਹੈ ਨਾ, ਤੇ ਅੱਜ ਦੀ ਜਿਹੜੀ ਵਿਆਹ ਦੀ ਉਮਰ ਹੈਗੀ ਉਹ 30 ਜਾਂ 30
ਉੱਪਰ 30 ਜਾਂ 30 ਪਲੱਸ ਹੁੰਦੀ ਹੈ ਹਨਾ। ਤੇ ਉਹਦੇ ਲਈ ਮੈਂ ਚਾਹੂੰਗੀ, ਕਿਉਂਕਿ ਤੁਸੀਂ ਫਰਟੀਲਿਟੀ ਇਨਫਰਟੀਲਿਟੀ ਦੇ ਉੱਪਰ ਕੰਮ ਕਰਦੇ ਹੋ, ਕਿ ਵੱਡੀ ਉਮਰ ਦੇ ਵਿੱਚ ਜਾ ਕੇ ਮੁੰਡੇ ਦਾ ਵੀ ਜਾਂ ਕੁੜੀ ਦਾ ਵੀ ਵਿਆਹ ਕਰਾਉਣਾ ਤਾਂ ਮਾਂ-ਬਾਪ ਬਣਨ ਦੇ ਵਿੱਚ ਉਹਦਾ ਕੀ ਨੁਕਸਾਨ ਹੈ ਜਾਂ ਫਾਇਦਾ? ਮੈਮ ਦੇਖੋ, ਮੈਂ ਤਾਂ ਹੀ ਤੁਹਾਨੂੰ ਮੈਂ ਸ਼ੁਰੂ ਤੋਂ ਹੀ ਕਹਿੰਦੀ ਹਾਂ, ਜੋ ਪਹਿਲੇ ਟਰਮਸ ਕੰਡੀਸ਼ਨ ਸੀ ਉਹੀ ਠੀਕ ਸੀ। ਮੈਂ 18-19 ਤਾਂ ਨਹੀਂ ਕਹਿੰਦੀ, ਲੇਕਿਨ ਹਾਂ 24-25 ਜ਼ਰੂਰ ਕਹਿੰਦੀ ਹਾਂ ਕਿ ਇਸ ਏਜ 'ਚ ਬੱਚੇ ਦਾ ਵਿਆਹ ਹੋ ਜਾਣਾ ਚਾਹੀਦਾ। ਕਿਉਂਕਿ ਜਦੋਂ ਤੁਸੀਂ ਪ੍ਰੋਬਲਮ ਉਹੀ ਹੈ ਜੀ ਕਿ ਪੜ੍ਹਾਈ ਤੇ ਕੁਝ ਬਣ ਜਾ, ਫਿਰ ਤੂੰ ਹੁਣ ਜੌਬ 'ਤੇ ਲੱਗ ਜਾ, ਹੁਣ ਤੂੰ ਕੁਝ ਜਮ੍ਹਾਂ ਕਰ ਲੈ, ਉਸ ਚੱਕਰ 'ਚ ਬੱਚਾ 30-32 ਦਾ ਹੋ ਹੀ ਜਾਂਦਾ। ਜਿਹਨੇ ਪੋਸਟ ਗ੍ਰੈਜੂਏਸ਼ਨ ਕਰਨੀ ਹੈ ਉਹਦੀ ਏਜ ਆਏਗੀ ਆਏਗੀ। ਲੇਕਿਨ ਹਾਂ ਮੈਂ ਇਹ ਕਹਿੰਦੀ ਹਾਂ ਕਿ ਤੁਸੀਂ ਇੱਕ ਗ੍ਰੈਜੂਏਸ਼ਨ ਤੋਂ ਬਾਅਦ ਜ਼ਰੂਰ ਸੋਚੋ, ਕਿਉਂਕਿ ਸਟ੍ਰੈਸ ਪਾਉਣ ਵਾਲੇ ਵੀ ਤਾਂ ਤੁਸੀਂ ਹੋ ਕਿ ਜਦੋਂ 30 ਦੇ ਵਿਆਹ ਕਰਦਾ ਫਿਰ ਤੁਹਾਨੂੰ ਲੱਗਦਾ ਕਿ ਹੁਣੇ ਇੰਜੋਏ ਵੀ ਨਾ ਕਰੇ, ਕੁਝ ਕਰੇ ਵੀ ਨਾ, ਫਟਾਫਟ ਬੇਬੀ ਕਰਨ ਲੱਗ ਜੇ। ਉਹ ਹੁੰਦਾ ਹੀ ਨਹੀਂ ਹੈ ਨਾ। ਜਦੋਂ ਇੱਕ ਬੱਚਾ 24, 25, 26 ਤੇ ਮੈਰਿਜ ਕਰਦਾ ਤਾਂ ਉਹ ਸ਼ਾਇਦ ਆਪਣੇ 6 ਮੰਥ ਜਾਂ 1 ਈਅਰ ਇੱਕ ਇੰਜੋਏ ਵੀ ਕਰ ਸਕਦਾ ਕਿ ਅਸੀਂ ਕਿਤੇ ਬਾਹਰ ਘੁੰਮਣਾ ਹੈ ਜਾਂ ਅਸੀਂ ਇੱਕ ਦੂਜੇ ਨੂੰ ਟਾਈਮ ਦੇਣਾ ਜਾਂ ਕੁਝ ਵੀ ਹੈ। ਲੇਕਿਨ ਜੇ ਤੁਸੀਂ ਕਹੋ ਕਿ ਮੈਰਿਜ ਹੀ 32 ਤੇ ਹੋ ਰਹੀ ਹੈ, ਉਹਦੇ ਤੇ ਅਲੱਗ ਹੀ ਸਟ੍ਰੈਸ ਹੁੰਦਾ ਜੀ। ਠੀਕ ਹੈ, ਤਾਂ ਮੈਰਿਜੇਬਲ ਏਜ ਜਿਹੜੀ ਮੇਰੇ ਹਿਸਾਬ ਦੇ ਨਾਲ ਹੈ ਉਹ 25 ਤੋਂ ਬਾਅਦ ਸਟਾਰਟ ਹੋ ਜਾਂਦੀ ਹੈ। ਮਤਲਬ ਜੇ ਤੁਸੀਂ ਇਹ ਕਹੋ ਕਿ ਜੇ ਫਸਟ ਬੇਬੀ ਤੁਸੀਂ 30 ਦੇ ਮੈਰਿਜ ਹੋਈ ਹੈ, 31 ਤੇ ਤੁਸੀਂ ਫਸਟ ਬੇਬੀ ਪਲਾਨ ਕੀਤਾ, 2 ਬੱਚਿਆਂ 'ਚ ਗਿਆ 5 ਸਾਲ ਦਾ ਪਾਇਆ, ਤਾਂ ਸੈਕੰਡ ਬੇਬੀ 36 ਤੇ ਆ ਗਿਆ। ਤਾਂ 36 ਜਿਹੜੀ ਏਜ ਹੈ ਉਹ ਐਪਰੋਪਰੀਏਟ ਨਹੀਂ ਹੁੰਦੀ। ਔਰ ਜੇ ਤੁਸੀਂ ਦੂਸਰੀ ਤਰੀਕੇ ਨਾਲ ਵੀ ਦੇਖੋ ਤਾਂ ਬੱਚਾ ਰਿਟਾਇਰਮੈਂਟ ਤੇ ਸਿਰਫ 10ਵੀਂ 'ਚ ਹੋਏਗਾ ਜੀ। ਉੱਥੇ ਵੀ ਦੇਖ ਲਓ, ਬਿਲਕੁਲ ਹੈ ਨਾ। ਤਾਂ ਉਹ ਚੀਜ਼ ਵੀ ਗੜਬੜ ਕਰ ਦਿੰਦੀ ਹੈ। ਠੀਕ ਹੈ, ਤੁਹਾਡੀ ਬਾਡੀ 'ਚ ਉਹ ਵਾਲੀ ਪਾਵਰ ਹੀ ਨਹੀਂ ਹੁੰਦੀ ਕਿ ਇਹਨੂੰ ਅਸੀਂ ਹੁਣ ਉਹਦੇ ਨਾਲ ਸਾਥ ਚੱਲਣਾ ਹੈ ਨਾ। ਤਾਂ ਇੱਕ ਮੇਰੇ ਹਿਸਾਬ ਨਾਲ ਇੱਕ ਐਪਰੋਪਰੀਏਟ ਏਜ ਜਿਹੜੀ ਆ ਉਹੀ ਹੈ। ਕਿਉਂਕਿ ਮੈਂ ਤਾਂ ਜ਼ਿਆਦਾ ਕਰੇ ਪੇਸ਼ੈਂਟ ਨਾ ਇਹ ਦੇਖਿਆ ਹੈ ਹੁਣ। ਅੱਛਾ, ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਜੀ? ਇੱਕ ਬੇਬੀ ਕਰ ਲਿਆ, ਸੈਕੰਡ ਬੇਬੀ ਕਿਉਂ ਨਹੀਂ ਪਲਾਨ ਹੋ ਰਿਹਾ? ਇਹਦੀ ਜੌਬ ਹੈ ਜੀ, ਇਹਦੀ ਜੌਬ ਚਲੀ ਜਾਏਗੀ, ਇਹਨੇ ਇਹ ਵਾਲਾ ਪੇਪਰ ਦੇਣਾ। ਫਿਰ ਮੈਂ ਉਹਨੂੰ ਕਹਿੰਦੀ ਹਾਂ ਹਰ ਬੱਚਾ ਆਪਣਾ ਭਾਗ ਲੈ ਕੇ ਆ ਰਿਹਾ, ਤੁਸੀਂ ਕਿਉਂ ਇੰਨਾ ਸਟ੍ਰੈਸ ਕਰ ਰਹੇ ਹੋ? ਜੌਬ ਦੁਬਾਰਾ ਮਿਲ ਜਾਏਗੀ ਹੈ ਨਾ, ਪਰ ਏਜ ਨਹੀਂ ਦੁਬਾਰਾ ਆਣੀ। ਜੇ ਤੁਸੀਂ ਲਾਇਕ ਹੋ ਤਾਂ ਜੌਬ ਲਈ ਤਾਂ ਨਹੀਂ ਪ੍ਰੋਬਲਮ ਹੋ ਸਕਦੀ, ਲੇਕਿਨ ਹਾਂ ਜੇ ਤੁਹਾਡੀ ਏਜ ਨਿਕਲ ਗਈ ਤਾਂ ਪ੍ਰੈਗਨੈਂਸੀ ਨਹੀਂ ਹੋਣੀ। ਬਿਲਕੁਲ ਹੈ ਨਾ। ਤਾਂ ਇਸ ਚੀਜ਼ 'ਚ ਮੈਂ ਇਹ ਥੋੜ੍ਹਾ ਜਿਹਾ ਸਭ ਨੂੰ ਕਹਿ ਰਹੀ। ਔਰ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈ 36 ਜਾਂ 40 ਤੋਂ ਬਾਅਦ ਮੈਮ ਐਬਨੋਰਮੈਲਿਟੀਜ਼ ਆਉਣੀਆਂ ਸ਼ੁਰੂ ਹੋ ਜਾਂਦੀਆਂ, ਕਿਉਂਕਿ ਤੁਹਾਡੇ ਕ੍ਰੋਮੋਸੋਮਸ ਜਿਹੜੇ ਆ ਉਹ ਡਿਸਟਰਬ ਹੋਣੇ ਸ਼ੁਰੂ ਹੋ ਜਾਂਦੇ ਆ। 6 ਕ੍ਰੋਮੋਸੋਮਸ ਤਾਂ ਉਹ ਕੋਈ ਨਾ ਕੋਈ ਐਬਨੋਰਮੈਲਿਟੀ ਲੈ ਕੇ ਆਉਂਦੇ ਬੱਚੇ 'ਚ। ਤਾਂ ਇਸ ਕਰਕੇ ਮੈਰਿਜੇਬਲ ਏਜ ਜਿਹੜੀ ਯੰਗ ਏਜ ਹੈ 26, 25, 26 ਠੀਕ ਹੈ ਜੀ, ਉਹਦੇ 'ਤੇ ਕਰ ਦੇਣਾ ਚਾਹੀਦਾ ਜੀ। ਤੇ ਆਖਰੀ ਸਵਾਲ ਮੇਰਾ ਇਹ ਹੈ ਕਿ ਅੱਜ ਕੱਲ੍ਹ ਬ੍ਰੈਸਟ ਕੈਂਸਰ ਅਤੇ ਸਰਵਾਈਕਲ ਕੈਂਸਰ ਬਹੁਤ ਜ਼ਿਆਦਾ ਵੱਧ ਰਿਹਾ ਵਾ, ਤੇ ਇਹਦੇ ਲਈ ਇਹ ਨਹੀਂ ਕਿ ਅਸੀਂ ਜਦੋਂ ਅਸੀਂ ਕਿਸੇ ਡਿਸੀਜ਼ ਦੇ ਵਿੱਚ ਆ ਗਏ ਅਸੀਂ ਉਦੋਂ ਹੀ ਡਾਕਟਰ ਨੂੰ ਅਪਰੋਚ ਕਰੀਏ। ਤਾਂ ਇਹਦੇ ਲਈ ਅਸੀਂ ਪਹਿਲਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖ ਸਕਦੇ ਹਾਂ? ਰੈਗੂਲਰ ਚੈੱਕਅਪ ਉਹ ਕੀ ਹੋ ਸਕਦੇ ਨੇ, ਜਾਂ ਟੈਸਟ ਕੀ ਹੋ ਸਕਦੇ ਨੇ, ਜਾਂ ਕੀ ਪ੍ਰੀਕਾਸ਼ਨਸ ਹੋ ਸਕਦੇ ਨੇ? ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਐਟ 40 ਤੁਹਾਡੇ ਕੋਲ ਇੱਕ ਆਪਣਾ ਅਲਟਰਾਸਾਊਂਡ ਤੇ ਇੱਕ ਮੈਮੋਗ੍ਰਾਫੀ ਹੋਣੀ ਮਸਟ ਹੈ ਹਰ ਲੇਡੀ ਕੋਲ। ਠੀਕ ਹੈ, ਜੇ ਤੁਹਾਡਾ ਇਨੀਸ਼ੀਅਲ ਕੋਈ ਹੁੰਦਾ। ਦੂਸਰਾ ਤੁਹਾਨੂੰ ਜੇ ਪਹਿਲਾਂ ਮੈਂ ਬ੍ਰੈਸਟ ਕੈਂਸਰ ਦੀ ਗੱਲ ਕਰ ਰਹੀ ਹਾਂ ਕਿ ਹਰ ਲੇਡੀ ਨੂੰ ਉਹ ਕਿਸੇ ਵੀ ਏਜ 'ਚ ਹੋਵੇ, ਵਨਸ ਇਨ ਅ ਮੰਥ ਜਾਂ ਤੁਸੀਂ ਕਹਿ ਲਓ ਆਫਟਰ 15 ਦਿਨਾਂ ਬਾਅਦ ਉਹਨੂੰ ਮਿਰਰ ਦੇ ਅੱਗੇ ਖੜਾ ਹੋ ਕੇ ਆਪਣੇ ਪਾਮ ਦੇ ਨਾਲ ਬ੍ਰੈਸਟ ਚੈੱਕ ਕਰਨੀ ਚਾਹੀਦੀ ਹੈ। ਜੇ ਉੱਥੇ ਕੋਈ ਲੰਪ ਲੱਗਦਾ ਤਾਂ ਇਮੀਡੀਏਟਲੀ ਡਾਕਟਰ ਨੂੰ ਮਿਲਾਇਆ। ਜੇ ਪੇਨਫੁਲ ਹੈ ਤਾਂ ਵੀ, ਜੇ ਪੇਨਲੈਸ ਹੈ ਤਾਂ ਵੀ ਡਾਕਟਰ ਨੂੰ ਜ਼ਰੂਰ ਮਿਲਣਾ ਚਾਹੀਦਾ। ਇਹ ਤਾਂ ਤੁਸੀਂ ਆਪ ਹੀ ਕਰ ਸਕਦੇ ਹੋ। ਸੈਕੰਡ ਜਿਹੜਾ ਸਰਵਾਈਕਲ ਕੈਂਸਰ ਹੈ ਉਹਦਾ ਸਭ ਤੋਂ ਵੱਡਾ ਕਾਰਨ ਤਾਂ ਦੇਖੋ ਸਭ ਦਾ ਸਟ੍ਰੈਸ ਹੀ ਆ ਰਿਹਾ ਪਿੱਛੇ, ਲੇਕਿਨ ਹਾਂ ਹਾਈਜੀਨ ਵੀ ਇੱਕ ਵੱਡਾ ਕਾਰਨ ਹੈ। ਜੇ ਕਿਸੇ ਨੂੰ ਸਫੇਦ ਪਾਣੀ ਦੀ ਪ੍ਰੋਬਲਮ ਹੈ ਜਾਂ ਜਦੋਂ ਤੁਸੀਂ ਇੰਟਰਕੋਰਸ ਤੋਂ ਬਾਅਦ ਬਲੀਡਿੰਗ ਦੀ ਪ੍ਰੋਬਲਮ ਹੈ ਤਾਂ ਇਮੀਡੀਏਟਲੀ ਆਪਣੇ ਡਾਕਟਰ ਨੂੰ ਦਿਖਾਓ। ਅੱਜ ਕੱਲ੍ਹ ਸਰਵਾਈਕਲ ਕੈਂਸਰ ਲਈ ਤਾਂ ਇੰਨੀ ਅਵੇਅਰਨੈਸ ਹੈ ਕਿ 12 ਸਾਲ ਤੋਂ ਬਾਅਦ ਇਹਦੀ ਵੈਕਸੀਨੇਸ਼ਨ ਵੀ ਆ ਗਈ। ਤਾਂ ਗਰਲਜ਼ ਨੂੰ ਵੈਕਸੀਨੇਸ਼ਨ ਜ਼ਰੂਰ ਦੇਣੀ ਚਾਹੀਦੀ ਹੈ, ਜੇ ਤੁਹਾਡੀ ਫੈਮਿਲੀ 'ਚ ਹਿਸਟਰੀ ਹੈ ਤਾਂ ਵੀ, ਜੇ ਨਹੀਂ ਹੈ ਤਦ ਵੀ। ਠੀਕ ਹੈ, ਉਹ ਡੋਜ਼ਿਸ ਪੂਰੀਆਂ ਕਰੋ। ਔਰ ਦੂਸਰਾ, ਬੱਚੇ ਨੂੰ ਆਪਣਾ ਹਾਈਜੀਨ ਦਾ ਧਿਆਨ ਰੱਖਣ ਔਰ ਮੋਬਾਈਲ ਤੋਂ ਦੂਰ ਰੱਖੋ, ਜੋ ਮੇਰਾ ਪਰਸਨਲ ਐਡਵਾਈਸ ਹੈ ਜੀ। ਤਾਂ ਉਹਨੂੰ ਦੋਸਤ ਨਾ ਬਣਨ ਦਿਓ, ਕਿਉਂਕਿ ਉੱਥੋਂ ਜੋ ਮਿਲ ਰਿਹਾ ਹੈ ਉਹ ਬਹੁਤ ਗਲਤ ਹੈ ਜੀ। ਹਾਂਜੀ, ਤੇ ਇਸ ਤੋਂ ਇਲਾਵਾ ਤੁਸੀਂ ਆਪਣੇ ਵੱਲੋਂ ਕੋਈ ਐਡਵਾਈਸ ਜਾਂ ਕੋਈ ਸੁਜੈਸ਼ਨ ਦੇਣਾ ਚਾਹੋਗੇ? ਮੈਂ ਸਿਰਫ ਇਹੀ ਐਡਵਾਈਸ ਦੇਣਾ ਚਾਹੁੰਦੀ ਹਾਂ ਕਿ ਇੱਕ ਲਾਈਫ ਹੈ, ਉਹਨੂੰ ਇੰਜੋਏ ਕਰੋ। ਔਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀ ਚੀਜ਼ ਹੈ ਕਿ ਇਨਫਰਟੀਲਿਟੀ, PCOD, ਇਹਨੂੰ ਹਊਆ ਨਾ ਬਣਾਓ, ਇਹਨੂੰ ਗੂਗਲ ਨਾ ਕਰੋ। ਆਪਣਾ ਲਾਈਫ ਸਟਾਈਲ 'ਚ ਜਿੰਨੀ ਦੇਰ ਤੁਸੀਂ ਗੂਗਲ ਕੀਤਾ ਨਾ PCOD, ਉਨੀ ਦੇਰ ਸੈਰ ਕਰਕੇ ਆਓ, ਸ਼ਾਇਦ ਠੀਕ ਹੋ ਜਾਏ। ਗੂਗਲ ਕਰਨ ਨਾਲ ਠੀਕ ਨਹੀਂ ਹੋਣਾ। ਤੁਸੀਂ ਉਹਦੇ ਜਿੰਨੇ ਮਰਜ਼ੀ ਇਫੈਕਟ ਪੜ੍ਹ ਲਓ, ਸਾਈਡ ਇਫੈਕਟ ਪੜ੍ਹ ਲਓ, ਤੁਸੀਂ ਆਪਣੀ ਲਾਈਫ ਸਟਾਈਲ। ਮੈਂ ਹਰ ਬੱਚੇ ਨੂੰ ਦੇਖੋ ਹੁਣ ਮੈਂ ਵੀ 40s 'ਚ ਹਾਂ,
ਮੈਂ ਵੀ ਆਪਣੀ ਉਹਦੇ ਤੇ ਗੂਗਲ ਫਿਟ ਲਗਾਇਆ ਹੋਇਆ, ਮੈਂ ਵੀ ਰੱਖਿਆ ਹੈ ਕਿ ਮੇਰੇ ਹਾਰਟ ਪੁਆਇੰਟ ਇੰਨੇ ਹੋਣੇ ਚਾਹੀਦੇ, ਬਲਕਿ ਮੇਰੀ ਔਰ ਡਾਕਟਰ ਸਾਹਿਬ ਦੀ ਕਈ ਵਾਰ ਸ਼ਾਮ ਨੂੰ ਹੋ ਜਾਂਦਾ ਕਿ ਤੁਹਾਡੇ ਹਾਰਟ ਪੁਆਇੰਟ ਜ਼ਿਆਦਾ ਕਿ ਮੇਰੇ ਜ਼ਿਆਦਾ, ਠੀਕ ਹੈ। ਜਿਹੜਾ ਟਾਈਮ ਮੇਰੇ ਕੋਲ ਪੇਸ਼ੈਂਟਸ ਦਾ ਨਹੀਂ ਹੁੰਦਾ ਮੈਂ ਮੂਵ ਕਰਨ ਲੱਗ ਜਾਂਦੀ ਹਾਂ, ਵਾਕ ਕਰਦੀ ਹਾਂ, ਠੀਕ ਹੈ। ਆਪਣੇ ਹਾਈਜੀਨ ਦਾ ਧਿਆਨ ਰੱਖੋ ਔਰ ਜੰਕ ਫੂਡ ਤੋਂ ਆਪਣੇ ਬੱਚਿਆਂ ਨੂੰ ਬਚਾਓ ਜੀ, ਸਟ੍ਰੈਸ ਤੋਂ ਬਚਾਓ, ਉਹਨਾਂ ਦੇ ਫਰੈਂਡ ਬਣੋ, ਮੋਬਾਈਲ ਨੂੰ ਉਹਨਾਂ ਦਾ ਫਰੈਂਡ ਨਾ ਬਣਨ ਦਿਓ। ਮੇਰਾ ਇਹੀ ਮਤਲਬ ਮੇਰਾ ਜੋ ਐਜ਼ ਆ ਮਦਰ ਕਹਿ ਲਓ, ਐਜ਼ ਆ ਡਾਕਟਰ ਕਹਿ ਲਓ। ਔਰ ਪ੍ਰੈਗਨੈਂਸੀ ਬਿਲਕੁਲ ਵੀ ਹਵਾ ਨਹੀਂ ਹੈ। ਪ੍ਰੈਗਨੈਂਸੀ ਪਰਮਾਤਮਾ ਦੀ ਦਇਆ ਨਾਲ ਜਦ ਤੱਕ ਕੋਈ ਮੇਜਰ ਫਾਲਟ ਨਹੀਂ ਹੈ ਤਾਂ ਆਰਾਮ ਨਾਲ ਹੋ ਜਾਂਦੀ ਹੈ ਜੀ। ਤੁਹਾਨੂੰ ਇੱਕ ਸਹੀ ਸਲਾਹ ਦੀ ਲੋੜ ਹੈ, ਇੱਕ ਸਹੀ ਗਾਈਡੈਂਸ ਦੀ ਜ਼ਰੂਰਤ ਜੀ। ਜੇ ਤੁਸੀਂ ਉਹਨੂੰ ਇੱਕ ਸਟ੍ਰੈਸ ਲੈਵਲ ਤੱਕ ਪਹੁੰਚਾਓਗੇ, ਸਟ੍ਰੈਸ ਨਾਲ ਤਾਂ ਦੇਖੋ, ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦੀ ਹਾਂ। ਇੱਕ ਬੱਚਾ ਨੂੰ ਮੈਥ ਨਹੀਂ ਆ ਰਿਹਾ ਹੈ ਨਾ, ਉਹਨੂੰ ਤੁਸੀਂ ਕਹੋਗੇ ਕਿ ਇਹ ਤਾਂ ਬਹੁਤ ਔਖਾ, ਤੈਨੂੰ ਆਉਣਾ ਹੀ ਨਹੀਂ, ਉਹਨੂੰ ਨਹੀਂ ਆਏਗਾ। ਉਹਨੂੰ ਕਹੇਗਾ ਹੈ ਹੀ ਕੁਛ ਨਹੀਂ, ਦੇਖ ਆਪਾਂ ਕਰਦੇ ਹਾਂ ਬੈਠ ਕੇ, ਠੀਕ ਹੈ। ਉਹਨੂੰ ਉਹ ਚੀਜ਼ ਪਹਿਲਾਂ ਥੋੜੀ ਆਸਾਨ ਲੱਗੇਗੀ, ਲੱਗਦੇ ਉਹਨੂੰ ਲੱਗੇਗਾ ਸਭ ਤੋਂ ਆਸਾਨ ਇਹੀ ਹੈ। ਉਸੇ ਤਰ੍ਹਾਂ ਪ੍ਰੈਗਨੈਂਸੀ ਜਾਂ ਜਿਹੜੀ ਵੀ ਤੁਹਾਡੀ ਪ੍ਰੋਬਲਮ ਹੈ, ਉਹਨੂੰ ਇੱਕ ਐਟਲੀਸਟ ਕਾਉਂਸਲਿੰਗ ਜ਼ਰੂਰ ਕਰੋ ਜੀ। ਹਾਂ, ਮੈਡੀਸਨ ਲੈਣ ਤੋਂ ਪਹਿਲਾਂ ਕਾਉਂਸਲਿੰਗ ਕਰੋ ਔਰ ਇੱਕ ਜਲਦੀ 'ਚ ਨਾ ਰਹੋ ਕਿ ਮੈਂ ਬਾਹਰ ਜਾਣਾ ਇਸ ਕਰਕੇ ਪ੍ਰੈਗਨੈਂਸੀ ਹੋਵੇ ਜਾਂ ਨਾ ਹੋਵੇ, ਜਾਂ ਮੇਰੀ ਜੌਬ ਹੈ ਇਸ ਕਰਕੇ ਪ੍ਰੈਗਨੈਂਸੀ ਹੋਵੇ ਜਾਂ ਨਾ ਹੋਵੇ, ਜਾਂ ਮੈਨੂੰ ਰਿਲੇਟਿਵਸ ਕੀ ਕਹਿਣਗੇ। ਇਸ ਚੀਜ਼ ਤੋਂ ਬਾਹਰ ਆਓ ਜੀ, ਠੀਕ ਹੈ। ਅਦਰਵਾਈਜ਼ ਪ੍ਰੈਗਨੈਂਸੀ ਐਡਾ ਵੱਡਾ ਇਸ਼ੂ ਨਹੀਂ ਹੈ ਜਿੰਨਾ ਪੰਜਾਬ 'ਚ ਬਣਦਾ ਜਾ ਰਿਹਾ ਜੀ। ਹਾਂਜੀ, ਸੋ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਇੰਨਾ ਸਮਾਂ ਦਿੱਤਾ, ਇੰਨੀਆਂ ਵੈਲਿਊਬਲ ਗੱਲਾਂ ਸਾਡੇ ਨਾਲ ਤੁਸੀਂ ਸਾਂਝੀਆਂ ਕੀਤੀਆਂ। ਉਮੀਦ ਹੈ ਵੀ ਅੱਜ ਦੀ ਇੰਟਰਵਿਊ ਸਾਡੇ ਦਰਸ਼ਕਾਂ ਦੇ ਲਈ ਬਿਲਕੁਲ ਲਾਹੇਵੰਦ ਹੋਊਗੀ। ਸੋ ਬਹੁਤ ਸ਼ੁਕਰੀਆ ਤੁਹਾਡਾ ਇੱਕ ਵਾਰ ਫਿਰ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਸਤੋ, ਇਹ ਸਨ ਸਾਡੇ ਨਾਲ ਗਾਇਨੋਕੋਲੋਜਿਸਟ ਡਾਕਟਰ ਮਮਤਾ ਸ਼ਰਮਾ ਹੋਰੀ। ਉਮੀਦ ਹੈ ਅੱਜ ਦੀ ਇੰਟਰਵਿਊ ਤੁਹਾਨੂੰ ਚੰਗੀ ਲੱਗੀ ਹੋਵੇਗੀ। ਬਹੁਤ ਸਾਰੇ ਲੋਕਾਂ ਨੇ, ਜਦੋਂ ਡੈਂਟਲ ਸਰਜਨ ਡਾਕਟਰ ਮਨਦੀਪ ਹੋਰਾਂ ਦੇ ਨਾਲ ਅਸੀਂ ਇੰਟਰਵਿਊ ਕੀਤੀ ਸੀ ਤਾਂ ਬਹੁਤ ਸਾਰੀਆਂ ਸਾਡੀਆਂ ਭੈਣਾਂ ਨੇ ਸਵਾਲ ਭੇਜੇ ਸਨ, ਜਿਹੜੇ ਕਿ ਅਸੀਂ ਕੋਸ਼ਿਸ਼ ਕੀਤੀ, ਜਿਹੜੇ ਕਿ ਹਰ ਇੱਕ ਦੇ ਹੀ ਸਵਾਲ ਸੀਗੇ, ਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਉਮੀਦ ਹੈ ਅੱਜ ਦੀ ਇੰਟਰਵਿਊ ਤੁਹਾਨੂੰ ਚੰਗੀ ਲੱਗੇਗੀ। ਬਾਕੀ ਫਿਰ ਮਿਲਦੇ ਹਾਂ। ਗੁਰਦੀਪ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ। ਸਤਿ ਸ਼੍ਰੀ ਅਕਾਲ।